जय भीम, जय भारत, नमो बुधाय। ਅੱਜ ਅਸੀਂ ਜਨਗਣਨਾ ਦੇ ਸੰਬੰਧ ਦੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਅਸੀਂ ਇਹ ਕਿਤਾਬ ਜੋ ਲਿਖੀ ਗਈ ਆ ਉਸ ਦੀ ਪੂਰੀ ਜਾਣਕਾਰੀ ਲੈਣੇ ਆ। ਸੋ ਸਟਾਰਟ ਕਰਦੇ ਹਾਂ। ਜਨਗਣਨਾ, ਬਹੁਜਨ ਸਮਾਜ ਅਤੇ ਧਰਮ, ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਪਿਆਰੇ ਐਡਵੋਕੇਟ ਚਰਨਜੀਤ ਪਵਾਰੀ ਜੀ ਦੁਆਰਾ ਲਿਖੀ ਹੋਈ ਹੈ, ਜੋ ਕਿ ਫਲੋਰ ਦੇ ਰਹਿਣ ਵਾਲੇ ਹਨ। ਉਹਨਾਂ ਨੇ ਇਹ ਕਿਤਾਬ ਸਾਡੇ ਸਮਾਜ ਦੇ ਲਈ ਜਾਣਕਾਰੀ ਦੇ ਲਈ ਲਿਖੀ ਹੈ। ਕੌਂਸਟੀਟਿਊਸ਼ਨ ਆਫ ਇੰਡੀਆ, ਉਹਦੇ ਵਿੱਚੋਂ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਹੀ ਮਿਹਨਤ ਦੇ ਨਾਲ ਇਹ ਕਿਤਾਬ ਲਿਖੀ ਗਈ ਆ। ਔਰ ਇਹ ਸਭ ਸਾਡੇ ਸਾਥੀਆਂ ਨੂੰ ਮੁਫਤ ਵਿੱਚ ਪੜ੍ਹਨ ਲਈ ਦਿੱਤੀ ਜਾ ਰਹੀ ਹੈ। ਸੰਸਦ ਭਵਨ। ਸੋ ਅਸੀਂ ਸਟਾਰਟ ਕਰਦੇ ਹਾਂ। ਜਨਗਣਨਾ, ਬਹੁਜਨ ਸਮਾਜ ਅਤੇ ਧਰਮ, ਚਰਨਜੀਤ ਪਵਾਰੀ ਐਡਵੋਕੇਟ ਅਤੇ ਸਮੂਹ ਮੈਂਬਰਾਂ ਦਾ ਅੰਬੇਡਕਰਾਈਟ ਲੀਗਲ ਫਾਰਮ ਫਿਲੌਰ। ਮਕਸਦ ਕੀ ਹੈ ਇਸ ਬੁੱਕ ਦਾ? ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਉੱਚ ਦਰਜੇ ਦੀ ਪੜ੍ਹਾਈ ਅਤੇ ਵਿਦਵਤਾ ਨਾਲ ਕਮਿਊਨਲ ਅਵਾਰਡ ਰਾਹੀਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਲਈ ਕੁਝ ਖਾਸ ਅਧਿਕਾਰ ਬ੍ਰਿਟਿਸ਼ ਹਕੂਮਤ ਕੋਲੋਂ ਪ੍ਰਾਪਤ ਕੀਤੇ ਸਨ। ਕੁਝ ਖਾਸ ਅਧਿਕਾਰ ਬ੍ਰਿਟਿਸ਼ ਹਕੂਮਤ ਕੋਲੋਂ ਪ੍ਰਾਪਤ ਕੀਤੇ ਸਨ। ਪਰ ਮਿਸਟਰ ਗਾਂਧੀ, ਜਿਸ ਨੂੰ ਤੁਸੀਂ ਮਹਾਤਮਾ ਗਾਂਧੀ ਦੇ ਨਾਲ ਵੀ ਜਾਣਦੇ ਆ, ਨੇ ਉਹਨਾਂ ਅਧਿਕਾਰਾਂ ਉੱਪਰ ਡਾਕਾ ਮਾਰਿਆ। ਮਿਸਟਰ ਗਾਂਧੀ ਨੇ ਉਹਨਾਂ ਅਧਿਕਾਰਾਂ ਉੱਪਰ ਡਾਕਾ ਮਾਰਿਆ ਅਤੇ ਉਸ ਦੇ ਬਦਲੇ ਪੂਨਾ ਪੈਕਟ ਰਾਹੀਂ ਮਿਲੇ ਬਹੁਤ ਥੋੜ੍ਹੇ ਅਧਿਕਾਰਾਂ ਨਾਲ ਇਹਨਾਂ ਵਰਗਾਂ ਨੂੰ ਸਬਰ ਕਰਨਾ ਪਿਆ। ਭਾਰਤ ਦੇ ਸੰਵਿਧਾਨ ਵਿੱਚ ਦਰਜ ਹੋਏ ਇਹਨਾਂ ਅਧਿਕਾਰਾਂ ਨੂੰ ਕਿਸੇ ਨਾ ਕਿਸੇ ਜ਼ਰੀਏ ਮਨੋਵਾਦੀ ਸਰਕਾਰਾਂ ਸਮੇਂ-ਸਮੇਂ 'ਤੇ ਖੋਹਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਨੂੰ ਹੁਣ ਮਿਲ ਰਹੇ ਅਧਿਕਾਰਾਂ ਦੀ ਪੂਰਤੀ ਕਰਨ ਦੇ ਲਈ ਜਨਗਣਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਇਹਨਾਂ ਅਧਿਕਾਰਾਂ ਨੂੰ ਖੋਰਾ ਲਗਾਉਣ ਲਈ ਮਨੋਵਾਦੀ ਸਰਕਾਰਾਂ ਜਨਗਣਨਾ ਦੌਰਾਨ ਕੋਈ ਨਾ ਕੋਈ ਸਾਜ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਸ ਲਿਖਤ ਦਾ ਉਦੇਸ਼ ਮਨੋਵਾਦੀ ਸਰਕਾਰਾਂ ਦੀਆਂ ਚਾਲਾਂ ਨੂੰ ਨਾਕਾਮ ਕਰਨਾ ਅਤੇ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਵਰਗ ਦੇ ਲੋਕਾਂ ਨੂੰ ਕਾਨੂੰਨੀ ਉਪਬੰਧਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ, ਤਾਂ ਜੋ ਆਪਣੇ ਅਧਿਕਾਰਾਂ ਨੂੰ ਬਹਾਲ ਰੱਖ ਸਕਣ। ਇਸ ਕਿਤਾਬ ਦਾ ਮਤਲਬ ਸਿਰਫ ਆਪਣੇ ਅਨੁਸੂਚਿਤ ਜਾਤੀ ਦੇ ਅਤੇ ਜਨਜਾਤੀ ਲੋਕਾਂ ਤੱਕ ਕਾਨੂੰਨੀ ਜੋ ਦਸਤਾਵੇਜ਼ ਆ ਉਹਦੀ ਜਾਣਕਾਰੀ ਕਰਵਾਉਣਾ, ਤਾਂ ਜੋ ਆਪਣੇ ਅਧਿਕਾਰਾਂ ਨੂੰ ਬਹਾਲ ਰੱਖ ਸਕਣ। ਅਸੀਂ ਦੇਖ ਸੋ ਇਹ ਬੁੱਕ ਲਿਖੀ ਚਰਨਜੀਤ ਪਵਾਰੀ ਐਡਵੋਕੇਟ। ਉਹਨਾਂ ਦਾ ਚੈਂਬਰ ਨੰਬਰ 72 ਸਿਵਲ ਕੋਡ ਫਲੋਰ ਦੇ ਵਿੱਚ ਆ। ਪਿੰਡ ਪਵਾਰੀ, ਤਹਿਸੀਲ ਫਲੋਰ, ਜ਼ਿਲ੍ਹਾ ਜਲੰਧਰ। ਮੋਬਾਈਲ ਨੰਬਰ 'ਤੇ ਸੰਪਰਕ ਕਰਨ ਲਈ 9878591883। ਲੈਂਡਲਾਈਨ ਨੰਬਰ ਦਫ਼ਤਰ ਦਾ 01826 501 425 01826 50 14 25। ਫਿਰ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਨੇ ਇਸ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ। ਉਹਨਾਂ ਦੇ ਵੱਲੋਂ ਮੈਂ ਇਸ ਲਿਖਤ ਵਿੱਚ ਮਦਦ ਕਰਨ ਵਾਲਿਆਂ ਅਤੇ ਇਸ ਕੰਮ ਲਈ ਪ੍ਰੇਰਿਤ ਕਰਨ ਵਾਲੇ ਹਰ ਇਨਸਾਨ ਦਾ ਰਿਣੀ ਹਾਂ। ਕਾਨੂੰਨੀ ਉਪਬੰਧਾਂ ਨਾਲ ਸੰਬੰਧਿਤ ਹੋਣ ਕਰਕੇ ਇਸ ਕੰਮ ਵਿੱਚ ਮਦਦ ਕਰਨ ਵਾਲੇ ਸਮੂਹ ਮੈਂਬਰਾਂ ਦਾ ਅੰਬੇਡਕਰਾਈਟ ਲੀਗਲ ਫਾਰਮ ਫਲੋਰ ਅਤੇ ਖਾਸ ਕਰਕੇ ਇਸ ਸੰਗਠਨ ਦੇ ਮੈਂਬਰ ਵਕੀਲ ਸਾਹਿਬਾਨ ਐਡਵੋਕੇਟ ਸੰਜੀਵ ਕੁਮਾਰ ਭੌਰਾ ਜੀ, ਜਤਿੰਦਰ ਕਾਲੜਾ ਜੀ, ਸਾਬਕਾ ਸਕੱਤਰ ਵਾਰ ਐਸੋਸੀਏਸ਼ਨ ਫਲੋਰ, ਮਾਨਯੋਗ ਅੰਮ੍ਰਿਤ ਮੱਲ ਜੀ, ਮੈਡਮ ਸੁਸ਼ਮਾ ਮੱਲ ਜੀ, ਕੁਮਾਰੀ ਸੁਰਿੰਦਰ ਕੌਰ ਜੀ, ਕੁਮਾਰੀ ਸਰਬਜੀਤ ਸੁਮਨ, ਮਾਨਯੋਗ ਕਰਨ ਕੁਮਾਰ ਪਾਲੀ, ਮਿਸ ਪ੍ਰਵੀਨ ਕੁਮਾਰੀ, ਮਾਨਯੋਗ ਗਗਨਦੀਪ ਭੁੱਟਾ ਜੀ, ਕੁਮਾਰੀ ਮਮਤਾ ਸੰਧੂ, ਮਾਨਯੋਗ ਬਲਦੀਪ ਕੁਮਾਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਕੀਲ ਸਾਹਿਬਾਨ ਮਾਨਯੋਗ R.D. ਰੱਤੇਵਾਲ ਅਤੇ ਮਾਨਯੋਗ ਰੋਹਿਤ ਰੱਤੇਵਾਲ
ਮਾਨਯੋਗ ਪੰਜਾਬ ਅਤੇ ਹਰਿਆਣਾ ਕੋਈ ਹਾਈ ਕੋਰਟ ਚੰਡੀਗੜ੍ਹ ਐਡਵੋਕੇਟ, ਮਾਨਯੋਗ ਰਾਹਿਲ ਮੰਡਵਾਲ ਮੁਕੇਰੀਆਂ ਤੋਂ, ਮਾਨਯੋਗ ਮਨਦੀਪ ਕੁਮਾਰ ਜੀ ਫਗਵਾੜਾ ਤੋਂ, ਮਾਨਯੋਗ ਕੈਲਾਸ਼ ਬਸ਼ਰਾ ਜਲੰਧਰ ਤੋਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਮੈਨੂੰ ਜੀਵਨ ਜਿਉਣ ਦੀ ਜਾਚ ਸਿਖਾਉਣ ਵਾਲੀਆਂ ਸੰਸਥਾਵਾਂ ਧੰਮਾ ਫਾਊਂਡੇਸ਼ਨ ਆਫ ਇੰਡੀਆ ਅਤੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਫਗਵਾੜਾ ਦਾ ਮੈਂ ਸਾਰੀ ਜ਼ਿੰਦਗੀ ਅਹਿਸਾਨਮੰਦ ਰਹਾਂਗਾ। ਪਹਿਲੀ ਵਾਰ ਇਸ ਲਿਖਤ ਲਈ ਆਰਥਿਕ ਸਹਿਯੋਗ ਕਰਨ ਲਈ ਮਾਨਯੋਗ ਸਤਿਕਾਰਯੋਗ ਰਾਜਕੁਮਾਰ ਓਸ਼ੋ ਰਾਜ ਜੀ, ਜੋ ਕਿ ਟੋਰਾਂਟੋ ਕੈਨੇਡਾ ਦੇ ਵਿੱਚ ਹਨ, ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿਸਟਰ ਪਿੰਡ ਪਵਾਰੀ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਦਾ ਮੈਂ ਉਚੇਚੇ ਤੌਰ 'ਤੇ ਧੰਨਵਾਦ ਕਰਦਾ ਹਾਂ। ਇਸ ਕਿਤਾਬਚੇ ਦੀ ਛਪਵਾਈ ਲਈ ਬਣਾਈ ਕਮੇਟੀ ਦੇ ਸੀਨੀਅਰ ਸਾਥੀ ਪ੍ਰੋਫੈਸਰ ਡਾਕਟਰ ਸ਼੍ਰੀ ਜੀ.ਸੀ. ਕੌਲ ਜ਼ਿਲ੍ਹਾ ਜਲੰਧਰ, ਮਾਨਯੋਗ ਬਲਦੇਵ ਰਾਜ ਜੱਸਾ ਜੀ ਮਕਸੂਦਾਂ ਜਲੰਧਰ ਤੋਂ, ਐਡਵੋਕੇਟ ਮਾਨਯੋਗ ਸੰਜੀਵ ਕੁਮਾਰ ਭੌਰਾ ਜੀ, ਐਡਵੋਕੇਟ ਕੁਲਦੀਪ ਭੱਟੀ ਜੀ ਫਗਵਾੜਾ ਤੋਂ, ਪ੍ਰੋਫੈਸਰ ਡਾਕਟਰ ਇੰਦਰਜੀਤ ਕਜਲਾ ਜੀ ਫਗਵਾੜਾ ਤੋਂ, ਔਰ ਮਾਨਯੋਗ ਹਰਭਜਨ ਸੁਮਨ ਫਗਵਾੜਾ ਤੋਂ ਵੱਲੋਂ ਇਸ ਕੀਮਤੀ ਸਮੇਂ ਵਿੱਚ ਸਮਾਂ ਦੇਣ ਲਈ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਹ ਸਾਰੇ ਸ਼ਬਦ ਜੋ ਐਡਵੋਕੇਟ ਚਰਨਜੀਤ ਪਵਾਰੀ ਜੀ ਨੇ ਸਭ ਦਾ ਧੰਨਵਾਦ ਕਰਨ ਲਈ ਵਰਤੇ ਆ, ਜਿਨ੍ਹਾਂ ਨੇ ਉਹਨਾਂ ਦਾ ਇਸ ਬੁੱਕ ਦੇ ਵਿੱਚ ਸਾਥ ਦਿੱਤਾ ਹੈ। ਸੋ ਇਹ ਬੁੱਕ ਜਿਹੜੀ ਹੈ ਪ੍ਰਕਾਸ਼ਕ ਹੋਈ ਆ ਅੰਬੇਡਕਰਾਈਟ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਵੱਲੋਂ, ਅੰਬੇਡਕਰਾਈਟ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਵੱਲੋਂ ਪਹਿਲੀ ਵਾਰ 26 ਜਨਵਰੀ 2021 ਨੂੰ ਇਹ ਰਿਲੀਜ਼ ਹੋਈ ਆ, ਔਰ ਇਹਦੀਆਂ 5000 ਕਾਪੀਆਂ ਉਸੇ ਸਮੇਂ ਗਣਤੰਤਰ ਦਿਵਸ ਮੌਕੇ ਵੰਡੀਆਂ ਗਈਆਂ ਆ। ਦੂਸਰੀ ਵਾਰ 27 ਫਰਵਰੀ 2021 ਨੂੰ 5000 ਕਾਪੀ ਇਹਦੀ ਬਣਾਈ ਗਈ ਹੈ, ਔਰ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਮੌਕੇ 'ਤੇ ਵੰਡੀ ਗਈ ਹੈ। ਇਸ ਦੇ ਵਿੱਚ ਖਾਸ ਲਿਖਿਆ ਗਿਆ, ਇਹ ਕਿਤਾਬਚਾ ਮੁਫਤ ਵੰਡਣ ਦੇ ਲਈ ਛਪਵਾਇਆ ਗਿਆ ਹੈ, ਇਸ ਨੂੰ ਵੇਚਿਆ ਨਹੀਂ ਜਾ ਸਕਦਾ, ਕਿਉਂਕਿ ਇਹ ਜਾਣਕਾਰੀ ਸਾਡੇ ਸਮਾਜ ਤੱਕ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਕਿਤਾਬ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ ਪਿੰਡ ਗੜਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਤੋਂ ਇਹ ਕਿਤਾਬਚਾ ਪ੍ਰਾਪਤ ਕੀਤਾ ਜਾ ਸਕਦਾ ਹੈ। फ़ोन नंबर 9041524154 9463953744 9988913417 9914442399। ਇਹਦੇ ਮੁੱਖ ਸਲਾਹਕਾਰ ਸੀ ਸ਼੍ਰੀ ਮਾਨਯੋਗ ਰਾਜਕੁਮਾਰ ਓਸ਼ੋ ਰਾਜ ਜੀ, ਜੋ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਆ। ਉੱਥੋਂ ਉਹਨਾਂ ਨੇ ਬਹੁਤ ਸਹਿਯੋਗ ਕੀਤਾ, ਸਾਰੀ ਬੁੱਕ ਦਾ ਖਰਚਾ ਉਹਨਾਂ ਨੇ ਦਿੱਤਾ। ਉਹਨਾਂ ਦਾ फ़ोन ਨੰਬਰ 001416219419 ਜੇਕਰ ਕੋਈ ਸਾਥੀ ਜਾਂ ਸੰਸਥਾ ਇਸ ਕਿਤਾਬਚੇ ਦੇ ਲਈ ਆਰਥਿਕ ਸਹਿਯੋਗ ਕਰਨਾ ਚਾਹੁੰਦਾ ਹੋਵੇ ਤਾਂ ਹੇਠ ਲਿਖੀਆਂ ਸੰਸਥਾਵਾਂ ਨਾਲ ਤਾਲਮੇਲ ਕਰ ਸਕਦਾ ਹੈ। ਅੰਬੇਡਕਰਾਈਟ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ 9815518068, ਧੰਮਾ ਫਾਊਂਡੇਸ਼ਨ ਆਫ ਇੰਡੀਆ 9958856151, ਪ੍ਰਬੁੱਧ ਭਾਰਤ ਫਾਊਂਡੇਸ਼ਨ ਫਗਵਾੜਾ 9888177431, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿਸਟਰਡ ਪਿੰਡ ਬੁਆਰੀ 9417 59322। सब हक राखवे हैं एडवोकेट चरणजीत पवारी को कॉपीराइट। आर्थिक सहयोग श्री राजकुमार ओशोराज टोरंटो कनेडा। एक बार फिर ये लिखी है छापक वाइट क्रॉस प्रिंटर जलंधर तो ये मतलब छप के तैयार हुई है। हम चलते हैं असी इस की आपां नूं मिलेगा। जनगणना बहुजन समाज और धर्म के तत्करा की है। इस इतिहास जनगणना का इतिहास और महत्व, मौजूदा कानून रूप, पूछी जाने वाली जानकारी संबंधी अधिकार, जनगणना का पहला पड़ाव और SC ST वर्ग, जनगणना दूजा पड़ाव और ਵੱਖ-ਵੱਖ धर्मों की गिनती के मापदंड, 2011 में ਵੱਖ-ਵੱਖ धर्मों के अंकड़े, 3 धर्मों तो इलावा धर्म लिखाने के फायदे या नुकसान, पंचायत के पंच तो लैके जिला परिषदा के चेयरमैन बनाने में सहाई किमें होंदी है जनगणना, SC वर्ग वालों खास ध्यान देने की जरूरत क्यों आ जनगणना दे विच, संविधान मुताबक SC ST वर्गां लई जनगणना की की भूमिका है, ਵੱਖ-ਵੱਖ समय दौरान SC ST वर्गां नूं जनगणना के की फायदे होए आ, तकनीकी उपबंधां मुताबक इहदे नाल सानूं की फायदे होए जनगणना के, 42वीं संविधानिक सोध है SC ST वर्ग नूं की नुकसान होया, ये भी इस विच तुहानूं
ਜਾਣਨ ਨੂੰ ਮਿਲੇਗਾ। ਹਿੰਦੂ ਧਰਮ ਦਾ ਕੀਤਾ ਜਾ ਰਿਹਾ ਫਾਇਦਾ, ਐਸੀ ਸਮਾਜ ਵੱਲੋਂ ਹਿੰਦੂ ਧਰਮ ਦਾ ਜੋ ਫਾਇਦਾ ਕੀਤਾ ਜਾ ਰਿਹਾ ਉਹ ਵੀ ਤੁਸੀਂ ਦੇਖ ਸਕਦੇ ਹੋ। ਇਸ ਦੇ ਵਿੱਚ ਹਿੰਦੂ ਧਰਮ ਅਖਵਾਉਣ ਦਾ ਨੁਕਸਾਨ ਕੀ ਹੋ ਰਿਹਾ, ਆਹ ਧਰਮ ਰਵਿਦਾਸੀਆ ਧਰਮ, ਈਸਾਈ ਧਰਮ, ਮੁਸਲਮਾਨ ਜਾਂ ਹੋਰ ਧਰਮ ਲਿਖਵਾਉਣ ਦੇ ਨੁਕਸਾਨ ਕੀ ਹੋ ਰਿਹਾ ਹੈ, ਰਵਿਦਾਸੀਆ ਧਰਮ ਲਿਖਵਾਉਣ ਵਾਲੇ ਹਿੰਦੂ ਕਿਵੇਂ ਸਾਬਤ ਹੋਏ, ਇਹ ਵੀ ਇਸ ਦੇ ਵਿੱਚ ਐਡਵੋਕੇਟ ਚਰਨਜੀਤ ਪਵਾਰੀ ਦੁਆਰਾ ਤੁਹਾਨੂੰ ਲਿਖ ਕੇ ਦੱਸਿਆ ਗਿਆ ਹੈ। ਧਰਮ ਕਿਹੜਾ ਲਿਖਵਾਉਣਾ ਚਾਹੀਦਾ, ਇਸ ਦੇ ਬਾਰੇ ਵੀ ਥੋੜ੍ਹੀ ਚਾਨਣਾ ਕੀਤੀ ਗਈ ਹੈ, ਔਰ ਖਾਸ ਧਿਆਨ ਰੱਖਣ ਯੋਗ ਗੱਲਾਂ ਇਹ ਵੀ ਤੁਸੀਂ ਇਹਦੇ ਵਿੱਚ ਪੰਨਾ ਨੰਬਰ 28 ਤੇ ਦੇਖ ਸਕਦੇ ਹੋ। ਤਾਂ ਆਪਾਂ ਇਹਦੀ ਰੀਡਿੰਗ ਕਰਦੇ ਹਾਂ, ਪੜ੍ਹਦੇ ਹਾਂ ਇਹਨੂੰ ਕੀ ਲਿਖਿਆ ਇਹਦੇ ਵਿੱਚ। ਸੋ ਸਟਾਰਟ ਕਰਦੇ ਹਾਂ। ਜਨਗਣਨਾ, ਬਹੁਜਨ ਸਮਾਜ ਅਤੇ ਧਰਮ। ਜਨਗਣਨਾ ਦਾ ਇਤਿਹਾਸ ਅਤੇ ਮਹੱਤਵ। ਜਨਗਣਨਾ ਜਾਂ ਮਰਦਮਸ਼ੁਮਾਰੀ, ਜਿਸ ਨੂੰ ਅੰਗਰੇਜ਼ੀ ਵਿੱਚ ਸੈਂਸਸ ਕਿਹਾ ਜਾਂਦਾ ਹੈ, ਭਾਰਤ ਅੰਦਰ ਇਸ ਦਾ ਇਤਿਹਾਸ ਲਗਭਗ 150 ਸਾਲ ਦਾ ਹੈ। ਜਨਗਣਨਾ ਦਾ ਇਤਿਹਾਸ ਭਾਰਤ ਦੇ ਵਿੱਚ 150 ਸਾਲ ਦਾ ਹੈ। 1872 ਈਸਵੀ ਵਿੱਚ ਪਹਿਲੀ ਵਾਰ ਬ੍ਰਿਟਿਸ਼ ਹਕੂਮਤ ਨੇ ਭਾਰਤ ਵਿੱਚ ਜਨਗਣਨਾ ਕਰਵਾਈ ਸੀ। ਪਹਿਲੀ ਵਾਰ 1872 ਈਸਵੀ ਵਿੱਚ ਜਨਗਣਨਾ ਹੋਈ ਸੀ। ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ 2011 ਤੱਕ 7 ਵਾਰ ਹੋਈ ਜਨਗਣਨਾ ਸਮੇਤ ਹੁਣ ਤੱਕ ਇਸ ਦੇਸ਼ ਅੰਦਰ 15 ਵਾਰ ਜਨਗਣਨਾ ਹੋ ਚੁੱਕੀ ਹੈ। ਹੁਣ ਤੱਕ 15 ਵਾਰ ਜਨਗਣਨਾ ਹੋ ਚੁੱਕੀ ਹੈ। ਸੰਵਿਧਾਨ ਤੋਂ ਪਹਿਲਾਂ 7 ਵਾਰ ਹੋਈ ਸੀ ਤੇ ਹੁਣ 15 ਵਾਰ ਹੋ ਚੁੱਕੀ ਹੈ। ਜਨਗਣਨਾ ਸ਼ਬਦ ਜਿਹੜਾ ਆ 2 ਅੱਖਰਾਂ ਦੇ ਸੁਮੇਲ ਮਤਲਬ ਜੋੜ ਤੋਂ ਬਣਦਾ ਆ। ਜਨ ਜਮਾ ਗਣਨਾ ਤੋਂ ਮਿਲ ਕੇ ਬਣਿਆ ਹੈ। ਜਨ ਤੋਂ ਭਾਵ ਹੈ ਲੋਕ ਅਤੇ ਗਣਨਾ ਤੋਂ ਭਾਵ ਹੈ ਗਿਣਨਾ। ਤੋਂ ਇਸ ਦਾ ਸਿੱਧਾ ਸਿੱਧਾ ਮਤਲਬ ਕਈ ਢੰਗਾਂ ਤਹਿਤ ਲੋਕ ਗਿਣਤੀ ਅਤੇ ਉਹਨਾਂ ਨਾਲ ਸੰਬੰਧਿਤ ਹੋਰ ਜਾਣਕਾਰੀ ਇਕੱਠੀ ਕਰਨ ਤੋਂ ਹੈ। ਜਨਗਣਨਾ ਤੋਂ ਭਾਵ ਲੋਕ ਅਤੇ ਉਹਨਾਂ ਦੀ ਜਾਣਕਾਰੀ ਇਕੱਠੀ ਕਰਨ ਤੋਂ ਹੈ। ਜਨਗਣਨਾ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਕੇਂਦਰ ਤੇ ਸੂਬਾ ਸਰਕਾਰ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਹੋਰ ਅਦਾਰਿਆਂ ਲਈ ਸਮਾਜਿਕ ਅਤੇ ਆਰਥਿਕ ਪ੍ਰੋਗਰਾਮ ਬਣਾਉਣ ਵਿੱਚ ਸਹਾਈ ਹੁੰਦੀ ਹੈ। ਸਰਕਾਰਾਂ ਦੁਆਰਾ ਬਣਾਏ ਜਾਣ ਵਾਲੇ 5 ਸਾਲਾਂ ਅਤੇ ਹੋਰ ਯੋਜਨਾਵਾਂ ਨੂੰ ਲਾਗੂ ਕਰਵਾਉਣ ਲਈ ਜਨਗਣਨਾ ਦੇ ਅੰਕੜੇ ਮਹੱਤਵਪੂਰਨ ਹੁੰਦੇ ਆ। ਸਰਕਾਰ ਦੁਆਰਾ ਜਨਗਣਨਾ ਲਈ ਜੋ ਨਾਅਰਾ ਦਿੱਤਾ ਗਿਆ ਹੈ ਉਹ ਹੈ ਸਾਡੀ ਜਨਗਣਨਾ ਸਾਡਾ ਭਵਿੱਖ। ਸਰਕਾਰ ਦੁਆਰਾ ਜਨਗਣਨਾ ਲਈ ਜੋ ਨਾਅਰਾ ਦਿੱਤਾ ਗਿਆ ਹੈ ਉਹ ਹੈ ਸਾਡੀ ਜਨਗਣਨਾ ਸਾਡਾ ਭਵਿੱਖ, ਜਿਸ ਤੋਂ ਸਹਿਜੇ ਹੀ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਨਗਣਨਾ ਦੀ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ। ਜਨਗਣਨਾ ਵਿੱਚ ਜੋ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਸਿਰਫ ਉਹੀ ਭਰੋਸੇਯੋਗ ਅਤੇ ਮੰਨਣਯੋਗ ਹੁੰਦੇ ਹਨ। ਦੇਸ਼ ਦੀਆਂ ਸਰਕਾਰਾਂ, ਅਦਾਲਤਾਂ, ਸੰਸਦ ਭਵਨ, ਵਿਧਾਨ ਸਭਾਵਾਂ, ਵਿਧਾਨ ਪਰਿਸ਼ਦਾਂ, ਮਹਿਕਮਿਆਂ, ਟ੍ਰਿਬਿਊਨਲਾਂ ਆਦਿ ਵਿੱਚ ਸਿਰਫ ਇਹੀ ਅੰਕੜੇ ਮੰਨਣਯੋਗ ਹੁੰਦੇ ਹਨ ਅਤੇ ਕੋਈ ਵੀ ਇਨਸਾਨ ਅਤੇ ਅਦਾਰਾ ਇਹਨਾਂ ਤੋਂ ਇਨਕਾਰੀ ਨਹੀਂ ਹੋ ਸਕਦਾ। ਜਨਗਣਨਾ ਦਾ ਮੌਜੂਦਾ ਕਾਨੂੰਨ ਰੂਪ। ਦੂਸਰਾ ਪਾਠ। ਭਾਰਤ ਅੰਦਰ ਜਨਗਣਨਾ ਕਰਵਾਉਣ ਦੇ ਅਧਿਕਾਰ ਕੇਂਦਰ ਸਰਕਾਰ ਦੇ ਕੋਲ ਹਨ। ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦੇ ਰਜਿਸਟਰਾਰ ਜਨਰਲ ਅਤੇ ਸੈਂਸਸ ਕਮਿਸ਼ਨਰ ਭਾਰਤ ਵੱਲੋਂ ਜਨਗਣਨਾ ਦਾ ਕੰਮ ਕਰਵਾਇਆ ਜਾਂਦਾ ਹੈ। ਰਜਿਸਟਰਾਰ ਜਨਰਲ ਨੂੰ ਹੀ ਸੈਂਸਸ ਕਮਿਸ਼ਨਰ ਕਿਹਾ ਜਾਂਦਾ ਹੈ ਅਤੇ ਉਹੀ ਜਨਗਣਨਾ ਲਈ ਜ਼ਿੰਮੇਵਾਰ ਅਤੇ ਕਾਨੂੰਨੀ ਅਥਾਰਟੀ ਹੈ। ਭਾਰਤ ਅੰਦਰ ਇਸ ਸਮੇਂ ਜਨਗਣਨਾ ਦੇ ਕਾਨੂੰਨੀ ਰੂਪ ਲਈ ਜਨਗਣਨਾ ਐਕਟ 1948 ਦਾ ਸੈਂਸਸ ਐਕਟ 1948 ਅਤੇ ਜਨਗਣਨਾ ਰੂਲਜ਼ 1990 ਦਾ ਸੈਂਸਸ ਰੂਲਜ਼ 1990 ਲਾਗੂ ਹਨ ਅਤੇ ਇਹਨਾਂ ਵਿੱਚ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਦੇਸ਼ ਅੰਦਰ ਜਨਗਣਨਾ ਕਰਵਾਈ ਜਾਂਦੀ ਹੈ। ਇਹ 2 ਰੂਲਾਂ ਦੇ ਨਾਲ 1948 ਔਰ 1990 ਦੇ ਨਾਲ ਜਨਗਣਨਾ ਕਰਵਾਈ ਜਾਂਦੀ ਹੈ। ਜਨਗਣਨਾ ਐਕਟ ਦੀ ਧਾਰਾ 3 ਮੁਤਾਬਕ ਕੇਂਦਰ ਸਰਕਾਰ ਕਦੇ ਵੀ ਸਾਰੇ ਦੇਸ਼ ਜਾਂ ਦੇਸ਼ ਦੇ ਕਿਸੇ ਹਿੱਸੇ ਵਿੱਚ ਜਨਗਣਨਾ ਕਰਵਾ ਸਕਦੀ ਹੈ, ਪਰ 1872 ਤੋਂ ਲੈ ਕੇ ਹੁਣ ਤੱਕ ਸਿਰਫ 10 ਸਾਲਾਂ ਬਾਅਦ ਹੀ ਇਸ ਦੇਸ਼ ਅੰਦਰ ਜਨਗਣਨਾ ਕਰਵਾਈ ਜਾਂਦੀ ਹੈ। ਕੇਂਦਰ ਸਰਕਾਰ ਕੋਲ ਅਧਿਕਾਰ ਹੁੰਦਾ ਜਦੋਂ ਮਰਜ਼ੀ ਕਰਾ ਸਕਦੀ ਹੈ, ਪਰ 1872 ਤੋਂ ਲੈ ਕੇ ਹੁਣ ਤੱਕ 10-10 ਸਾਲਾਂ ਦੇ ਗੈਪ ਦੇ ਨਾਲ ਹੀ ਜਨਗਣਨਾ ਕਰਵਾਈ ਜਾਂਦੀ ਹੈ। 2021 ਦੀ ਜਨਗਣਨਾ ਵਾਸਤੇ ਕੇਂਦਰ ਸਰਕਾਰ ਵੱਲੋਂ 8754.23 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। 8754.23 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਗਏ ਆ ਜਿਹੜੀ 2021 ਦੀ ਜਨਗਣਨਾ ਹੋਣ ਜਾ ਰਹੀ ਹੈ। ਮੌਜੂਦਾ ਢੰਗ ਅਨੁਸਾਰ ਭਾਰਤ ਅੰਦਰ ਜਨਗਣਨਾ 2 ਪੜਾਵਾਂ ਵਿੱਚ ਕੀਤੀ ਜਾਂਦੀ ਹੈ। ਪਹਿਲੇ ਪੜਾਅ ਵਿੱਚ ਮਕਾਨ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜਿਸ ਨੂੰ ਹਾਊਸ ਲਿਸਟਿੰਗ ਐਂਡ ਹਾਊਸਿੰਗ ਸੈਂਸਸ ਕਿਹਾ ਜਾਂਦਾ ਹੈ, ਜਿਸ ਵਿੱਚ ਮਕਾਨ ਦਾ ਨੰਬਰ,
ਮਕਾਨ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਸੰਖਿਆ, ਮਕਾਨ ਵਿੱਚ ਮੁਹੱਈਆ ਸਹੂਲਤਾਂ, ਅਨੁਸੂਚਿਤ ਜਾਤਾਂ ਜਾਂ ਅਨੁਸੂਚਿਤ ਜਨਜਾਤਾਂ ਦੇ ਵਿਅਕਤੀਆਂ ਨਾਲ ਸੰਬੰਧਿਤ ਮਕਾਨਾਂ ਦੀ ਗਿਣਤੀ ਕਰਨਾ ਆਦਿ ਸ਼ਾਮਲ ਹੁੰਦਾ ਹੈ। ਅਨੁਸੂਚਿਤ ਜਾਤਾਂ ਤੋਂ ਭਾਵ ਹੈ SC ਔਰ ਅਨੁਸੂਚਿਤ ਜਨਜਾਤਾਂ ਤੋਂ ਭਾਵ ਹੈ ਸ਼ਡਿਊਲ ਟ੍ਰਾਈਬ ST। ਦੂਸਰੇ ਪੜਾਅ ਵਿੱਚ ਲੋਕਾਂ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜਿਸ ਨੂੰ ਪਾਪੂਲੇਸ਼ਨ ਇਨੂਮਰੇਸ਼ਨ ਜਾਂ ਪਾਪੂਲੇਸ਼ਨ ਸੈਂਸਸ ਕਿਹਾ ਜਾਂਦਾ ਹੈ, ਜਿਸ ਵਿੱਚ ਲੋਕਾਂ ਦੀ ਗਿਣਤੀ, ਉਮਰ, ਧਰਮ, ਪੜ੍ਹਾਈ, ਕੰਮ ਆਦਿ ਸ਼ਾਮਲ ਹੁੰਦੇ ਆ। ਮਤਲਬ ਦੋ ਤਰੀਕੇ ਦੇ ਨਾਲ, ਦੋ ਪੜਾਵਾਂ ਦੇ ਵਿੱਚ ਇਹ ਜਨਗਣਨਾ ਕੀਤੀ ਜਾਂਦੀ ਹੈ। ਮਿਤੀ 9 ਜਨਵਰੀ 2020 ਨੂੰ ਭਾਰਤ ਦੇ ਗਜਟ ਵਿੱਚ ਪ੍ਰਕਾਸ਼ਿਤ ਅਧਿਸੂਚਨਾ ਅਨੁਸਾਰ ਇਸ ਵਾਰ ਜਨਗਣਨਾ ਦਾ ਪਹਿਲਾ ਪੜਾਅ 1 ਅਪ੍ਰੈਲ 2020 ਤੋਂ ਸ਼ੁਰੂ ਕਰਕੇ 30 ਦਸੰਬਰ 2020 ਤੱਕ ਕੀਤਾ ਜਾਣਾ ਸੀ, ਜਿਸ ਵਿੱਚ 31 ਚੀਜ਼ਾਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਣੀ ਸੀ, ਜਿਸ ਵਿੱਚ ਮਕਾਨ ਵਿੱਚ ਰਹਿਣ ਵਾਲੇ ਮੈਂਬਰਾਂ ਦੀ ਸੰਖਿਆ, ਮਕਾਨ ਦੇ ਫਰਸ਼, ਕੰਧਾਂ ਅਤੇ ਛੱਤ ਲਈ ਵਰਤੀ ਪ੍ਰਮੁੱਖ ਸਮੱਗਰੀ, ਲਾਈਟ ਅਤੇ ਪੀਣ ਵਾਲੇ ਪਾਣੀ ਦਾ ਪ੍ਰਮੁੱਖ ਸਰੋਤ, ਟੈਲੀਵਿਜ਼ਨ, ਇੰਟਰਨੈਟ ਆਦਿ ਸ਼ਾਮਲ ਹੈ। ਪਰ ਦੁਨੀਆ ਵਿੱਚ ਫੈਲੇ ਕਰੋਨਾ ਵਾਇਰਸ ਕਾਰਨ ਅਤੇ ਇਸ ਦੀ ਭਾਰਤ ਵਿੱਚ ਪਏ ਪ੍ਰਭਾਵ ਕਾਰਨ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਤਾਲਾਬੰਦੀ ਕਾਰਨ, ਲਾਕਡਾਊਨ ਦੇ ਕਾਰਨ ਜਨਗਣਨਾ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਇਸ ਦੇ ਸ਼ੁਰੂ ਹੋਣ ਬਾਰੇ ਵੀ ਹਾਲੇ ਤੱਕ ਕੋਈ ਜਾਣਕਾਰੀ ਸਰਕਾਰ ਵੱਲੋਂ ਉਪਲਬਧ ਨਹੀਂ ਹੈ। ਮੌਜੂਦਾ ਢੰਗ ਅਨੁਸਾਰ ਜਨਗਣਨਾ ਦਾ ਦੂਜਾ ਪੜਾਅ ਪਹਿਲੇ ਪੜਾਅ ਦੇ ਖਤਮ ਹੋਣ ਤੋਂ ਬਾਅਦ ਤਕਰੀਬਨ 6 ਤੋਂ 8 ਮਹੀਨਿਆਂ ਦੇ ਵਿਚਕਾਰ ਸ਼ੁਰੂ ਹੁੰਦਾ ਹੈ। ਦੂਸਰਾ ਪੜਾਅ 6 ਤੋਂ 8 ਮਹੀਨਿਆਂ ਦੇ ਵਿਚਕਾਰ। ਇਸ ਵਾਰ ਵੀ ਇਹ ਪੜਾਅ ਇੱਕ ਪੱਤਰ ਮੁਤਾਬਕ ਫਰਵਰੀ-ਮਾਰਚ 2021 ਵਿੱਚ ਕੀਤਾ ਜਾਣਾ ਸੀ, ਪਰ ਭਾਰਤ ਵਿੱਚ ਕਰੋਨਾ ਵਾਇਰਸ ਦੇ ਪ੍ਰਭਾਵ ਦੇ ਚੱਲਦਿਆਂ ਇਸ ਦੇ ਸਮੇਂ ਵਿੱਚ ਤਬਦੀਲੀ ਹੋਣੀ ਲਾਜ਼ਮੀ ਹੈ, ਕਿਉਂਕਿ ਪਹਿਲਾ ਪੜਾਅ ਹੀ ਮੁਕੰਮਲ ਨਹੀਂ ਹੋਇਆ। ਜਨਗਣਨਾ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਜਾਂ ਜਾਣਕਾਰੀ ਸੰਬੰਧੀ ਅਧਿਕਾਰ। ਜਨਗਣਨਾ ਐਕਟ 1948 ਦੀ ਧਾਰਾ 8 ਅਤੇ ਜਨਗਣਨਾ ਰੂਲਜ਼ 1990 ਦੀ ਧਾਰਾ 6 ਦੇ ਮੁਤਾਬਕ ਕੇਂਦਰ ਸਰਕਾਰ ਕੋਲ ਇਹ ਅਧਿਕਾਰ ਰਾਖਵਾਂ ਹੈ ਕਿ ਉਹ ਜਨਗਣਨਾ ਦੌਰਾਨ ਕਿਹੜੇ ਸਵਾਲ ਪੁੱਛੇਗੀ। ਇਸ ਵਾਰ ਕੇਂਦਰ ਸਰਕਾਰ ਵੱਲੋਂ ਜਨਗਣਨਾ ਦੌਰਾਨ ਜੋ ਸਵਾਲ ਪੁੱਛੇ ਜਾਣੇ ਹਨ, ਉਸ ਸੰਬੰਧੀ ਮਿਤੀ 9-10 ਅਪ੍ਰੈਲ 2019 ਨੂੰ ਇੱਕ ਡਾਟਾ ਯੂਜ਼ਰ ਕਾਨਫਰੰਸ, ਜਿਸ ਨੂੰ DUC ਦਾ ਪ੍ਰਬੰਧ ਕੀਤਾ ਗਿਆ ਸੀ। 2019 ਨੂੰ ਇੱਕ ਡਾਟਾ ਯੂਜ਼ਰਸ ਕਾਨਫਰੰਸ DUC ਦਾ ਪ੍ਰਬੰਧ ਕੀਤਾ ਗਿਆ ਸੀ। 2011 ਵਿੱਚ ਹੋਈ ਜਨਗਣਨਾ ਦੇ ਅੰਕੜਿਆਂ ਮੁਤਾਬਕ ਸਰਨਾ ਧਰਮ 2011 ਵਿੱਚ ਹੋਈ ਜਨਗਣਨਾ ਦੇ ਅੰਕੜਿਆਂ ਮੁਤਾਬਕ ਸਰਨਾ ਧਰਮ, ਜਿਸ ਦੇ ਧਰਮ ਦਾ ਕੋਡ ਨੰਬਰ 701146 ਹੈ, ਦੀ ਗਿਣਤੀ 49,57,467 ਸੀ। 2011 ਚ ਇਸ ਧਰਮ ਦੀ ਗਿਣਤੀ 49,57,467 ਸੀ, ਜੋ ਕਿ ਜੈਨ ਧਰਮ ਤੋਂ 5,05,714 ਵੱਧ ਸੀ। ਪਰ ਫਿਰ ਵੀ ਇਸ ਨੂੰ ਫਾਰਮ ਵਿੱਚ ਦਰਜ ਪ੍ਰਮੁੱਖ ਧਰਮਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਕੇਂਦਰ ਸਰਕਾਰ ਦੀ ਇਹ ਮਨਮਰਜ਼ੀ ਹੈ ਕਿ ਉਹ ਜਨਗਣਨਾ ਵਿੱਚ ਜੋ ਮਰਜ਼ੀ ਢੰਗ ਤਰੀਕਾ ਚਾਹੇ ਉਹ ਅਪਣਾ ਸਕਦੀ ਹੈ, ਆਪਣੀ ਮਰਜ਼ੀ ਕਰ ਸਕਦੀ ਹੈ। ਹੁਣ ਦੇਖਦੇ ਹਾਂ ਪਹਿਲਾ ਪੜਾਅ ਹੈ ਭਾਵ ਹਾਊਸ ਲਿਸਟਿੰਗ ਐਂਡ ਹਾਊਸਿੰਗ ਸੈਂਸਸ ਅਤੇ SC ST ਵਰਗ। ਮੌਜੂਦਾ ਢੰਗ ਮੁਤਾਬਕ ਜਨਗਣਨਾ ਦੇ ਪਹਿਲੇ ਪੜਾਅ ਵਿੱਚ ਜਦੋਂ ਮਕਾਨ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤਾਂ ਇਸ ਦੇਸ਼ ਵਿੱਚ ਅਨੁਸੂਚਿਤ ਜਾਤਾਂ ਸ਼ਡਿਊਲ ਕਾਸਟ ਅਤੇ ਅਨੁਸੂਚਿਤ ਜਨਜਾਤਾਂ ST ਦੇ ਮਕਾਨਾਂ ਦੀ ਪਹਿਚਾਣ ਕਰਨ ਅਤੇ ਉਹਨਾਂ ਦੇ ਹਾਲਾਤਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਫਾਰਮ ਵਿੱਚ ਇੱਕ ਖਾਸ ਖਾਨਾ ਬਣਿਆ ਹੁੰਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਕਿਹੜਾ ਅਤੇ ਕਿੰਨੇ ਮਕਾਨ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਨਾਲ ਸੰਬੰਧਿਤ ਹਨ। ਸੰਨ 2011 ਵਿੱਚ ਕੀਤੀ ਜਾਣੀ ਵਾਲੀ ਜਨਗਣਨਾ ਦੇ ਫਾਰਮ ਵਿੱਚ ਇਹ ਖਾਨਾ ਲੜੀ ਨੰਬਰ 13 ਵਿੱਚ ਦਰਜ ਸੀ, ਜੋ ਪਾਠਕਾਂ ਨੂੰ ਦੇਖਣ ਲਈ ਕਿਤਾਬ ਦੇ ਕਵਰ ਪੇਜ ਤੇ ਪੰਨਾ ਨੰਬਰ 3 ਉੱਪਰ ਛਾਪਿਆ ਗਿਆ ਹੈ। ਅਤੇ 2011 ਦੀ ਜਨਗਣਨਾ ਵਿੱਚ ਇਹ ਖਾਨਾ ਲੜੀ ਨੰਬਰ 15 ਵਿੱਚ ਦਰਜ ਸੀ। ਸੰਨ 2021 ਵਿੱਚ ਕੀਤੀ ਜਾਣ ਵਾਲੀ ਜਨਗਣਨਾ ਦੇ ਫਾਰਮ ਵਿੱਚ ਇਹ ਖਾਨਾ ਲੜੀ ਨੰਬਰ 13 ਵਿੱਚ ਦਰਜ ਹੋਵੇਗਾ ਹੈ ਅਤੇ 2011 ਜਨਗਣਨਾ ਵਿੱਚ ਇਹ ਖਾਨਾ ਲੜੀ ਨੰਬਰ 15 ਵਿੱਚ ਦਰਜ ਸੀ। ਇਹਨਾਂ ਫਾਰਮਾਂ ਦੇ ਥੱਲੇ ਕ੍ਰਮਵਾਰ ਲੜੀ ਨੰਬਰ 13 ਅਤੇ 15 ਨਾਲ ਸੰਬੰਧਿਤ ਇੱਕ ਵਿਸ਼ੇਸ਼ ਕਥਨ ਦਿੱਤਾ ਹੈ। ਇਹਨਾਂ ਫਾਰਮਾਂ ਥੱਲੇ ਕ੍ਰਮਵਾਰ ਲੜੀ ਨੰਬਰ 13 ਅਤੇ 15 ਨਾਲ ਸੰਬੰਧਿਤ
ਇੱਕ ਵਿਸ਼ੇਸ਼ ਕਥਨ ਦਿੱਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਅਨੁਸੂਚਿਤ ਜਾਤਾਂ SC ਦੇ ਲੋਕ ਸਿਰਫ 3 ਧਰਮਾਂ ਭਾਵ ਕਿ ਬੁੱਧਿਸਟ ਧਰਮ, ਸਿੱਖ ਧਰਮ ਅਤੇ ਹਿੰਦੂ ਧਰਮ ਵਿੱਚ ਹੀ ਆਪਣੇ ਆਪ ਨੂੰ ਲਿਖਵਾ ਸਕਦੇ ਹਨ। ਬਹੁਤ ਹੀ ਖਾਸ ਗੱਲ ਹੈ ਕਿ ਇਹਨਾਂ ਫਾਰਮਾਂ ਥੱਲੇ ਕ੍ਰਮਵਾਰ ਲੜੀ ਨੰਬਰ 13 ਤੇ 15 ਨਾਲ ਸੰਬੰਧਿਤ ਇੱਕ ਵਿਸ਼ੇਸ਼ ਕਥਨ ਦਿੱਤਾ ਗਿਆ ਹੈ ਜਿਸ ਵਿੱਚ ਇਹ ਖਾਸ ਕਰਕੇ ਲਿਖਿਆ ਗਿਆ ਹੈ ਕਿ ਅਨੁਸੂਚਿਤ ਜਾਤਾਂ ਜਿਸ ਨੂੰ ਸ਼ਡਿਊਲ ਕਾਸਟ ਕਹਿੰਦੇ ਆ ਉਸ ਦੇ ਲੋਕ ਜਿਹੜੇ ਵੀ 80 ਵਿੱਚ ਆਉਂਦੇ ਆ ਸਿਰਫ 3 ਧਰਮਾਂ ਵਿੱਚ ਹੀ ਆਪਣੇ ਆਪ ਨੂੰ ਲਿਖਾ ਸਕਦੇ ਆ। ਪਹਿਲਾ ਧਰਮ ਹੈ ਬੁੱਧਿਸਟ, ਦੂਜਾ ਹੈ ਸਿੱਖ, ਤੀਸਰਾ ਹੈ ਹਿੰਦੂ। ਇਸ ਤੋਂ ਇਲਾਵਾ ਕਿਸੇ ਹੋਰ ਧਰਮ ਵਿੱਚ ਉਹ ਆਪਣੇ ਆਪ ਨੂੰ ਨਹੀਂ ਲਿਖਾ ਸਕਦੇ। ਇਸ ਦਾ ਮੁੱਖ ਕਾਰਨ ਹੈ ਸੰਵਿਧਾਨ ਦੇ ਅਨੁਛੇਦ 341 ਦੇ ਅਨੁਸਾਰ ਇਸ ਦੇਸ਼ ਦੇ ਰਾਸ਼ਟਰਪਤੀ ਦੁਆਰਾ ਜੋ ਅਨੁਸੂਚਿਤ ਜਾਤਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਉਸ ਵਿੱਚ ਹਰ ਸੂਬੇ ਵਿਚਲੀਆਂ ਉਹਨਾਂ ਜਾਤਾਂ ਦੇ ਨਾਮ ਦਰਜ ਹੁੰਦੇ ਹਨ ਜੋ ਭਾਰਤ ਦੇ ਸੰਵਿਧਾਨ ਵਿੱਚ ਅਨੁਸੂਚਿਤ ਜਾਤਾਂ ਲਈ ਦਰਜ ਅਧਿਕਾਰਾਂ ਦੀ ਪ੍ਰਾਪਤੀ ਲਈ ਅਨੁਸੂਚਿਤ ਜਾਤਾਂ ਮੰਨੀਆਂ ਜਾਣਗੀਆਂ। ਇਸ ਲਈ ਜ਼ਰੂਰੀ ਹੈ। ਇਸ ਨੂੰ ਸੰਵਿਧਾਨ ਅਨੁਸੂਚਿਤ ਜਾਤਾਂ ਆਰਡਰ 1950 ਕਿਹਾ ਜਾਂਦਾ ਹੈ। ਇਸ ਨੂੰ ਸੰਵਿਧਾਨ ਅਨੁਸੂਚਿਤ ਜਾਤਾਂ ਆਰਡਰ 1950 ਕਿਹਾ ਜਾਂਦਾ ਹੈ ਜੋ ਕਵਰ ਪੇਜ ਦੇ ਪੰਨਾ ਨੰਬਰ 2 ਉੱਪਰ ਛਾਪਿਆ ਗਿਆ ਹੈ। ਇਸ ਦੇ ਪੈਰਾ ਨੰਬਰ 3 ਮੁਤਾਬਕ ਕੋਈ ਵੀ ਵਿਅਕਤੀ ਜੋ ਬੁੱਧਿਸਟ, ਸਿੱਖ ਅਤੇ ਹਿੰਦੂ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਮੰਨਦਾ ਹੈ। ਇਸ ਦੇ ਪੈਰਾ ਨੰਬਰ 3 ਮੁਤਾਬਕ ਕੋਈ ਵੀ ਵਿਅਕਤੀ ਜੋ ਬੁੱਧਿਸਟ, ਸਿੱਖ ਅਤੇ ਹਿੰਦੂ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਮੰਨਦਾ ਹੈ ਉਸ ਨੂੰ ਅਨੁਸੂਚਿਤ ਜਾਤ ਦਾ ਵਿਅਕਤੀ ਨਹੀਂ ਮੰਨਿਆ ਜਾਂਦਾ। ਸ਼ਡਿਊਲ ਕਾਸਟ ਉਹਨੂੰ ਨਹੀਂ ਮੰਨਿਆ ਜਾ ਸਕਦਾ। 1950 ਦਾ ਆਰਡਰ ਭਾਰਤ ਦੇ 26 ਸੂਬਿਆਂ ਵਿੱਚ ਲਾਗੂ ਹੈ। ਬਾਕੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ ਇਸ ਤਰ੍ਹਾਂ ਦੇ ਆਰਡਰ ਲਾਗੂ ਹਨ ਜਿਨ੍ਹਾਂ ਦੀ ਅਨੁਸੂਚਿਤ ਜਾਤਾਂ ਵਰਗ ਦੇ ਧਰਮ ਸੰਬੰਧੀ ਸ਼ਬਦਾਵਲੀ ਇੱਕ ਹੈ। ਭਾਰਤ ਦਾ ਸੰਵਿਧਾਨ ਇਸ ਦੇਸ਼ ਦਾ ਸਰਵ ਉੱਚ ਕਾਨੂੰਨ ਹੈ। ਭਾਰਤ ਦਾ ਸੰਵਿਧਾਨ ਇਸ ਦੇਸ਼ ਦਾ ਸਰਵ ਉੱਚ ਕਾਨੂੰਨ ਹੈ। ਇਸ ਵਿੱਚ ਜੋ ਲਿਖਿਆ ਹੈ ਉਸ ਦੇ ਵਿਰੋਧ ਵਿੱਚ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਵੀ ਅਦਾਰੇ ਵੱਲੋਂ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਸਕਦੀ ਹੈ। ਇਸ ਲਈ ਇਸ ਸੰਵਿਧਾਨਿਕ ਉਪਬੰਧਾਂ ਦੀ ਪਾਲਣਾ ਜਨਗਣਨਾ ਵਿੱਚ ਕੀਤੀ ਜਾਂਦੀ ਹੈ ਅਤੇ ਹੋਣੀ ਵੀ ਲਾਜ਼ਮੀ ਹੈ। ਜਨਗਣਨਾ ਦੇ ਫਾਰਮ 2011 ਤੇ 2021 ਯੂਜ਼ਰ ਮੈਨੂਅਲ 2011 ਵਿੱਚ ਇੱਕ ਹੋਰ ਮਹੱਤਵਪੂਰਨ ਕਥਨ ਦਿੱਤਾ ਗਿਆ ਹੈ ਜਿਸ ਵਿੱਚ ਇਹ ਲਿਖਿਆ ਹੈ ਕਿ ਅਨੁਸੂਚਿਤ ਜਨਜਾਤਾਂ ਸ਼ਡਿਊਲ ਕਾਸਟ ਵਰਗ ਦੇ ਲੋਕ ਕਿਸੇ ਵੀ ਧਰਮ ਵਿੱਚ ਆਪਣੇ ਆਪ ਨੂੰ ਲਿਖਵਾ ਸਕਦੇ ਹਨ। ਉਹਨਾਂ ਉੱਪਰ ਕਿਸੇ ਅਨੁਸੂਚਿਤ ਜਨਜਾਤਾਂ ਭਾਵ ਕਿ ST ਵਰਗ ਦੇ ਲੋਕ ਕਿਸੇ ਵੀ ਧਰਮ ਵਿੱਚ ਆਪਣੇ ਆਪ ਨੂੰ ਲਿਖਵਾ ਸਕਦੇ ਹਨ। ਉਹਨਾਂ ਉੱਪਰ ਕਿਸੇ ਖਾਸ ਧਰਮ ਵਿੱਚ ਆਪਣੇ ਆਪ ਨੂੰ ਲਿਖਵਾਉਣ ਦੀ ਕਾਨੂੰਨੀ ਬੰਦਿਸ਼ ਨਹੀਂ ਹੈ। ਭਾਵ ਕਿ ਜਿਹੜੇ ਸ਼ਡਿਊਲ ਕਾਸਟ ਹੋਣਗੇ ਉਹਨਾਂ ਦੇ ਉੱਤੇ ਕਾਨੂੰਨੀ ਬੰਦਿਸ਼ ਹੈ ਕਿ ਉਹ ਬੁੱਧਿਸਟ, ਸਿੱਖ ਔਰ ਹਿੰਦੂ ਦੇ ਵਿੱਚ ਹੀ ਆਪਣੇ ਆਪ ਲਿਖਾ ਸਕਦੇ ਆ। ਜੇਕਰ ਉਹ ਇਹਨਾਂ ਤਿੰਨਾਂ ਧਰਮਾਂ ਤੋਂ ਇਲਾਵਾ ਆਪਣਾ ਕੋਈ ਹੋਰ ਧਰਮ ਲਿਖਾਉਂਦੇ ਆ ਤੇ ਉਹਨਾਂ ਨੂੰ ਸ਼ਡਿਊਲ ਕਾਸਟ ਨਹੀਂ ਮੰਨਿਆ ਜਾਵੇਗਾ। ਔਰ ਜਿਹੜੇ ਅਨੁਸੂਚਿਤ ਜਨਜਾਤੀ ਜਿਹੜੇ ST ਆ ਉਹ ਆਪਣੇ ਆਪ ਨੂੰ ਕਿਸੇ ਵੀ ਧਰਮ ਵਿੱਚ ਲਿਖਾ ਸਕਦੇ ਆ। ਉਹਨਾਂ ਦੇ ਉੱਪਰ ਕੋਈ ਵੀ ਕਾਨੂੰਨੀ ਬੰਦਿਸ਼ ਨਹੀਂ ਹੈ। ਇਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ। ਸੋ ਸਾਰੇ ਸਾਥੀ ਇਸ ਦੇ ਉੱਤੇ ਜ਼ਰੂਰ ਧਿਆਨ ਦੇਣ। ਸੋ ਅੱਗੇ ਪੜ੍ਹਦੇ ਹਾਂ। ਉਪਰੋਕਤ ਉਪਬੰਧਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਮੌਜੂਦਾ ਕਾਨੂੰਨ ਅਨੁਸਾਰ ਅਨੁਸੂਚਿਤ ਜਾਤਾਂ ਨੂੰ ਮਿਲਣ ਵਾਲੇ ਅਧਿਕਾਰ ਉਹਨਾਂ ਦੀ ਧਾਰਮਿਕ ਪਛਾਣ ਨਾਲ ਬੱਝੇ ਹੋਏ ਆ। ਅਨੁਸੂਚਿਤ ਜਾਤਾਂ ਨੂੰ ਮਿਲਣ ਵਾਲੇ ਅਧਿਕਾਰ ਉਹਨਾਂ ਦੀ ਧਾਰਮਿਕ ਪਛਾਣ ਨਾਲ ਬੱਝੇ ਹੋਏ ਹਨ ਅਤੇ ਇਸ ਸਮੇਂ ਦੇ ਉਪਬੰਧਾਂ ਅਨੁਸਾਰ ਇਹਨਾਂ ਨੂੰ ਇੱਕ ਦੂਸਰੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਅਨੁਸੂਚਿਤ ਜਾਤ ਦਾ ਵਿਅਕਤੀ ਅਨੁਸੂਚਿਤ ਜਾਤ ਹੋਣ ਦਾ ਫਾਇਦਾ ਲੈਂਦਾ ਹੈ ਭਾਵ ਅਨੁਸੂਚਿਤ ਜਾਤ ਦਾ ਸਰਟੀਫਿਕੇਟ ਬਣਾਉਂਦਾ ਹੈ ਅਤੇ ਆਪਣੇ ਧਰਮ ਨੂੰ ਬੁੱਧਿਸਟ, ਸਿੱਖ ਅਤੇ ਹਿੰਦੂ ਤੋਂ ਇਲਾਵਾ ਲਿਖਵਾਉਂਦਾ ਹੈ ਤਾਂ ਉਹ ਗੈਰ ਸੰਵਿਧਾਨਿਕ ਹੈ ਅਤੇ ਜਨਗਣਨਾ ਐਕਟ 1948 ਦੇ ਅਨੁਸਾਰ ਉਹ ਗਲਤ ਜਾਣਕਾਰੀ ਦੇਣ ਕਰਕੇ ਵੱਖ-ਵੱਖ ਧਾਰਾਵਾਂ ਦਾ ਤਹਿਤ ਦੋਸ਼ੀ ਵੀ ਪਾਇਆ ਜਾ ਸਕਦਾ ਹੈ। ਇਹ ਬਹੁਤ ਸਮਝਣ ਵਾਲੀ ਗੱਲ ਹੈ ਕਿ 1948 ਐਕਟ ਦੇ ਅਨੁਸਾਰ ਜੇਕਰ ਉਹ ਆਪਣੀ ਜਾਣਕਾਰੀ ਬੁੱਧਿਸਟ, ਸਿੱਖ ਅਤੇ ਹਿੰਦੂ ਤੋਂ ਇਲਾਵਾ ਲਿਖਾਉਂਦਾ ਆ ਜੋ ਸ਼ਡਿਊਲ ਕਾਸਟ ਆ ਤੇ ਉਸ ਦੇ ਉੱਤੇ ਵੱਖ-ਵੱਖ ਧਾਰਾਵਾਂ ਵੀ ਲੱਗ ਸਕਦੀਆਂ ਹੈ। ਇਹ ਵੀ ਬਹੁਤ ਗੌਰ ਕਰਨ ਵਾਲੀ ਗੱਲ ਹੈ। ਹੁਣ ਸ਼ੁਰੂ ਹੁੰਦਾ ਦੂਸਰਾ ਪੜਾਅ। ਉਸ ਵਿੱਚ ਕੀ ਹੁੰਦਾ? ਦੂਜਾ ਪੜਾਅ ਭਾਵ ਪਾਪੂਲੇਸ਼ਨ ਇਨੂਮਰੇਸ਼ਨ ਜਾਂ ਪਾਪੂਲੇਸ਼ਨ ਸੈਂਸਸ ਅਤੇ ਵੱਖ-ਵੱਖ ਧਰਮਾਂ ਦੀ ਗਿਣਤੀ ਦੇ ਮਾਪਦੰਡ। ਮੌਜੂਦਾ ਢੰਗ ਅਨੁਸਾਰ ਦੂਜੇ ਪੜਾਅ ਵਿੱਚ ਜੋ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਦੇਣ ਵੇਲੇ ਅਤੇ ਜਨਗਣਨਾ ਫਾਰਮ ਭਰਨ ਵੇਲੇ ਜੋ ਅਫਸਰ ਵੱਲੋਂ ਫਾਰਮ ਭਰਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਫਾਰਮ ਭਰਿਆ ਜਾਂਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ
ਭਾਰਤ ਦੇ ਸੰਵਿਧਾਨ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਲਈ ਦਰਜ ਕੁਝ ਖਾਸ ਉਪਬੰਧਾਂ ਦੀ ਪੂਰਤੀ ਕਰਨ ਲਈ ਇਹਨਾਂ ਵਰਗਾਂ ਦੀ ਗਿਣਤੀ ਦਾ ਪਤਾ ਕੀਤਾ ਜਾਣਾ ਲਾਜ਼ਮੀ ਹੈ ਅਤੇ ਇਹ ਕੰਮ ਜਨਗਣਨਾ ਦੇ ਮਾਧਿਅਮ ਰਾਹੀਂ ਫਾਰਮ ਵਿੱਚ ਇੱਕ ਖਾਸ ਖਾਨਾ ਬਣਾ ਕੇ ਕੀਤਾ ਜਾਂਦਾ ਹੈ। ਜਨਗਣਨਾ 2011 ਦੇ ਫਾਰਮ ਵਿੱਚ ਇਹ ਖਾਨਾ ਲੜੀ ਨੰਬਰ 8 ਉੱਪਰ ਦਰਜ ਸੀ। ਜਨਗਣਨਾ 2011 ਦੇ ਫਾਰਮ ਵਿੱਚ ਇਹ ਖਾਨਾ ਲੜੀ ਨੰਬਰ 8 ਉੱਪਰ ਦਰਜ ਸੀ ਅਤੇ ਇਸ ਫਾਰਮ ਦੇ ਥੱਲੇ 3 ਧਰਮਾਂ ਸੰਬੰਧੀ ਵਿਸ਼ੇਸ਼ ਕਥਨ ਵੀ ਦਰਜ ਹਨ। 3 ਧਰਮਾਂ ਥੱਲੇ ਵਿਸ਼ੇਸ਼ ਕਥਨ ਵੀ ਉਹਨਾਂ ਨੇ ਲਿਖੇ ਹੋਏ ਆ, ਦਰਜ ਕੀਤੇ ਸੀ, ਜੋ ਪਾਠਕਾਂ ਦੇ ਦੇਖਣ ਲਈ ਕਿਤਾਬਚਾ ਦੇ ਕਵਰ ਪੇਜ ਦੇ ਪੰਨਾ ਨੰਬਰ 4 ਤੇ ਛਾਪਿਆ ਗਿਆ ਹੈ। ਜੇਕਰ ਅਨੁਸੂਚਿਤ ਜਾਤਾਂ ਦੇ ਲੋਕਾਂ ਨੇ ਧਰਮ ਲਿਖਾਉਣ ਵੇਲੇ ਸਾਵਧਾਨੀ ਨਾ ਵਰਤੀ ਅਤੇ ਕਾਨੂੰਨੀ ਉਪਬੰਧਾਂ ਦੀ ਮਹੱਤਤਾ ਨਾ ਸਮਝੀ ਤਾਂ ਇਸ ਵਰਗ ਦੇ ਲੋਕਾਂ ਨੂੰ ਸੰਵਿਧਾਨ ਵਿੱਚ ਦਰਜ ਅਧਿਕਾਰਾਂ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਜੇਕਰ ਉਹਨਾਂ ਨੇ ਉਪਬੰਧਾਂ ਦੀ ਮਹੱਤਤਾ ਨਾ ਸਮਝੀ ਤਾਂ ਇਸ ਵਰਗ ਦੇ ਲੋਕਾਂ ਨੂੰ ਸੰਵਿਧਾਨ ਦੇ ਵਿੱਚ ਦਰਜ ਅਧਿਕਾਰਾਂ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਉਹਨਾਂ ਦੇ ਸਾਰੇ ਸ਼ਡਿਊਲ ਕਾਸਟ ਦੇ ਅਧਿਕਾਰ ਖੋਹ ਲਏ ਜਾ ਸਕਦੇ ਆ। ਜਨਗਣਨਾ ਦੇ ਫਾਰਮ ਵਿੱਚ ਧਰਮ ਦਾ ਖਾਨਾ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਵਰਗ ਦੇ ਖਾਨੇ ਤੋਂ ਪਹਿਲਾਂ ਆਉਂਦਾ ਹੈ। ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਲਈ ਵਿਸ਼ੇਸ਼ ਅਧਿਕਾਰ ਪਹਿਲੀ ਵਾਰ ਗਵਰਨਮੈਂਟ ਐਕਟ 1935 ਵਿੱਚ ਦਰਜ ਹੋਏ ਸਨ ਤੇ ਉਸ ਤੋਂ ਬਾਅਦ ਸਿਰਫ 1941 ਦੀ ਜਨਗਣਨਾ ਹੀ ਬ੍ਰਿਟਿਸ਼ ਸਰਕਾਰ ਦੇ ਅਧੀਨ ਹੋਈ, ਜਿਸ ਨੇ ਜਾਤ ਜਾਂ ਵਰਗ ਦੀ ਗਿਣਤੀ ਕਰਨ ਲਈ ਖਾਨਾ ਧਰਮ ਦੇ ਖਾਨੇ ਤੋਂ ਪਹਿਲਾਂ ਬਣਾ ਕੇ ਕੀਤੀ। ਪਰ ਬਾਅਦ ਦੇ ਆਜ਼ਾਦ ਹੋਣ ਤੋਂ ਬਾਅਦ, ਸੰਵਿਧਾਨ ਲਾਗੂ ਹੋਣ ਤੋਂ ਬਾਅਦ 1947 ਤੋਂ ਬਾਅਦ 1951 ਦੀ ਜਨਗਣਨਾ ਤੋਂ ਲੈ ਕੇ ਅੱਜ ਤੱਕ ਮਨੋਵਾਦੀ ਸਰਕਾਰਾਂ ਵੱਲੋਂ ਜਾਣਬੁੱਝ ਕੇ ਧਰਮ ਪਹਿਲਾਂ ਅਤੇ ਵਰਗ ਬਾਅਦ ਵਿੱਚ ਪੁੱਛਿਆ ਜਾਂਦਾ ਹੈ ਤਾਂ ਕਿ ਤਕਨੀਕੀ ਪੱਖਾਂ ਦਾ ਫਾਇਦਾ ਲੈ ਕੇ ਇਸ ਵਰਗ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਕਿਉਂਕਿ ਇੱਕ ਵਾਰ ਅਨੁਸੂਚਿਤ ਜਾਤਾਂ ਦੇ ਲੋਕਾਂ ਨੇ ਆਪਣਾ ਧਰਮ ਉਪਰੋਕਤ ਧਰਮਾਂ ਤੋਂ ਇਲਾਵਾ ਲਿਖਵਾਇਆ ਤਾਂ ਉਹਨਾਂ ਦੀ ਗਿਣਤੀ ਅਨੁਸੂਚਿਤ ਜਾਤਾਂ ਵਿੱਚ ਨਹੀਂ ਕੀਤੀ ਜਾ ਸਕਦੀ। ਜੇਕਰ ਸ਼ਡਿਊਲ ਕਾਸਟ ਲੋਕਾਂ ਨੇ ਆਪਣਾ ਧਰਮ ਇਹਨਾਂ ਤਿੰਨਾਂ ਧਰਮਾਂ ਤੋਂ ਬੁੱਧਿਸਟ, ਹਿੰਦੂ ਤੇ ਸਿੱਖ ਤੋਂ ਵੱਖਰਾ ਲਿਖਾ ਲਿਆ ਤਾਂ ਉਹਨਾਂ ਦੀ ਗਿਣਤੀ ਜੋ ਅਨੁਸੂਚਿਤ ਜਾਤਾਂ ਵਿੱਚ ਸ਼ਡਿਊਲ ਕਾਸਟ ਵਿੱਚ ਨਹੀਂ ਕੀਤੀ ਜਾ ਸਕਦੀ। ਇਸ ਲਈ ਜੇਕਰ ਅਨੁਸੂਚਿਤ ਜਾਤਾਂ ਵਰਗ ਦੇ ਕਿਸੇ ਵਿਅਕਤੀ ਨੇ ਆਪਣਾ ਧਰਮ ਤਿੰਨ ਧਰਮਾਂ ਭਾਵ ਬੁੱਧਿਸਟ, ਸਿੱਖ ਅਤੇ ਹਿੰਦੂ ਤੋਂ ਇਲਾਵਾ ਲਿਖਵਾਇਆ ਤਾਂ ਉਸ ਨੂੰ ਅਨੁਸੂਚਿਤ ਜਾਤੀ ਦਾ ਵਿਅਕਤੀ ਲਿਖਿਆ ਹੀ ਨਹੀਂ ਜਾ ਸਕਦਾ। ਸੋ ਇਸ ਵਰਗ ਦੀ ਗਿਣਤੀ ਘਟਣੀ ਤੈਅ ਹੈ, ਜਿਸ ਦੇ ਸਿੱਟੇ ਅੱਗੇ ਦਰਸਾਏ ਗਏ ਹਨ। ਤੋ ਜੇਕਰ ਕੋਈ ਸਾਡਾ ਸ਼ਡਿਊਲ ਕਾਸਟ ਵਿਅਕਤੀ ਆਪਣਾ ਧਰਮ ਬੁੱਧਿਸਟ, ਸਿੱਖ ਔਰ ਹਿੰਦੂ ਤੋਂ ਇਲਾਵਾ ਕੋਈ ਹੋਰ ਧਰਮ ਲਿਖਾ ਲੈਂਦਾ ਹੈ ਤਾਂ ਉਸ ਦੀ ਗਿਣਤੀ ਘਟ ਜਾਵੇਗੀ ਤੇ ਇਸ ਤਰ੍ਹਾਂ ਸ਼ਡਿਊਲ ਕਾਸਟ ਦੀ ਜੋ ਇੰਡੀਆ ਦੇ ਵਿੱਚ ਗਿਣਤੀ ਹੈ ਉਹ ਹੌਲੀ ਹੌਲੀ ਘੱਟ ਹੋ ਜਾਊਗੀ ਔਰ ਉਹਦੇ ਅਧਿਕਾਰ ਉਸ ਨੂੰ ਜੋ ਮਿਲਦਾ ਹੈ ਉਹ ਹੌਲੀ ਹੌਲੀ ਘੱਟ ਹੋ ਜਾਊਗਾ। ਇਹ ਵੀ ਸਮਝਣ ਵਾਲੀ ਗੱਲ ਹੈ। ਅੱਗੇ ਚੱਲਦੇ। ਜਨਗਣਨਾ ਵਿੱਚ ਸਭ ਧਰਮਾਂ ਦੇ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ। ਫਾਰਮ ਵਿੱਚ 6 ਪ੍ਰਮੁੱਖ ਧਰਮਾਂ ਦੇ ਨਾਮ ਹਨ। ਜਨਗਣਨਾ ਵਿੱਚ ਸਭ ਧਰਮਾਂ ਦੇ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ ਪਰ ਫਾਰਮ ਦੇ ਵਿੱਚ ਸਿਰਫ 6 ਪ੍ਰਮੁੱਖ ਧਰਮਾਂ ਦੇ ਨਾਮ ਦਰਜ ਆ। ਇਹ ਵੀ ਧਿਆਨ ਰੱਖਣਾ ਕਿਹੜੇ ਕਿਹੜੇ? ਹਿੰਦੂ, ਮੁਸਲਮਾਨ, ਈਸਾਈ, ਸਿੱਖ, ਬੌਧਿਸਟ ਔਰ ਜੈਨ। ਸਿਰਫ ਇਹ 6 ਧਰਮ ਹੀ ਫਾਰਮ ਦੇ ਵਿੱਚ ਦਰਜ ਆ, ਹੋਰ ਕੋਈ ਵੀ ਧਰਮ ਫਾਰਮ ਦੇ ਵਿੱਚ ਦਰਜ ਨਹੀਂ ਹੈ। ਤੋ ਇਹ ਧਰਮ ਲਿਖੇ ਹੁੰਦੇ ਆ, ਹਿੰਦੂ ਮੁਸਲਮਾਨ, ਈਸਾਈ, ਸਿੱਖ, ਬੁੱਧਿਸਟ ਔਰ ਜੈਨ ਲਿਖੇ ਹੁੰਦੇ ਆ। ਹਰ ਧਰਮ ਦੇ ਸਾਹਮਣੇ ਉਸ ਧਰਮ ਦਾ ਇੱਕ ਵੱਖਰਾ ਕੋਡ ਨੰਬਰ ਹੁੰਦਾ ਹੈ ਔਰ ਇਹਨਾਂ ਦਾ ਕੋਡ ਨੰਬਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਇਹਨਾਂ 6 ਧਰਮਾਂ ਨੂੰ। ਜਦੋਂ ਕੋਈ ਵਿਅਕਤੀ ਉਕਤ 6 ਧਰਮਾਂ ਵਿੱਚੋਂ ਆਪਣਾ ਧਰਮ ਲਿਖਵਾਉਂਦਾ ਹੈ ਤਾਂ ਲਿਖਣ ਵਾਲਾ ਅਫਸਰ ਉਸ ਦਾ ਧਰਮ ਅਤੇ ਉਸ ਧਰਮ ਨੂੰ ਦਿੱਤਾ ਗਿਆ ਕੋਡ ਨੰਬਰ ਫਾਰਮ ਵਿੱਚ ਭਰਦਾ ਹੈ। ਇਹ ਵੀ ਧਿਆਨ ਦੇਣ ਵਾਲੀ ਗੱਲ ਆ ਕਿ ਤੁਹਾਨੂੰ ਜਿਹੜਾ ਕੋਡ ਦਿੱਤਾ ਗਿਆ ਹੈ ਧਰਮ ਦਾ, ਉਹ ਕੋਡ ਵੀ ਉਸ ਸਮੇਂ ਫਾਰਮ ਦੇ ਵਿੱਚ ਭਰਿਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਇਹਨਾਂ 6 ਧਰਮਾਂ ਤੋਂ ਇਲਾਵਾ ਆਪਣਾ ਧਰਮ ਕੋਈ ਲਿਖਵਾਉਂਦਾ ਹੈ ਤਾਂ ਉਸ ਵਿਅਕਤੀ ਦਾ ਧਰਮ ਫਾਰਮ ਵਿੱਚ ਦਰਜ ਕਰਨ ਲਈ ਧਰਮ ਵਾਲੇ ਖਾਨੇ ਵਿੱਚ ਉਸ ਵਿਅਕਤੀ ਵੱਲ ਦੱਸਿਆ ਧਰਮ ਦੇ ਖਾਨੇ ਵਿੱਚ ਲਿਖ ਲਿਆ ਜਾਂਦਾ ਹੈ ਪਰ ਉਸ ਨੂੰ ਕੋਈ ਵੀ ਕੋਡ ਨੰਬਰ ਨਹੀਂ ਦਿੱਤਾ ਜਾਂਦਾ। ਔਰ ਜੇਕਰ ਇਹਨਾਂ 6 ਧਰਮਾਂ ਤੋਂ ਇਲਾਵਾ ਕੋਈ ਆਪਣਾ ਧਰਮ ਹੋਰ ਕੋਈ ਲਿਖਵਾ ਲੈਂਦਾ ਆ ਆਪਣੀ ਮਰਜ਼ੀ ਦੇ ਅਨੁਸਾਰ ਤੇ ਉਸ ਦਾ ਜੋ ਅਫਸਰ ਆ ਉਹ ਉਸ ਦਾ ਧਰਮ ਤਾਂ ਲਿਖ ਲੈਂਦਾ ਪਰ ਉਹਨੂੰ ਕੋਈ ਕੋਡ ਨੰਬਰ ਨਹੀਂ ਦਿੰਦਾ ਕਿਉਂਕਿ ਕੋਡ ਵਿੱਚ ਹੁੰਦਾ ਹੀ ਨਹੀਂ। ਸੋ ਇਸ ਖਾਨੇ ਵਿੱਚ ਅਲੱਗ-ਅਲੱਗ ਧਰਮਾਂ ਆਪਣੇ ਆਪ ਨੂੰ ਦਰਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਹੋਰ ਧਰਮ ਅਦਰ ਰਿਲੀਜਨ ਵਿੱਚ ਹੁੰਦੀ ਹੈ, ਫਿਰ ਉਹਨੂੰ ਹੋਰ ਧਰਮ ਵਿੱਚ ਪਾ ਦਿੱਤਾ ਜਾਂਦਾ। ਇਸੇ ਪ੍ਰਕਾਰ ਅਗਰ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਉਸਦਾ ਕੋਈ ਧਰਮ ਹੀ ਨਹੀਂ ਹੈ, ਕੋਈ ਵਿਅਕਤੀ ਇਸ ਤਰ੍ਹਾਂ ਵੀ ਕਹਿੰਦਾ ਹੈ ਕਿ ਉਸਦਾ ਕੋਈ ਧਰਮ ਹੀ ਨਹੀਂ ਹੈ ਤਾਂ ਉਸ ਨੂੰ ਧਰਮ ਵਾਲੇ ਖਾਨੇ ਵਿੱਚ ਕੋਈ ਵੀ ਧਰਮ ਨਹੀਂ ਭਾਵ ਨੋ ਰਿਲੀਜੀਅਨ ਲਿਖਿਆ ਜਾਂਦਾ ਹੈ, ਉਸਦਾ ਵੀ ਲਿਖ ਲਿਆ ਜਾਂਦਾ ਹੈ ਕਿ ਇਸਦਾ ਕੋਈ ਧਰਮ ਨਹੀਂ ਹੈ। ਇੱਥੇ ਇਹ ਜਾਣਨਾ ਮਹੱਤਵਪੂਰਨ ਹੈ ਇਸ ਦਾ ਕੋਡ ਨੰਬਰ ਦਫ਼ਤਰ ਵਿੱਚ ਭਰਨ ਲਈ ਜਨਗਣਨਾ ਵਿਭਾਗ ਦੀ 2011 ਦੀ ਯੂਜ਼ਰ ਮੈਨੂਅਲ ਵਿੱਚ ਸਪਸ਼ਟ ਲਿਖਿਆ ਹੋਇਆ ਹੈ, ਭਾਵ ਇਸ ਦਾ ਕੋਡ ਨੰਬਰ ਬਾਅਦ ਵਿੱਚ ਦਫ਼ਤਰ ਵਿੱਚ ਜਾ ਕੇ ਭਰਿਆ ਜਾਂਦਾ ਹੈ। ਤੋ ਇਹਨਾਂ ਦੋਨਾਂ ਦਾ ਜੋ ਅਦਰ ਧਰਮ, ਅਦਰ ਰਿਲੀਜਨ ਐਂਡ ਨੋ ਰਿਲੀਜਨ, ਇਹਨਾਂ ਦਾ ਜੋ ਕੋਡ ਨੰਬਰ ਆ ਉਹ
ਸਰਕਾਰ ਦੁਆਰਾ ਦਫ਼ਤਰ ਵਿੱਚ ਜਾ ਕੇ ਭਰਿਆ ਜਾਂਦਾ, ਉਹ ਕੁਝ ਵੀ ਭਰ ਸਕਦੇ ਆ। ਜਨਗਣਨਾ ਵਿਭਾਗ ਦੀ 2011 ਦੀ ਯੂਜ਼ਰ ਮੈਨੂਅਲ ਤੋਂ ਇਹ ਸਪਸ਼ਟ ਹੈ ਕਿ ਪ੍ਰਮੁੱਖ 6 ਧਰਮਾਂ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਆਪਣਾ ਧਰਮ ਲਿਖਵਾਉਂਦਾ ਹੈ ਤਾਂ ਉਸ ਨੂੰ ਹੋਰ ਧਰਮ ਅਦਰ ਰਿਲੀਜਨ ਵਿੱਚ ਲਿਖਿਆ ਜਾਂਦਾ ਹੈ ਅਤੇ 2011 ਵਿੱਚ ਹੋਰ ਧਰਮ ਵਿੱਚ ਦਰਜ ਹੋਏ ਹਰ ਧਰਮ ਦੇ ਲੋਕਾਂ ਦੀ ਗਿਣਤੀ ਦੇ ਅੰਕੜੇ ਵਿਭਾਗ ਦੀ ਸਾਈਟ ਉੱਪਰ ਮੌਜੂਦ ਹਨ। ਜੋ ਸੈਂਸਸ ਦੀ ਸਾਈਟ ਹੈ ਉਸ ਦੇ ਵਿੱਚ ਅਦਰ ਰਿਲੀਜਨ ਜਿਨ੍ਹਾਂ ਨੇ ਲਿਖਾਇਆ ਉਹਨਾਂ ਦੀ ਵੀ ਉੱਪਰ ਗਿਣਤੀ ਪਈ ਹੈ। 2011 ਵਿੱਚ ਹੋਈ ਜਨਗਣਨਾ ਵਿੱਚ ਵੱਖ-ਵੱਖ ਧਰਮਾਂ ਸੰਬੰਧੀ ਅੰਕੜੇ, ਹੁਣ ਅਸੀਂ ਦੇਖਦੇ ਹਾਂ ਕਿ 2011 ਵਿੱਚ ਜੋ ਸੈਂਸਸ ਜਨਗਣਨਾ ਹੋਈ ਆ ਉਸ ਦੇ ਵਿੱਚ ਵੱਖ-ਵੱਖ ਧਰਮਾਂ ਨੂੰ ਮਤਲਬ ਕਿੰਨੀ ਪਾਪੂਲੇਸ਼ਨ ਹੈ ਉਹਨਾਂ ਦੀ। ਜਨਗਣਨਾ 2011 ਅਨੁਸਾਰ ਇਸ ਦੇਸ਼ ਦੀ ਕੁੱਲ ਆਬਾਦੀ 1 ਅਰਬ 21 ਕਰੋੜ 8,54,977 ਸੀ। 2011 ਵਿੱਚ ਭਾਰਤ ਦੇਸ਼ ਦੀ ਕੁੱਲ ਆਬਾਦੀ 1 ਅਰਬ 21 ਕਰੋੜ 8,54,977 ਸੀ ਅਤੇ ਪੰਜਾਬ ਦੀ ਕੁੱਲ ਆਬਾਦੀ 2011 ਦੇ ਵਿੱਚ 2 ਕਰੋੜ 77,43,338 ਉਸ ਸਮੇਂ 2011 'ਚ ਸੀ, ਜਿਸ ਵਿੱਚ ਵੱਖ-ਵੱਖ ਧਰਮਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ। ਤਾਂ ਇੰਨੀ ਪਾਪੂਲੇਸ਼ਨ ਇੰਡੀਆ ਦੀ ਔਰ ਪੰਜਾਬ ਦੀ ਸੀ। ਤਾਂ ਇਸ ਦੀ ਜੋ ਇੱਕ ਟੇਬਲ ਬਣਾ ਕੇ ਟੋਟਲ ਦਿੱਤੀ ਗਈ ਆ, ਉਸ ਦੇ ਵਿੱਚ ਪਹਿਲੇ ਕਾਲਮ ਦੇ ਵਿੱਚ ਧਰਮ ਲਿਖੇ ਆ, ਹਿੰਦੂ, ਮੁਸਲਮਾਨ, ਈਸਾਈ, ਸਿੱਖ, ਬੁੱਧਿਸਟ, ਜੈਨੀ, ਇਹ 6 ਔਰ ਜਿਹੜੇ 2 ਬਾਅਦ ਵਿੱਚ ਲਿਖਾਏ ਹੋਰ ਧਰਮ ਔਰ ਕੋਈ ਧਰਮ ਨਹੀਂ, ਇਹਨਾਂ ਦੀ ਗਿਣਤੀ ਵੀ। ਤਾਂ ਪਹਿਲੇ 2 ਕਾਲਮ ਆ, ਜਿਸ ਤੋਂ ਬਾਅਦ ਉਹ ਭਾਰਤ ਦੇ ਆ, ਉਸ ਤੋਂ ਅਗਲੇ ਜਿਹੜੇ 2 ਕਾਲਮ ਆ ਉਹ ਪੰਜਾਬ ਦੀ ਆ, ਆਬਾਦੀ ਨਾਲ ਰਿਲੇਟਡ ਹੈ। ਸੋ ਪਹਿਲਾਂ ਚੈੱਕ ਕਰਦੇ ਹਾਂ ਭਾਰਤ ਦੀ ਆਬਾਦੀ। ਹਿੰਦੂ ਦੀ ਭਾਰਤ ਦੇ ਵਿੱਚ ਆਬਾਦੀ 96 ਕਰੋੜ 62,57,353 ਜੋ ਕਿ 88.79% ਹੈ ਹਿੰਦੂ ਦੀ ਜਨਸੰਖਿਆ ਭਾਰਤ ਦੇ ਵਿੱਚ। ਔਰ ਪੰਜਾਬ ਦੇ ਵਿੱਚ ਹਿੰਦੂ ਦੀ ਜਨਸੰਖਿਆ ਕਿੰਨੀ ਆ? 1 ਕਰੋੜ 6,78,138। ਭਾਰਤ ਦੇਸ਼ ਦੇ ਵਿੱਚ 96 ਕਰੋੜ ਆ ਔਰ ਪੰਜਾਬ ਦੇ ਵਿੱਚ ਹਿੰਦੂ ਦੀ ਜਨਸੰਖਿਆ 1 ਕਰੋੜ 6,78,138 ਆ, ਜੋ ਕਿ 38.48% ਹੈ ਪੰਜਾਬ ਦੇ ਅਕੋਰਡਿੰਗਲੀ। ਮੁਸਲਮਾਨ ਦੀ ਗਿਣਤੀ ਭਾਰਤ ਦੇਸ਼ ਦੇ ਵਿੱਚ 17 ਕਰੋੜ 22,45,158 ਆ, ਜੋ ਕਿ ਭਾਰਤ ਦੇ ਵਿੱਚ 14.22% ਆ। ਔਰ ਪੰਜਾਬ ਦੇ ਵਿੱਚ ਮੁਸਲਮਾਨ ਦੀ ਜਨਸੰਖਿਆ 5,35,499 ਆ, ਜੋ ਪੰਜਾਬ ਦੀ ਜਨਸੰਖਿਆ ਵਿੱਚ 1.93% ਬਣਦੀ ਹੈ। 1.93%, 93%। ਇਸ ਤਰ੍ਹਾਂ ਭਾਰਤ ਦੇ ਵਿੱਚ ਈਸਾਈਆਂ ਦੀ, ਕ੍ਰਿਸਚਨਾਂ ਦੀ ਜਨਸੰਖਿਆ ਹੈਗੀ ਆ 2 ਕਰੋੜ 78,19,588, ਜੋ ਕਿ 2.29% ਬਣਦੀ ਹੈ ਭਾਰਤ ਦੇ ਵਿੱਚ। ਔਰ ਪੰਜਾਬ ਦੇ ਵਿੱਚ ਕ੍ਰਿਸਚਨ ਦੀ ਜਨਸੰਖਿਆ 3,48,230 ਆ, ਜਿਹੜੀ ਕਿ 1.25% ਬਣਦੀ ਹੈ। ਇਸ ਤਰ੍ਹਾਂ ਭਾਰਤ ਦੇ ਵਿੱਚ ਸਿੱਖਾਂ ਦੀ ਜੋ ਜਨਸੰਖਿਆ ਉਹ 2 ਕਰੋੜ 8,33,116, ਜੋ ਕਿ 1.72% ਆ। ਔਰ ਪੰਜਾਬ ਦੇ ਵਿੱਚ ਸਿੱਖਾਂ ਦੀ ਜਨਸੰਖਿਆ 1 ਕਰੋੜ 60,04,754, ਜੋ ਕਿ 57.68% ਬਣਦੀ ਆ 2011 ਦੇ ਮੁਤਾਬਕ। ਹੁਣ ਗੱਲ ਕਰਦੇ ਹਾਂ ਬੁੱਧਿਸਟ ਜਨਸੰਖਿਆ ਭਾਰਤ ਦੇ ਵਿੱਚ ਕਿੰਨੀ ਆ? 84,42,972, ਜੋ ਕਿ ਸਿਰਫ 0.69% ਉਸ ਸਮੇਂ ਰਿਕਾਰਡ ਕੀਤੀ ਗਈ ਹੈ 2011 ਦੇ ਵਿੱਚ। ਔਰ ਪੰਜਾਬ ਦੇ ਵਿੱਚ ਬੁੱਧਿਸਟ ਜਨਸੰਖਿਆ 33,237, ਜੋ ਕਿ 0.11% ਬਣੀ ਗਈ ਹੈ। ਜੈਨੀਆਂ ਦੀ ਜਨਸੰਖਿਆ ਭਾਰਤ ਦੇਸ਼ ਦੇ ਵਿੱਚ 45,51,753, 0.36%। ਔਰ ਪੰਜਾਬ ਦੇ ਵਿੱਚ ਜੈਨੀ ਜਨਸੰਖਿਆ 45,040, 0.16%। ਇੱਦਾਂ ਹੀ ਹੋਰ ਧਰਮ ਜਿਹੜੇ ਆ ਉਹਨਾਂ ਦੀ ਭਾਰਤ ਦੇਸ਼ ਦੇ ਵਿੱਚ ਜਨਸੰਖਿਆ ਪਾਈ ਗਈ ਆ 79,37,734, 0.65%। ਔਰ ਪੰਜਾਬ ਦੇ ਵਿੱਚ ਅਦਰ ਧਰਮ ਦੀ ਜਨਸੰਖਿਆ 10,08,86, 0.3%। ਇਸ ਤਰ੍ਹਾਂ ਜਿਨ੍ਹਾਂ ਨੇ ਆਪਣਾ ਧਰਮ ਕੋਈ ਵੀ ਨਹੀਂ ਲਿਖਿਆ ਉਹਨਾਂ ਦੀ ਜਨਸੰਖਿਆ ਵੀ ਕੱਢੀ ਗਈ ਆ। ਇਹ ਬੰਦੇ ਭਾਰਤ ਦੇਸ਼ ਦੇ ਵਿੱਚ 28,67,303 ਹੋਏ ਆ, ਜਿਨ੍ਹਾਂ ਦੀ ਜਨਸੰਖਿਆ 0.23% ਹੋਈ ਆ। ਔਰ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਆਪਣਾ ਕੋਈ ਵੀ ਧਰਮ ਨਹੀਂ ਲਿਖਿਆ ਵੀ ਮੇਰਾ ਕੋਈ ਧਰਮ ਹੀ ਨਹੀਂ ਹੈ, ਉਹਨਾਂ ਦਾ ਜਨਸੰਖਿਆ 87,564, ਜੋ ਕਿ 0.31% ਬਣਦੀ ਆ। ਤਾਂ ਇਹ ਆ ਅੰਕੜੇ 2011 ਦੇ।
ਉਪਰੋਕਤ ਅੰਕੜਿਆਂ ਤੋਂ ਸਾਫ਼ ਹੈ ਕਿ ਜਨਗਣਨਾ ਵਿੱਚ ਧਰਮ ਆਧਾਰਿਤ ਗਿਣਤੀ ਕਰਨ ਦਾ ਢੰਗ ਬਹੁਤ ਹੀ ਸਰਲ ਹੈ ਅਤੇ ਕੋਈ ਵੀ ਸਧਾਰਨ ਬੁੱਧੀ ਵਾਲਾ ਵਿਅਕਤੀ ਇਸ ਨੂੰ ਸਮਝ ਸਕਦਾ ਹੈ। ਅਗਰ ਕਿਸੇ ਵੀ ਵਰਗ ਦਾ ਵਿਅਕਤੀ ਫਾਰਮ ਵਿੱਚ ਧਰਮ 6 ਦਰਜਾਂ ਧਰਮਾਂ ਤੋਂ ਇਲਾਵਾ ਆਪਣੇ ਧਰਮ ਲਿਖਵਾਵੇਗਾ ਤਾਂ ਉਸ ਨੂੰ ਹੋਰ ਧਰਮ ਵਿੱਚ ਲਿਖਿਆ ਜਾਵੇਗਾ ਅਤੇ ਪੂਰੇ ਭਾਰਤ ਅਤੇ ਪੰਜਾਬ ਵਿੱਚ 2011 ਦੀ ਜਨਗਣਨਾ ਵਿੱਚ ਹੋਰ ਧਰਮ ਲਿਖਵਾਉਣ ਵਾਲਿਆਂ ਦੀ ਗਿਣਤੀ ਉੱਪਰ ਤੁਸੀਂ ਦੇਖ ਚੁੱਕੇ ਹੋ। 2011 ਦੀ ਜਨਗਣਨਾ ਵਿੱਚ ਭਾਰਤ 'ਚ ਹੋਰ ਧਰਮਾਂ ਦੀ ਗਿਣਤੀ 83 ਸੀ ਅਤੇ ਇਹਨਾਂ 83 ਧਰਮਾਂ ਵਿੱਚੋਂ ਪੰਜਾਬ ਵਿੱਚ 20 ਧਰਮ ਦਰਜ ਹੋਏ ਸਨ। 2011 ਜਨਗਣਨਾ ਵਿੱਚ ਭਾਰਤ 'ਚ ਹੋਰ ਧਰਮਾਂ ਦੀ ਗਿਣਤੀ 83 ਸੀ ਅਤੇ ਇਹਨਾਂ 83 ਧਰਮਾਂ ਵਿੱਚੋਂ ਪੰਜਾਬ ਦੇ ਵਿੱਚ ਵੀ 20 ਧਰਮ ਦਰਜ ਕੀਤੇ ਗਏ ਆ, ਜਿਨ੍ਹਾਂ ਨੇ ਹੋਰ ਧਰਮ ਲਿਖਾਏ ਕੋਈ ਹੋਰ ਉਹ ਇੰਡੀਆ ਦੇ ਵਿੱਚ 83 ਤਰ੍ਹਾਂ ਦੇ ਧਰਮ ਗਿਣੇ ਗਏ ਆ, ਤਾਂ ਪੰਜਾਬ ਦੇ ਵਿੱਚ ਵੀ 20 ਧਰਮ ਉਹ ਗਿਣੇ ਗਏ ਆ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਆ: ਆਦਿਵਾਸੀ, ਆਦੀ, ਭੀਲ, ਬੌਰੀ, ਚੰਗਨਾਗਾ, ਦੋਨੀ, ਪੋਲੋ, ਸਿਦੋਨੀ ਪੋਲੋ, ਗੌਣ, ਗੌਂਡੀ, ਕਟਕਾਰੀ, ਪਰਦੀ, ਸਰਨਾ, ਕਬੀਲਾ ਧਰਮ, ਬੁੱਧਾਦਿਓ, ਏਸੀ, ਬਹਾਈਸ ਵੀ ਕਹਿੰਦੇ ਉਹਨੂੰ, ਯਹੂਦੀ, ਨਿਰੰਕਾਰੀ, ਪਾਰਸੀ, ਡੇਰਾ ਸਿਰਸਾ, ਵਿਦਿਨ ਅਤੇ ਨਾਸਤਿਕ ਧਰਮ। ਇਹ 20 ਧਰਮ ਪੰਜਾਬ ਵਿੱਚ ਹੋਰ ਧਰਮ ਲਿਖਵਾਉਣ ਵਾਲਿਆਂ ਦੀ ਵਿੱਚ ਨਿਰੰਕਾਰੀ ਧਰਮ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਪੰਜਾਬ ਵਿੱਚ ਜਿਨ੍ਹਾਂ ਨੇ ਹੋਰ ਧਰਮ ਲਿਖਾਏ ਆਪਣੇ, ਉਹਨਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਨਿਰੰਕਾਰੀ ਧਰਮ ਲਿਖਾਉਣ ਵਾਲਿਆਂ ਦੀ ਸੀ। ਤਾਂ ਸਭ ਤੋਂ ਜ਼ਿਆਦਾ ਗਿਣਤੀ ਉਹਨਾਂ ਦੀ ਕਿੰਨੀ ਹੋਈ? 1143। ਜਿਨ੍ਹਾਂ ਨੇ ਹੋਰ ਧਰਮ ਲਿਖਾਏ ਆ ਉਹਨਾਂ ਵਿੱਚ ਨਿਰੰਕਾਰੀ ਧਰਮ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ ਔਰ ਉਹ ਸੀ 1143, ਜਿਨ੍ਹਾਂ ਦੇ ਵਿੱਚ 571 ਪੁਰਸ਼ ਆ ਅਤੇ 572 ਮਹਿਲਾਵਾਂ ਆ। ਅਨੁਸੂਚਿਤ ਵਰਗ ਵੱਲੋਂ 3 ਧਰਮਾਂ ਤੋਂ ਇਲਾਵਾ ਆਪਣਾ ਕੋਈ ਹੋਰ ਧਰਮ ਲਿਖਵਾਉਣ ਦੇ ਫਾਇਦੇ ਜਾਂ ਨੁਕਸਾਨ। ਅਨੁਸੂਚਿਤ ਵਰਗ ਵੱਲੋਂ 3 ਧਰਮਾਂ ਤੋਂ ਇਲਾਵਾ ਜੇਕਰ ਆਪਣਾ ਕੋਈ ਹੋਰ ਧਰਮ ਲਿਖਾਇਆ ਜਾਂਦਾ ਉਹਦਾ ਕੀ ਫਾਇਦਾ ਹੁੰਦਾ ਜਾਂ ਕੀ ਨੁਕਸਾਨ ਹੁੰਦਾ, ਇਸ ਦੇ ਬਾਰੇ ਜਾਣਕਾਰੀ ਹੁਣ ਆਪਾਂ ਦੇਖਦੇ ਹਾਂ। ਅਨੁਸੂਚਿਤ ਜਾਤਾਂ ਦੇ ਇੱਕ ਵੱਡੇ ਵਰਗ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਮਨੋਵਾਦੀ ਲੋਕਾਂ ਨੇ ਇਸ ਵਰਗ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਿੰਨੇ ਵੱਡੇ ਪੱਧਰ ਉੱਪਰ ਵਿਉਂਤਬੰਦੀ ਕੀਤੀ ਹੋਈ ਹੈ। ਜਨਗਣਨਾ 2011 ਵਿੱਚ ਪੰਜਾਬ ਦੇ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਸੰਵਿਧਾਨ ਅਤੇ ਜਨਗਣਨਾ ਦੇ ਪਾਬੰਦਾਂ ਅਨੁਸਾਰ ਜੋ 3 ਧਰਮ ਦੱਸੇ ਗਏ ਆ ਉਹਨਾਂ ਤੋਂ ਹਟ ਕੇ ਆਪਣਾ ਅਲੱਗ ਧਰਮ ਲਿਖਵਾਉਣ ਲਈ ਕਿਹਾ ਗਿਆ ਸੀ ਅਤੇ ਇਸ ਵਾਰ ਵੀ ਇਹ ਕੁਝ ਕਰਨ ਨੂੰ ਕਿਹਾ ਜਾ ਰਿਹਾ ਹੈ। ਇਸ ਲਈ ਇਹ ਕੀਤਾ ਜਾ ਰਿਹਾ ਹੈ ਕਿਉਂਕਿ ਮਨੋਵਾਦੀ ਲੋਕਾਂ ਨੂੰ ਪਤਾ ਹੈ ਕਿ ਅਨੁਸੂਚਿਤ ਜਾਤਾਂ ਦੇ ਲੋਕ ਅਗਰ ਆਪਣੀ ਗਿਣਤੀ ਹੋਰ ਧਰਮਾਂ ਜਾਂ ਉਕਤ 3 ਧਰਮਾਂ ਤੋਂ ਅਲੱਗ ਲਿਖਵਾਉਣਗੇ ਤਦ ਹੀ ਤਕਨੀਕੀ ਦਾਅ ਪੇਚਾਂ ਵਿੱਚ ਫਸਣ ਕਰਕੇ ਅਨੁਸੂਚਿਤ ਜਾਤਾਂ ਦੇ ਲੋਕਾਂ ਦੀ ਗਿਣਤੀ ਘੱਟ ਦਰਜ ਹੋਵੇਗੀ। ਜੇ ਕੋਈ ਹੋਰ ਧਰਮ ਲਿਖਾਉਣਗੇ ਤਦ ਹੀ ਉਹਨਾਂ ਦੀ ਜਿਹੜੀ ਗਿਣਤੀ ਹੈ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਿਣਤੀ ਘੱਟ ਦਰਜ ਹੋਵੇਗੀ ਅਤੇ ਇਹਨਾਂ ਨੂੰ ਸੰਵਿਧਾਨ ਅਨੁਸਾਰ ਮਿਲ ਰਹੀਆਂ ਸੁਵਿਧਾਵਾਂ, ਰਾਖਵੀਆਂ ਸੀਟਾਂ, ਨੌਕਰੀਆਂ ਤੋਂ ਵਾਂਝਿਆ ਕੀਤਾ ਜਾ ਸਕਦਾ ਹੈ। ਸੰਵਿਧਾਨ ਦੇ ਅਨੁਸਾਰ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਉੱਥੋਂ ਸਰਕਾਰਾਂ ਸਾਨੂੰ ਵਾਂਝੇ ਕਰ ਸਕਦੀਆਂ ਜੇਕਰ ਸਾਡੇ ਲੋਕ ਸ਼ਡਿਊਲ ਕਾਸਟ ਦੇ ਲੋਕ ਆਪਣਾ 3 ਧਰਮਾਂ ਤੋਂ ਇਲਾਵਾ ਕੋਈ ਹੋਰ ਧਰਮ ਲਿਖਾਉਂਦੇ ਆ ਤੇ ਉਹਨਾਂ ਦੀ ਗਿਣਤੀ ਅਨੁਸੂਚਿਤ ਜਾਤੀ ਵਿੱਚੋਂ ਕੱਢਦੀ ਜਾਂਦੀ ਆ। ਅਨੁਸੂਚਿਤ ਜਾਤਾਂ ਦੇ ਲੋਕ ਇਸ ਕਰਕੇ ਵੀ ਨਿਸ਼ਾਨੇ ਉੱਪਰ ਹਨ ਕਿਉਂਕਿ ਹਰ 10 ਸਾਲ ਬਾਅਦ ਕੀਤੀ ਜਾ ਰਹੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਇਸ ਵਰਗ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਗਿਣਤੀ ਵਧੀ ਜਾ ਰਹੀ ਹੈ ਅਤੇ ਸੰਵਿਧਾਨਕ ਪਾਬੰਦਾਂ ਹੋਣ ਕਰਕੇ ਇਹਨਾਂ ਦੀ ਗਿਣਤੀ ਮੁਤਾਬਕ ਲੋਕ ਸਭਾ, ਵਿਧਾਨ ਸਭਾਵਾਂ ਅਤੇ ਪੰਚਾਇਤਾਂ ਵਗੈਰਾ ਵਿੱਚ ਇਹਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣੀਆਂ ਹਨ। ਸੰਵਿਧਾਨ ਦੇ ਅਨੁਛੇਦ 330 ਦੇ ਅਨੁਸਾਰ ਹਰ ਸੂਬੇ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਲੋਕ ਸਭਾ ਵਿੱਚ ਰਾਖਵੀਆਂ ਕੁੱਲ ਸੀਟਾਂ ਵਿੱਚੋਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਲਈ ਉਸ ਰਾਜ ਦੀ ਕੁੱਲ ਆਬਾਦੀ ਵਿੱਚੋਂ ਇਹਨਾਂ ਵਰਗਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਸੀਟਾਂ ਰਾਖਵੀਆਂ ਹੋਣਗੀਆਂ। ਇਸੇ ਪ੍ਰਕਾਰ ਅਨੁਛੇਦ 332 ਦੇ ਅਨੁਸਾਰ ਹਰ ਸੂਬੇ, ਕੇਂਦਰ ਸ਼ਾਸਿਤ ਰਾਜ ਦੀ ਵਿਧਾਨ ਸਭਾ ਵਿੱਚ ਉਸ ਸੂਬੇ ਦੀ ਕੁੱਲ ਆਬਾਦੀ ਵਿੱਚੋਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਲਈ ਇਹਨਾਂ ਦੀ ਆਬਾਦੀ ਦੇ ਅਨੁਪਾਤ ਵਿੱਚੋਂ ਕੁੱਲ ਸੀਟਾਂ ਵਿੱਚੋਂ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਸੰਵਿਧਾਨ ਦੇ ਅਨੁਛੇਦ 330 ਵਿੱਚ ਦਰਜ ਵਿਆਖਿਆ ਅਨੁਸਾਰ ਅਨੁਛੇਦ 330 ਅਤੇ 332 ਵਿੱਚ ਦਰਜ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਆਬਾਦੀ ਉਹ ਸਮਝੀ ਜਾਵੇਗੀ ਜੋ ਅਖੀਰਲੀ ਜਨਗਣਨਾ ਦੇ ਅੰਕੜਿਆਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੋਵੇ। ਸੰਵਿਧਾਨ ਦੇ ਅਨੁਛੇਦ 330 ਵਿੱਚ ਦਰਜ ਵਿਆਖਿਆ ਅਨੁਸਾਰ ਅਨੁਛੇਦ 330 ਅਤੇ 332 ਵਿੱਚ ਦਰਜ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਆਬਾਦੀ ਉਹ ਸਮਝੀ ਜਾਵੇਗੀ
ਜੋ ਅਖੀਰਲੀ ਜਨਗਣਨਾ ਦੇ ਅੰਕੜਿਆਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੋਵੇ। ਭਾਵ ਕਿ ਅਨੁਸੂਚਿਤ ਜਾਤਾਂ ਸ਼ਡਿਊਲ ਕਾਸਟ ਅਤੇ ਅਨੁਸੂਚਿਤ ਜਨਜਾਤਾਂ ਸ਼ਡਿਊਲ ਟ੍ਰਾਈਬ ਦੀ ਜਿੰਨੀ ਗਿਣਤੀ ਆਖਰਲੀ ਜਨਗਣਨਾ ਵਿੱਚ ਦਰਜ ਹੋਵੇਗੀ, ਉਸੇ ਅਨੁਪਾਤ ਵਿੱਚ ਇਹਨਾਂ ਲਈ ਲੋਕ ਸਭਾ, ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਦੀ ਵਿਧਾਨ ਸਭਾਵਾਂ ਵਿੱਚ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਹੁਣ ਆਪਾਂ ਦੇਖਦੇ ਹਾਂ ਪੰਚਾਇਤ ਦੇ ਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨ ਬਣਾਉਣ ਵਿੱਚ ਜਨਗਣਨਾ ਕਿੱਦਾਂ ਸਹਾਈ ਹੁੰਦੀ ਆ, ਜਨਗਣਨਾ ਦੇ ਅੰਕੜੇ ਕਿੱਦਾਂ ਸਹਾਈ ਹੁੰਦੇ ਆ, ਇਸ ਦੇ ਸੰਬੰਧੀ ਜਾਣਕਾਰੀ ਲੈਂਦੇ ਹਾਂ। ਪੰਜਾਬ ਅੰਦਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 11 ਅਨੁਸਾਰ ਗ੍ਰਾਮ ਸਭਾ ਦੀ ਕੁੱਲ ਗਿਣਤੀ ਵਿੱਚੋਂ ਅਨੁਸੂਚਿਤ ਜਾਤਾਂ ਵਰਗ ਦੀ ਗਿਣਤੀ ਦੇ ਅਨੁਪਾਤ ਵਿੱਚ ਇਸ ਵਰਗ ਲਈ ਗ੍ਰਾਮ ਪੰਚਾਇਤ ਵਿੱਚ ਪੰਚਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਇਸੇ ਤਰ੍ਹਾਂ ਧਾਰਾ 12 ਦੇ ਅਨੁਸਾਰ ਜ਼ਿਲ੍ਹੇ ਦੀ ਕੁੱਲ ਗਿਣਤੀ ਵਿੱਚੋਂ ਅਨੁਸੂਚਿਤ ਜਾਤਾਂ ਵਰਗ ਦੀ ਗਿਣਤੀ ਦੇ ਅਨੁਪਾਤ ਵਿੱਚ ਇਸ ਵਰਗ ਲਈ ਉਸ ਜ਼ਿਲ੍ਹੇ ਵਿਚਲੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਦੀਆਂ ਕੁੱਲ ਸੀਟਾਂ ਵਿੱਚੋਂ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਜਿੰਨੀਆਂ ਵੀ ਸੀਟਾਂ ਹੋਈਆਂ ਉਹਨਾਂ ਜਨਸੰਖਿਆ ਦੇ ਮੁਤਾਬਕ ਉਹਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ ਸਰਪੰਚਾਂ ਲਈ। ਇਸੇ ਪ੍ਰਕਾਰ ਇਸ ਐਕਟ ਦੀ ਧਾਰਾ 102 ਦੇ ਅਨੁਸਾਰ ਹਰ ਬਲਾਕ ਸੰਮਤੀ ਅਤੇ ਧਾਰਾ 165 ਅਨੁਸਾਰ ਹਰ ਜ਼ਿਲ੍ਹਾ ਪਰਿਸ਼ਦ ਦੇ ਖੇਤਰ ਦੀ ਕੁੱਲ ਗਿਣਤੀ ਵਿੱਚੋਂ ਅਨੁਸੂਚਿਤ ਜਾਤਾਂ ਵਰਗ ਦੀ ਗਿਣਤੀ ਦੇ ਅਨੁਪਾਤ ਵਿੱਚ ਕ੍ਰਮਵਾਰ ਹਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦਾਂ ਵਿੱਚ ਇਹਨਾਂ ਵਰਗਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ, ਲਾਜ਼ਮੀ ਆ। ਇਸੇ ਐਕਟ ਦੀ ਧਾਰਾ 106 ਮੁਤਾਬਕ ਜ਼ਿਲ੍ਹੇ ਵਿੱਚ ਅਨੁਸੂਚਿਤ ਜਾਤਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਜ਼ਿਲ੍ਹੇ ਦੀਆਂ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀਆਂ ਸੀਟਾਂ ਇਸ ਵਰਗ ਲਈ ਰਾਖਵੀਆਂ ਹਨ। ਅਤੇ ਧਾਰਾ 169 ਅਨੁਸਾਰ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀਆਂ ਕੁੱਲ ਸੀਟਾਂ ਵਿੱਚੋਂ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਇਸ ਵਰਗ ਲਈ ਸੀਟਾਂ ਰਾਖਵੀਆਂ ਹੋਣਗੀਆਂ। ਸੰਵਿਧਾਨ ਦੇ ਅਨੁਛੇਦ 243D ਦੇ ਮੁਤਾਬਕ ਪੂਰੇ ਭਾਰਤ ਵਿੱਚ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਲਈ ਪੰਚਾਇਤਾਂ ਦੇ ਪੰਚਾਂ ਤੋਂ ਲੈ ਕੇ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਤੱਕ ਇਹਨਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਰਾਖਵਾ ਕਰਨ ਦੇ ਉਪਬੰਧ ਹਨ। ਸੰਵਿਧਾਨ ਦੇ ਅਨੁਛੇਦ 243D ਦੇ ਮੁਤਾਬਕ ਜਿਨ੍ਹਾਂ ਦੇ ਅਨੁਸਰਣ ਪੰਜਾਬ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਮਾਧਿਅਮ ਤੋਂ ਕੀਤਾ ਜਾਂਦਾ ਹੈ ਅਤੇ ਭਾਰਤ ਦੇ ਬਾਕੀ ਰਾਜਾਂ ਅਤੇ ਕੇਂਦਰੀ ਸ਼ਾਸਿਤ ਰਾਜਾਂ ਵਿੱਚ ਵੀ ਇਸ ਤਰ੍ਹਾਂ ਦੇ ਉਪਬੰਧ ਹਨ। ਅਨੁਸੂਚਿਤ ਜਾਤਾਂ ਦੀ ਆਬਾਦੀ ਦਾ ਅਨੁਪਾਤ ਅਖੀਰਲੀ ਜਨਗਣਨਾ ਵਿੱਚ ਦਰਜ ਹੋਈ ਇਹਨਾਂ ਵਰਗਾਂ ਦੀ ਗਿਣਤੀ ਤੋਂ ਲਿਆ ਜਾਂਦਾ ਹੈ। ਇਸ ਉੱਪਰ ਅਨੁਛੇਦ 330 ਅਤੇ 332 ਦੀ ਤਰ੍ਹਾਂ ਕੋਈ ਸੰਵਿਧਾਨਕ ਪਾਬੰਦੀ ਨਹੀਂ ਹੈ। ਅਨੁਸੂਚਿਤ ਜਾਤਾਂ ਦੀ ਆਬਾਦੀ ਦਾ ਅਨੁਪਾਤ ਅਖੀਰਲੀ ਜਨਗਣਨਾ ਵਿੱਚ ਦਰਜ ਹੋਈ ਇਹਨਾਂ ਵਰਗਾਂ ਦੀ ਗਿਣਤੀ ਤੋਂ ਲਿਆ ਜਾਂਦਾ ਹੈ। ਇਸ ਉੱਪਰ ਅਨੁਛੇਦ 330 ਅਤੇ 332 ਤਰ੍ਹਾਂ ਕੋਈ ਵੀ ਸੰਵਿਧਾਨਕ ਪਾਬੰਦੀ ਨਹੀਂ ਹੈ। ਹੁਣ ਅਸੀਂ ਦੇਖਦੇ ਹਾਂ ਜਨਗਣਨਾ ਦੌਰਾਨ ਅਨੁਸੂਚਿਤ ਜਾਤਾਂ ਦੇ ਲੋਕਾਂ ਵੱਲੋਂ ਖਾਸ ਧਿਆਨ ਦੇਣ ਦੀ ਜ਼ਰੂਰਤ ਕਿਉਂ ਆ। ਜਿਹੜੇ ਸ਼ਡਿਊਲ ਕਾਸਟ ਆ ਉਹਨਾਂ ਨੂੰ ਜਨਗਣਨਾ ਦੇ ਵਿੱਚ ਖਾਸ ਧਿਆਨ ਦੇਣ ਦੀ ਜ਼ਰੂਰਤ ਕਿਉਂ ਆ, ਇਸ ਦੇ ਬਾਰੇ ਜਾਣਦੇ ਹਾਂ। ਭਾਰਤ ਦੇ ਸੰਵਿਧਾਨ ਮੁਤਾਬਕ ਸਿਰਫ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤਾਂ ਅਤੇ ਹੋਰ ਪਛੜੇ ਵਰਗਾਂ ਲਈ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ, ਪਰ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਸਿਰਫ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਲਈ ਇਹਨਾਂ ਵਰਗਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ। ਇੱਥੇ ਇਹ ਜਾਣਨਾ ਮਹੱਤਵਪੂਰਨ ਹੈ ਕਿ ਹੋਰ ਪਛੜੀਆਂ ਜਾਤਾਂ ਦੀ ਗਿਣਤੀ ਸਿਰਫ 1931 ਦੀ ਜਨਗਣਨਾ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਹੀ ਕਰਵਾਈ ਗਈ ਸੀ। ਇੱਥੇ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਜਿਹੜੀਆਂ ਹੋਰ ਪਛੜੀਆਂ ਜਾਤਾਂ OBC ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਗਿਣਤੀ ਸਿਰਫ 1931 ਦੀ ਜਨਗਣਨਾ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਹੀ ਕਰਵਾਈ ਗਈ ਸੀ। ਉਸ ਤੋਂ ਬਾਅਦ ਅੱਜ ਤੱਕ 2021 ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਵਰਗ ਦੀ ਗਿਣਤੀ ਨਹੀਂ ਕਰਵਾਈ ਗਈ। ਜਨਗਣਨਾ 2021 ਵਿੱਚ ਹੋਰ ਪਛੜੀਆਂ ਜਾਤਾਂ ਦੀ ਗਿਣਤੀ ਕਰਨ ਸੰਬੰਧੀ ਭਾਵੇਂ ਕਿ NDA ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਨੇ ਵਾਅਦਾ ਕੀਤਾ ਸੀ, ਪਰ ਹੁਣ NDA ਸਰਕਾਰ ਇਸ ਤੋਂ ਮੁੱਕਰਦੀ ਜਾ ਰਹੀ ਹੈ। ਸੋ ਇਸ ਲਈ ਹੋਰ ਪਛੜੀਆਂ ਜਾਤਾਂ ਦੀ ਗਿਣਤੀ, OBC ਦੀ ਗਿਣਤੀ ਇਸ ਜਨਗਣਨਾ ਵਿੱਚ ਹੋਣ ਦੀ ਆਸ ਬਹੁਤ ਘੱਟ ਹੈ। ਅਤੇ ਜੇਕਰ ਸਰਕਾਰ ਇਸ ਵਰਗ ਦੀ ਗਿਣਤੀ ਕਰਦੀ ਵੀ ਹੈ ਤਾਂ ਉਹਨਾਂ ਦੇ ਧਰਮ ਸੰਬੰਧੀ ਸਰਕਾਰ ਕੀ ਫਾਰਮੂਲਾ ਬਣਾਉਂਦੀ ਹੈ, ਇਹ ਸਵਾਲ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।
ਜਨਗਣਨਾ ਵਿੱਚ OBC ਦੀ ਗਿਣਤੀ ਕੀਤੀ ਵੀ ਜਾਂਦੀ ਆ ਤੇ ਉਹਨਾਂ ਧਰਮ ਕਿਹੜਾ ਲਿਖਿਆ ਜਾਣਾ, ਇਸ ਦੇ ਬਾਰੇ ਵੀ ਸਾਨੂੰ ਸੋਚਣਾ ਪੈਣਾ ਆ, ਇਸ 'ਤੇ ਵਿਚਾਰ ਕਰਨਾ ਪੈਣਾ। ਜਿਵੇਂ ਉੱਪਰ ਲਿਖਿਆ ਹੈ ਕਿ ਅਨੁਸੂਚਿਤ ਜਨਜਾਤਾਂ ST ਦੇ ਲੋਕਾਂ ਵੱਲੋਂ ਕੋਈ ਵੀ ਧਰਮ ਰਖਾਉਣ ਨਾਲ ਉਹਨਾਂ ਦੀ ਗਿਣਤੀ ਜਾਂ ਉਹਨਾਂ ਦੇ ਰਕਬਾ ਕਰਨ ਉੱਪਰ ਕੋਈ ਅਸਰ ਨਹੀਂ ਪੈਂਦਾ ਅਤੇ ਹੋਰ ਪਛੜੀਆਂ ਜਾਤਾਂ ਦੇ ਲੋਕਾਂ ਦੇ ਧਰਮ ਅਤੇ ਗਿਣਤੀ ਬਾਰੇ ਕੋਈ ਪਾਬੰਦ ਸੰਵਿਧਾਨ ਜਾਂ ਜਨਗਣਨਾ ਵਿੱਚ ਨਾ ਹੋਣ ਦੇ ਕਰਕੇ ਇਸ ਉੱਪਰ ਕੋਈ ਟਿੱਪਣੀ ਕਰਨਾ ਅਰਥਹੀਣ ਹੋਵੇਗਾ। ਸੋ ਹੁਣ ਸਿਰਫ ਅਨੁਸੂਚਿਤ ਜਾਤਾਂ ਦੇ ਧਰਮ ਅਤੇ ਗਿਣਤੀ ਦੇ ਸੰਬੰਧ ਵਿੱਚ ਸੰਵਿਧਾਨਿਕ ਅਤੇ ਜਨਗਣਨਾ ਉਪਬੰਧਾਂ ਨੂੰ ਜਾਣਨਾ ਅਤੇ ਉਹਨਾਂ ਦੀ ਪਾਲਣਾ ਕਰਨੀ ਇਸ ਵਰਗ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ, ਤਾਂ ਜੋ ਇਸ ਵਰਗ ਦੇ ਲੋਕ ਜਨਗਣਨਾ ਵਿੱਚ ਕੋਈ ਅਜਿਹੀ ਗਲਤੀ ਨਾ ਕਰਨ ਜਿਸ ਦਾ ਖਾਮਿਆਜ਼ਾ ਇਸ ਵਰਗ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇ। ਇਸ ਵਰਗ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ਕਿ ਉਹ ਇਸ ਵਾਰ ਜਨਗਣਨਾ ਦੇ ਵਿੱਚ ਕੋਈ ਵੀ ਅਜਿਹੀ ਗਲਤੀ ਨਾ ਕਰਨ ਜਿਸ ਦਾ ਖਾਮਿਆਜ਼ਾ ਉਹਨਾਂ ਦੇ ਵਰਗ ਨੂੰ ਅਤੇ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਵੇ, ਭਾਵ ਕਿ ਉਹ ਆਪਣਾ ਧਰਮ ਹਿੰਦੂ ਸਿੱਖ ਜਾਂ ਬੌਧਿਸਟ ਵਿੱਚ ਉਹੀ ਲਿਖਾਉਣ, ਅਦਰ ਰਿਲੀਜਨ ਵਿੱਚ ਆਪਣਾ ਧਰਮ ਐਂਟਰ ਨਾ ਕਰਨ, ਉਹਨਾਂ ਦੀ ਗਿਣਤੀ ਸ਼ਡਿਊਲ ਕਾਸਟ ਦੇ ਵਿੱਚੋਂ ਘਟ ਜਾਵੇਗੀ ਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਅਨੁਸੂਚਿਤ ਜਾਤਾਂ ਦੇ ਜਿਹੜੇ ਲੋਕ ਆਪਣਾ ਧਰਮ ਸੰਵਿਧਾਨ ਅਨੁਸੂਚਿਤ ਜਾਤਾਂ ਆਰਡਰ ਮੁਤਾਬਕ ਨਹੀਂ ਲਿਖਵਾਉਣਗੇ ਤਾਂ ਸਰਕਾਰੀ ਨੌਕਰੀ ਲੈਣ ਵੇਲੇ ਜੇਕਰ ਉਹ ਅਨੁਸੂਚਿਤ ਜਾਤ ਦਾ ਲਾਭ ਲੈਣਾ ਚਾਹੁੰਦੇ ਹੋਣ, ਭਾਵ ਰਖਵਾਕਰਨ ਦਾ ਫਾਇਦਾ ਲੈਣਾ ਚਾਹੁੰਦੇ ਹੋਣ, ਸਰਕਾਰ ਉਹਨਾਂ ਨੂੰ ਅਨੁਸੂਚਿਤ ਜਾਤ ਦਾ ਵਿਅਕਤੀ ਨਾ ਮੰਨੇ। ਜਿਨ੍ਹਾਂ ਨੇ ਆਪਣਾ ਧਰਮ ਜਿਹੜਾ ਆ ਉਹ ਉਹਨਾਂ ਤਿੰਨਾਂ ਧਰਮਾਂ ਵਿੱਚ ਨਹੀਂ ਲਿਖਾਇਆ, ਤਾਂ ਜਦੋਂ ਉਹ ਉਸ ਦਾ ਰਖਵਾਕਰਨ ਦਾ ਸ਼ਡਿਊਲ ਕਾਸਟ ਦੇ ਲਈ ਫਾਇਦਾ ਲੈਣਾ ਚਾਹਣ ਤਾਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਉਹਨਾਂ ਨੂੰ ਉਹਦਾ ਸ਼ਡਿਊਲ ਕਾਸਟ ਵਿਅਕਤੀ ਮੰਨੇ ਨਾ। ਅਜਿਹਾ ਇਸ ਲਈ ਵੀ ਸੰਭਵ ਹੈ ਕਿਉਂਕਿ ਆਧਾਰ ਕਾਰਡ ਹੁਣ ਭਾਰਤ ਵਿੱਚ ਹਰ ਥਾਂ ਵਰਤਿਆ ਜਾਂਦਾ ਹੈ ਅਤੇ ਇਸ ਕੰਮ ਲਈ ਇਹ ਮਨੁਵਾਦੀ ਸਰਕਾਰਾਂ ਲਈ ਸਹਾਇਕ ਸਿੱਧ ਹੋ ਸਕਦਾ ਹੈ। ਤਾਂ ਆਧਾਰ ਕਾਰਡ ਦੇ ਨਾਲ ਅਟੈਚ ਹੋ ਜਾਵੇਗਾ, ਤੁਹਾਡੇ ਆਧਾਰ ਕਾਰਡ ਦੇ ਨਾਲ ਅਟੈਚ ਹੋ ਜਾਵੇਗਾ ਕਿ ਇਹ ਬੰਦਾ, ਇਹ ਇਨਸਾਨ ਸ਼ਡਿਊਲ ਕਾਸਟ ਦਾ ਵਿਅਕਤੀ ਨਹੀਂ ਹੈ। ਸੰਵਿਧਾਨ ਅਨੁਸਾਰ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੇ ਲੋਕਾਂ ਦੇ ਸੰਬੰਧ ਵਿੱਚ ਜਨਗਣਨਾ ਦੀ ਕੀ ਭੂਮਿਕਾ ਹੈ, ਇਸ ਦੇ ਬਾਰੇ ਜਾਣਦੇ ਹਾਂ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 82 ਅਤੇ 170 ਅਨੁਸਾਰ ਹਰ ਜਨਗਣਨਾ ਤੋਂ ਬਾਅਦ ਕ੍ਰਮਵਾਰ ਲੋਕ ਸਭਾ ਅਤੇ ਰਾਜਾਂ, ਕੇਂਦਰੀ ਸ਼ਾਸਿਤ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਸੀਟਾਂ ਵਿੱਚ ਫੇਰਬਦਲ ਕੀਤੇ ਜਾਣ ਬਾਰੇ ਲਿਖਿਆ ਹੈ ਅਤੇ ਅਨੁਛੇਦ 330 ਅਤੇ ਅਨੁਛੇਦ 332 ਅਨੁਸਾਰ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਗਿਣਤੀ ਮੁਤਾਬਕ ਫੇਰਬਦਲ ਕਰਨ ਬਾਰੇ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ। ਸੰਸਦ ਨੇ ਅਨੁਛੇਦ 82 ਅਨੁਸਾਰ ਇਹ ਕੰਮ ਕਾਨੂੰਨ ਬਣਾ ਕੇ ਕਰਨਾ ਸੀ। ਸੰਸਦ ਨੇ ਅਨੁਛੇਦ 82 ਦੇ ਅਨੁਸਾਰ ਇਹ ਕੰਮ ਕਾਨੂੰਨ ਬਣਾ ਕੇ ਕਰਨਾ ਸੀ ਅਤੇ ਇਸ ਕਾਨੂੰਨ ਨੂੰ ਡਿਲੀਮਿਟੇਸ਼ਨ ਐਕਟ ਕਿਹਾ ਜਾਂਦਾ ਹੈ ਅਤੇ ਇਹ 2011 ਦੀ ਜਨਗਣਨਾ ਤੱਕ 7 ਵਾਰ ਕੀਤਾ ਜਾਣਾ ਸੀ, ਪਰ ਕੇਂਦਰ ਵਿੱਚ ਰਹੀਆਂ ਮਨੁਵਾਦੀ ਸਰਕਾਰਾਂ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੇ ਵਿਰੋਧੀ ਹੋਣ ਕਰਕੇ ਇਹ ਸਿਰਫ 4 ਵਾਰ ਬਣਾਇਆ ਗਿਆ ਹੈ। ਕੇਂਦਰ ਸਰਕਾਰ ਨੇ 1951 ਤੋਂ 1971 ਦੀ ਜਨਗਣਨਾ ਤੱਕ ਤਾਂ ਡਿਲੀਮਿਟੇਸ਼ਨ ਐਕਟ ਬਣਾ ਕੇ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਵਿੱਚ ਫੇਰਬਦਲ ਕੀਤਾ। 1951 ਤੋਂ 1971 ਦੀ ਜਨਗਣਨਾ ਤੱਕ ਤਾਂ ਡਿਲੀਮਿਟੇਸ਼ਨ ਐਕਟ ਬਣਾ ਕੇ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਵਿੱਚ ਫੇਰਬਦਲ ਕੀਤਾ ਅਤੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਇਹਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ। ਪਰ 1976 ਵਿੱਚ ਲਿਆਂਦੀ 42ਵੀਂ ਸੰਵਿਧਾਨਿਕ ਸੋਧ ਜ਼ਰੀਏ ਇਸ ਪ੍ਰਕਰਨ ਨੂੰ 2001 ਤੱਕ ਲਈ ਟਾਲ ਦਿੱਤਾ ਗਿਆ ਅਤੇ ਇਸ ਨੂੰ ਸੰਵਿਧਾਨਕ ਪਾਬੰਦੀ ਦਾ ਨਾਮ ਦਿੱਤਾ ਗਿਆ। ਉਕਤ ਪਾਬੰਦੀਆਂ ਦੇ ਚੱਲਦਿਆਂ ਪਹਿਲਾਂ ਇਸ ਨੂੰ 2001, ਹੁਣ ਇਸ ਨੂੰ 2026 ਤੋਂ ਬਾਅਦ ਹੋਣ ਵਾਲੀ ਜਨਗਣਨਾ ਭਾਵ 2031 ਤੱਕ ਟਾਲਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਗਿਣਤੀ ਵਿੱਚ ਚਾਹੇ ਜਿੰਨੀ ਮਰਜ਼ੀ ਵਾਧਾ ਜਨਗਣਨਾ ਵਿੱਚ ਦਰਜ ਹੋ ਜਾਵੇ, ਪਰ ਉਹਨਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ ਦੀ ਸਮੀਖਿਆ 2031 ਦੀ ਜਨਗਣਨਾ ਦੇ ਅੰਕੜੇ ਆਉਣ ਤੋਂ ਬਾਅਦ ਵਿੱਚ ਹੀ ਕੀਤੀ ਜਾਵੇਗੀ। ਅਜਿਹਾ ਕਰਨ ਦਾ ਇੱਕ ਵੱਡਾ ਕਾਰਨ ਹੈ ਕਿ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੀ ਗਿਣਤੀ ਵਿੱਚ ਵਾਧਾ ਅਤੇ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਦਾ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਵਧਣਾ। ਅਜਿਹਾ ਕਰਨ ਦਾ ਇੱਕ ਵੱਡਾ ਕਾਰਨ ਹੈ ਅਨੁਸੂਚਿਤ ਜਾਤਾਂ ਦੀ ਅਤੇ ਜਨਜਾਤਾਂ ਦੀ ਗਿਣਤੀ ਵਿੱਚ ਵਾਧਾ ਅਤੇ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਦਾ ਲੋਕ ਸਭਾ ਅਤੇ ਰਾਜ ਸਭਾ ਵਿਧਾਨ ਸਭਾ ਵਿੱਚ ਵਧਣਾ। ਆਖਰੀ ਦੋ ਡਿਲੀਮਿਟੇਸ਼ਨ ਐਕਟ ਲਾਗੂ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਅੰਕੜੇ ਜੋ ਹੇਠਾਂ ਦਿੱਤੇ ਹਨ, ਨੀਚੇ ਟੇਬਲ ਦਿੱਤੇ ਆ, ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਮਨੂਵਾਦੀ ਸਰਕਾਰਾਂ ਦੀ ਨੀਅਤ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਪ੍ਰਤੀ
ਨੇਕ ਨਹੀਂ ਆ ਅਤੇ ਉਹ ਇਹਨਾਂ ਵਰਗਾਂ ਵਿੱਚ ਭੁਲੇਖੇ ਪੈਦਾ ਕਰਕੇ ਇਹਨਾਂ ਵਰਗਾਂ ਦੁਆਰਾ ਪ੍ਰਾਪਤ ਕੀਤੇ ਅਧਿਕਾਰਾਂ ਤੋਂ ਇਹਨਾਂ ਨੂੰ ਵਾਂਝੇ ਕਰਨਾ ਚਾਹੁੰਦੀ ਹੈ। ਹੁਣ ਦੇਖਦੇ ਹਾਂ ਟੇਬਲ। ਭਾਗ ਊੜਾ, ਜਨਗਣਨਾ ਤੋਂ ਬਾਅਦ ਨਵੇਂ ਡਿਲੀਮੀਟੇਸ਼ਨ ਆਰਡਰ ਦੇ ਲਾਗੂ ਹੋਣ ਤੋਂ ਪਹਿਲਾਂ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਸੀਟਾਂ ਸੰਬੰਧੀ ਅੰਕੜੇ। ਡਿਲੀਮੀਟੇਸ਼ਨ ਆਰਡਰ ਦੇ ਲਾਗੂ ਹੋਣ ਤੋਂ ਪਹਿਲਾਂ ਜੋ ਗ੍ਰਾਫ ਸੀ ਉਹ ਦੇਖਦੇ ਹਾਂ। ਜਨਗਣਨਾ ਦਾ ਸਾਲ 1971 ਪਹਿਲਾ ਕਾਲਮ, ਦੂਸਰਾ ਹੈ 2001। ਲੋਕ ਸਭਾ ਦੀਆਂ ਕੁੱਲ ਸੀਟਾਂ 1971 ਤੋਂ ਪਹਿਲਾਂ ਡਿਲੀਮੀਟੇਸ਼ਨ ਐਕਟ ਤੋਂ ਪਹਿਲਾਂ 522 ਸੀ ਔਰ 2001 ਤੋਂ ਡਿਲੀਮੀਟੇਸ਼ਨ ਐਕਟ ਆਰਡਰ ਤੋਂ 500 ਪਹਿਲਾਂ ਉਸ ਤੋਂ ਪਹਿਲਾਂ 543 ਸੀ। ਲੋਕ ਸਭਾ ਵਿੱਚ ਅਨੁਸੂਚਿਤ ਜਾਤਾਂ ਲਈ ਸੀਟਾਂ 1971 ਤੋਂ ਪਹਿਲਾਂ ਡਿਲੀਮੀਟੇਸ਼ਨ ਆਰਡਰ ਤੋਂ ਪਹਿਲਾਂ 77 ਸੀ ਔਰ 2001 ਤੋਂ ਪਹਿਲਾਂ 79 ਸੀ। ਲੋਕ ਸਭਾ ਵਿੱਚ ਅਨੁਸੂਚਿਤ ਜਨਜਾਤਾਂ ਲਈ ਸੀਟਾਂ 41, 2001 ਵਿੱਚ ਵੀ 41। ਭਾਰਤ ਅੰਦਰ ਕੁੱਲ MLA ਦੀਆਂ ਸੀਟਾਂ, ਭਾਰਤ ਅੰਦਰ ਕੁੱਲ MLA ਸੀਟਾਂ ਕਿੰਨੀਆਂ? 3771 1971 ਦੇ ਵਿੱਚ ਔਰ 2001 ਦੇ ਵਿੱਚ 4109। ਭਾਰਤ ਅਨੁਸੂਚਿਤ ਜਾਤੀ ਲਈ MLA ਦੀਆਂ ਰਾਖਵੀਆਂ ਸੀਟਾਂ ਹੁਣ ਭਾਰਤ ਵਿੱਚ MLA 'ਚ ਰਾਖਵੀਆਂ ਸੀਟਾਂ ਕਿੰਨੀਆਂ ਰੱਖੀਆਂ ਗਈਆਂ ਸੀ? 1971 ਦੇ ਵਿੱਚ 516 ਔਰ 2001 ਦੇ ਵਿੱਚ 570। ਭਾਰਤ 'ਚ ਅਨੁਸੂਚਿਤ ਜਨਜਾਤੀ ਲਈ MLA ਦੀਆਂ ਸੀਟਾਂ ਜਨਜਾਤੀ ਲਈ 317, ਉਹਨਾਂ ਲਈ 532। 2001 ਦੇ ਵਿੱਚ 532, 1971 ਦੇ ਵਿੱਚ 317। ਪੰਜਾਬ ਦੀਆਂ ਕੁੱਲ ਲੋਕ ਸਭਾ ਦੀਆਂ ਸੀਟਾਂ, ਹੁਣ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਪੰਜਾਬ ਦੇ ਵਿੱਚ? 1971 ਵਿੱਚ ਵੀ 13 ਸੀ ਔਰ 2001 ਤੋਂ ਪਹਿਲਾਂ ਵੀ 13 ਸੀ। ਪੰਜਾਬ ਅੰਦਰ ਅਨੁਸੂਚਿਤ ਜਾਤੀ ਲਈ ਲੋਕ ਸਭਾ ਲਈ ਰਾਖਵੀਆਂ ਸੀਟਾਂ, ਹੁਣ ਲੋਕ ਸਭਾ ਵਿੱਚ ਰਾਖਵੀਆਂ ਸੀਟਾਂ ਕਿੰਨੀਆਂ ਸੀ? ਸ਼ਡਿਊਲ ਕਾਸਟ ਲਈ 3, 2001 ਵਿੱਚ ਵੀ 3। ਪੰਜਾਬ ਅੰਦਰ ਵਿਧਾਨ ਸਭਾ ਲਈ ਕੁੱਲ ਸੀਟਾਂ, ਪੰਜਾਬ ਅੰਦਰ ਵਿਧਾਨ ਸਭਾ ਲਈ ਕੁੱਲ ਸੀਟਾਂ ਕਿੰਨੀਆਂ ਸੀ? 104 ਔਰ 2001 ਤੋਂ ਪਹਿਲਾਂ 2001 'ਚ 117। 1971 'ਚ ਸੀ 104 ਔਰ 2001 ਦੇ ਵਿੱਚ 117। ਪੰਜਾਬ ਅੰਦਰ ਅਨੁਸੂਚਿਤ ਜਾਤਾਂ ਲਈ ਵਿਧਾਨ ਸਭਾ ਵਿੱਚ ਰਾਖਵੀਆਂ ਸੀਟਾਂ, ਹੁਣ MLA ਸੀਟਾਂ ਕਿੰਨੀਆਂ ਸੀ? 23 1971 ਤੱਕ ਔਰ 2001 ਤੱਕ 29 ਹੋ ਗਈ। ਹੁਣ ਅਸੀਂ ਦੇਖਦੇ ਹਾਂ ਭਾਗ ਊੜਾ ਦੇ ਵਿੱਚ ਜਨਗਣਨਾ ਤੋਂ ਬਾਅਦ ਨਵੇਂ ਡਿਲੀਮੀਟੇਸ਼ਨ ਆਰਡਰ ਦੇ ਲਾਗੂ ਹੋਣ ਤੋਂ ਬਾਅਦ ਲੋਕ ਸਭਾ ਤੇ ਰਾਜ ਵਿਧਾਨ ਸਭਾ ਵਿੱਚ ਸੀਟਾਂ ਸੰਬੰਧੀ ਆંકੜੇ। ਹੁਣ ਜਦੋਂ ਆਰਡਰ ਲਾਗੂ ਹੋ ਗਿਆ ਤਾਂ ਅੰਕੜੇ ਬਦਲੇ। ਕੀ ਅੰਕੜੇ ਹੋਏ ਚੈੱਕ ਕਰੋ। ਜਨਗਣਨਾ ਦਾ ਸਾਲ ਜਿਸ ਤੇ ਬਾਅਦ ਫੇਰ ਬਦਲ ਕੀਤਾ ਗਿਆ, ਜਦੋਂ ਫਿਰ ਉਹੀ 1971 2001 ਜਿਹੜਾ ਪਹਿਲਾ ਟੇਬਲ ਦੇਖਿਆ ਉਹ ਸੀ ਜਦੋਂ ਆਰਡਰ ਲਾਗੂ ਨਹੀਂ ਹੋਇਆ ਸੀ, ਤੇ ਇਹ ਆਰਡਰ ਲਾਗੂ ਹੋਣ ਤੋਂ ਬਾਅਦ ਲੋਕ ਸਭਾ ਦੀਆਂ ਕੁੱਲ ਸੀਟਾਂ 542 ਹੋ ਗਈਆਂ ਔਰ 2001 ਦੇ ਵਿੱਚ ਆਰਡਰ ਤੋਂ ਬਾਅਦ 543। ਲੋਕ ਸਭਾ ਵਿੱਚ ਅਨੁਸੂਚਿਤ ਜਾਤਾਂ ਲਈ ਸੀਟਾਂ 78 ਹੋ ਗਈਆਂ, 1 ਸੀਟ ਦਾ ਫਾਇਦਾ ਹੋ ਗਿਆ ਔਰ 2001 ਤੋਂ ਬਾਅਦ 84 ਹੋ ਗਈਆਂ, 5 ਸੀਟਾਂ ਦਾ ਫਾਇਦਾ ਹੋ ਗਿਆ। ਲੋਕ ਸਭਾ ਵਿੱਚ ਅਨੁਸੂਚਿਤ ਜਨਜਾਤਾਂ ਲਈ ਸੀਟਾਂ 38 ਰਹਿ ਗਈਆਂ, 3 ਸੀਟਾਂ ਦਾ ਨੁਕਸਾਨ ਹੋ ਗਿਆ ਔਰ ਇੱਧਰ 2001 ਤੋਂ ਬਾਅਦ 47 ਹੋ ਗਈਆਂ, 6 ਸੀਟਾਂ ਦਾ ਲਾਭ ਹੋ ਗਿਆ ਆਰਡਰ ਲਾਗੂ ਹੋਣ ਤੋਂ ਬਾਅਦ। ਹੁਣ ਭਾਰਤ ਅੰਦਰ ਕੁੱਲ MLA ਦੀ ਸੀਟਾਂ ਇਹ ਵੀ ਵਧ ਗਈਆਂ, 3997 ਹੋ ਗਈਆਂ ਔਰ 4120 ਹੋ ਗਈਆਂ। ਭਾਰਤ ਦੇ ਚ ਅਨੁਸੂਚਿਤ ਜਾਤੀ ਦੇ ਲਈ MLA ਦੀਆਂ ਸੀਟਾਂ ਹੁਣ ਕਿੰਨੀਆਂ ਹੋਈਆਂ? 540 ਹੋ ਗਈਆਂ, 24 ਸੀਟਾਂ ਦਾ ਫਾਇਦਾ ਹੋ ਗਿਆ ਆਰਡਰ ਲਾਗੂ ਹੋਣ ਤੋਂ ਬਾਅਦ ਔਰ 2001 ਦੇ ਵਿੱਚ ਕਿੰਨੀਆਂ ਹੋ ਗਈਆਂ? 614। ਇੱਥੇ 44 ਸੀਟਾਂ ਦਾ ਫਾਇਦਾ ਹੋਇਆ ਆਰਕਸ਼ਿਤ ਸੀਟਾਂ ਦਾ, ਰਾਖਵੀਆਂ ਸੀਟਾਂ ਦਾ। ਭਾਰਤ 'ਚ ਅਨੁਸੂਚਿਤ ਜਨਜਾਤੀ ਲਈ MLA ਦੀਆਂ ਸੀਟਾਂ ਰਾਖਵੀਆਂ, ਇਹ 'ਚ 35 ਸੀਟਾਂ ਦਾ ਨੁਕਸਾਨ ਹੋ ਗਿਆ, 282 ਰਹਿ ਗਈਆਂ। 200 ਇਹ 1971 ਤੋਂ ਬਾਅਦ ਡਿਲੀਮੀਟੇਸ਼ਨ ਆਰਡਰ ਤੇ। ਤੇ 2001 ਤੋਂ ਬਾਅਦ ਕੀ ਹੋਇਆ? 554, ਇਹਦੇ ਵਿੱਚ 22 ਸੀਟਾਂ ਦਾ ਫਾਇਦਾ ਹੋਇਆ। ਹੁਣ ਲੋਕ ਸਭਾ ਸੀਟਾਂ ਪੰਜਾਬ ਦੇ ਵਿੱਚ 13, ਉਦੋਂ ਵੀ 13 ਸੀ, ਉਦੋਂ ਵੀ 13 ਹੀ। ਪੰਜਾਬ 'ਚ ਅਨੁਸੂਚਿਤ ਜਾਤਾਂ ਲਈ ਲੋਕ ਸਭਾ ਵਿੱਚ ਰਾਖਵੀਆਂ ਸੀਟਾਂ 1971 ਤੋਂ ਜਿਹੜਾ ਡਿਲੀਮੀਟੇਸ਼ਨ ਆਰਡਰ ਲਾਗੂ ਹੋਇਆ 3 ਔਰ 2001 ਤੋਂ ਬਾਅਦ ਜਿਹੜਾ ਹੋਇਆ ਉਹਦੇ ਵਿੱਚ 4, 1 ਸੀਟ ਦਾ ਲਾਭ ਹੋ ਗਿਆ। ਪੰਜਾਬ ਅੰਦਰ ਵਿਧਾਨ ਸਭਾ ਲਈ ਕੁੱਲ ਸੀਟਾਂ ਕਿੰਨੀਆਂ ਹੋ ਗਈਆਂ? 117 ਹੋ ਗਈਆਂ, ਉਹ ਵੀ 117। ਪੰਜਾਬ ਦੇ ਅਨੁਸੂਚਿਤ ਜਾਤਾਂ ਲਈ ਵਿਧਾਨ ਸਭਾ 'ਚ ਰਾਖਵੀਆਂ ਸੀਟਾਂ ਹੁਣ ਕਿੰਨੀਆਂ? 29, 6 ਸੀਟਾਂ ਦਾ ਫਾਇਦਾ ਹੋ ਗਿਆ 1971 ਦੀ ਡਿਲੀਮੀਟੇਸ਼ਨ ਆਰਡਰ ਤੋਂ ਬਾਅਦ ਔਰ 2001 ਦੇ ਡਿਲੀਮੀਟੇਸ਼ਨ ਆਰਡਰ ਤੋਂ ਬਾਅਦ 34 ਹੋ ਗਈਆਂ, 5 ਸੀਟਾਂ ਦਾ ਫਾਇਦਾ ਹੋ ਗਿਆ। ਜਨਗਣਨਾ ਸੰਬੰਧੀ ਜੋ ਡਿਲੀਮੀਟੇਸ਼ਨ ਆਰਡਰ ਲਾਗੂ ਹੋਇਆ ਉਹਦੇ ਵਿੱਚ 5 ਸੀਟਾਂ ਸਾਡੀਆਂ ਵੱਧ ਗਈਆਂ। ਇਸੇ ਕਰਕੇ ਜਿਹੜੀ ਜਨਗਣਨਾ ਇਹ ਡਿਲੀਮੀਟੇਸ਼ਨ ਆਰਡਰ ਜਿਹੜਾ ਅਗਲਾ ਲਾਗੂ ਨਹੀਂ ਹੋ ਰਿਹਾ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਨੋਟ ਕੀ ਆ।
ਭਾਗੂੜਾ ਦੇ ਖਾਨਾ ਨੰਬਰ 2 ਵਿੱਚ ਦਰਸਾਏ ਅੰਕੜੇ 1/1/1974 ਤੱਕ ਚੱਲ ਰਹੀ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੇ ਹਨ। ਇਸ ਪ੍ਰਕਾਰ ਭਾਗੂੜਾ ਦੇ ਖਾਨਾ ਨੰਬਰ 3 ਵਿੱਚ ਦਰਸਾਏ ਅੰਕੜੇ 1976 ਦੇ ਡਿਲੀਮੀਟੇਸ਼ਨ ਆਰਡਰ ਦੇ ਮੁਤਾਬਕ 2004 ਚ ਬਣੀ ਲੋਕ ਸਭਾ ਅਤੇ ਸਮੇਂ-ਸਮੇਂ ਤੇ ਸੋਧ ਹੋਏ ਇਸ ਆਰਡਰ ਮੁਤਾਬਕ ਬਣੀਆਂ ਰਾਜ ਵਿਧਾਨ ਸਭਾਵਾਂ ਦੇ ਹਨ। ਅਤੇ ਭਾਗੜਾ ਦੇ ਵਿੱਚ ਦੇ ਖਾਨਾ ਨੰਬਰ 2 ਵਿੱਚ ਦਰਸਾਏ ਅੰਕੜੇ 1971 ਵਿੱਚ ਹੋਈ ਜਨਗਣਨਾ ਦੇ ਅੰਕੜੇ ਆਉਣ ਤੋਂ ਬਾਅਦ ਬਣੇ ਨਵੇਂ ਡਿਲੀਮੀਟੇਸ਼ਨ ਐਕਟ ਅਤੇ ਉਸਦੇ ਆਰਡਰ 1976 ਦੇ ਲਾਗੂ ਹੋਣ ਦੇ ਬਾਅਦ ਦੇ ਅਨੁਸਾਰ ਹਨ। ਇਸੇ ਪ੍ਰਕਾਰ ਖਾਨਾ ਨੰਬਰ 3 ਵਿੱਚ ਦਰਸਾਏ ਅੰਕੜੇ 2001 ਵਿੱਚ ਹੋਈ ਜਨਗਣਨਾ ਦੇ ਅੰਕੜੇ ਆਉਣ ਤੋਂ ਬਾਅਦ ਬਣੇ ਨਵੇਂ ਡਿਲੀਮੀਟੇਸ਼ਨ ਐਕਟ ਅਤੇ ਉਸਦੇ ਆਰਡਰ 2008 ਦੇ ਲਾਗੂ ਹੋਣ ਦੇ ਬਾਅਦ ਵਾਲੇ ਹਨ। ਹੁਣ ਅੱਗੇ ਦੇਖਦੇ ਹਾਂ। ਵੱਖ-ਵੱਖ ਸਮੇਂ ਹੋਈ ਜਨਗਣਨਾ ਸੰਬੰਧੀ ਅੰਕੜੇ ਆਉਣ ਉਪਰੰਤ SC ST ਵਰਗ ਨੂੰ ਹੋਏ ਫਾਇਦੇ ਜਾਂ ਨੁਕਸਾਨ। ਉਪਰੋਕਤ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸਮੇਂ-ਸਮੇਂ ਦੀ ਹੋਈ ਜਨਗਣਨਾ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਗਿਣਤੀ ਵਧਣ ਕਰਕੇ ਇਹਨਾਂ ਵਰਗਾਂ ਨੂੰ ਕਿੰਨਾ ਫਾਇਦਾ ਹੋਇਆ ਹੈ ਆਪਾਂ ਦੇਖ ਸਕੇ ਹਾਂ, ਅਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਇਹਨਾਂ ਵਰਗਾਂ ਦੇ ਮੈਂਬਰਾਂ ਦੀ ਗਿਣਤੀ ਵਧੀ ਹੈ। ਇਹ ਵੀ ਸੰਭਵ ਹੈ ਕਿ ਜੇਕਰ ਅਨੁਸੂਚਿਤ ਜਾਤਾਂ ਦੀ ਗਿਣਤੀ ਘਟਦੀ ਹੈ ਤਾਂ ਸਰਕਾਰ ਪਹਿਲਾਂ ਹੀ ਸੰਵਿਧਾਨ ਵਿੱਚ ਸੋਧ ਕਰਕੇ ਇਹਨਾਂ ਦੀ ਗਿਣਤੀ ਮੁਤਾਬਕ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਇਹਨਾਂ ਦੀ ਸੀਟਾਂ ਘਟਾ ਦੇਵੇ ਅਤੇ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਮਿਲ ਰਹੇ ਪ੍ਰਤੀਨਿਧਤਵ ਨੂੰ ਇਹ ਕਹਿ ਕੇ ਬੰਦ ਕਰ ਦੇਵੇ ਕਿ ਇਹਨਾਂ ਵਰਗਾਂ ਦੀ ਗਿਣਤੀ ਮੁਤਾਬਕ ਇਹਨਾਂ ਦੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਪੂਰੀ ਪ੍ਰਤੀਨਿਧਤਾ ਹੈ ਜਾਂ ਉਸ ਤੋਂ ਵੱਧ ਹੈ। ਜੇ ਗਿਣਤੀ ਘਟਦੀ ਤਾਂ ਸਰਕਾਰ ਸਾਡੇ ਸ਼ਾਇਦ ਬੰਦ ਕਰ ਦਿੰਦੀ ਆਰਕਸ਼ਣ ਕਿ ਇਹਨਾਂ ਦੇ ਕੋਲ ਤਾਂ ਪਹਿਲਾਂ ਹੀ ਵੱਧ ਹੈ। ਜਿਵੇਂ ਜੁਲਾਈ 2019 ਦੇ ਵਿੱਚ ਸੰਸਦ ਵਿੱਚ ਕੇਂਦਰ ਸਰਕਾਰ ਦੇ ਮੰਤਰੀ ਜਤਿੰਦਰ ਸਿੰਘ ਨੇ ਇਹ ਕਿਹਾ ਹੈ ਕਿ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੇ ਲੋਕਾਂ ਦੀ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ ਗਿਣਤੀ ਇਹਨਾਂ ਦੀ ਗਿਣਤੀ ਦੇ ਅਨੁਪਾਤ ਤੋਂ ਵੱਧ ਹੈ। 2019 ਵਿੱਚ ਕੇਂਦਰ ਸਰਕਾਰ ਦੇ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਸੀ ਕਿ ਇਹਨਾਂ ਦੀ ਗਿਣਤੀ ਪਹਿਲਾਂ ਹੀ ਵੱਧ ਹੈ। ਇਸ ਵੇਲੇ ਧਰਮ ਨਾਲ ਸੰਬੰਧਿਤ ਮਸਲੇ ਨੂੰ ਲੈ ਕੇ ਇੱਥੇ ਪੰਜਾਬ ਦੇ ਉਚੇਚੇ ਤੌਰ ਤੇ ਜ਼ਿਕਰ ਕਰਨਾ ਬਣਦਾ ਹੈ, ਜਿੱਥੇ ਅਨੁਸੂਚਿਤ ਜਾਤਾਂ ਦਾ ਮਨੋਵਾਦੀ ਸਰਕਾਰਾਂ ਵੇਲੇ ਕੌੜੀ ਰਾਜਨੀਤੀ ਤਹਿਤ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਰਾਸ਼ਟਰੀ ਅਤੇ ਪੰਜਾਬ ਅਨੁਸੂਚਿਤ ਜਾਤਾਂ ਕਮਿਸ਼ਨ ਅਨੁਸੂਚਿਤ ਜਾਤਾਂ ਦੇ ਸੰਸਦ ਅਤੇ ਵਿਧਾਨ ਸਭਾ ਮੈਂਬਰ ਚੁੱਪਚਾਪ ਬੈਠ ਕੇ ਸਮਾਜ ਵਿਰੋਧੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹਨ ਜਾਂ ਹਿੱਸਾ ਬਣੇ ਹੋਏ ਹਨ। ਘੱਟੋ ਘੱਟ ਜਿਨ੍ਹਾਂ ਨੂੰ ਜਨਗਣਨਾ ਦੇ ਆਧਾਰ ਤੇ ਵਧੀਆ ਸੀਟਾਂ ਤੋਂ ਜਿੱਤ ਕੇ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਜਾਣ ਦਾ ਮੌਕਾ ਮਿਲਿਆ ਹੈ, ਉਹਨਾਂ ਨੂੰ ਅਨੁਸੂਚਿਤ ਜਾਤਾਂ ਵਰਗ ਨੂੰ ਜਨਗਣਨਾ ਦੇ ਆਧਾਰ ਉੱਪਰ ਹੋ ਰਹੇ ਫਾਇਦੇ ਅਤੇ ਜਨਗਣਨਾ ਵਿੱਚ ਕੀਤੀ ਗਲਤੀ ਦੇ ਸਿੱਟਿਆਂ ਬਾਰੇ ਇਸ ਵਰਗ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਪਰ ਉਹਨਾਂ ਦੀ ਨਾ ਸਮਝੀ ਜਾਂ ਫਿਰ ਇਸ ਵਰਗ ਦੇ ਵਿਰੋਧੀਆਂ ਦਾ ਸਹਿਯੋਗੀ ਹੋਣ ਦਾ ਹੁੰਗਾਰਾ ਭਰ ਰਹੀ ਹੈ। ਜਨਗਣਨਾ ਦੇ ਅੰਕੜੇ ਦੇ ਫਾਇਦੇ ਦੀ ਉਦਾਹਰਨ 1971 ਵਿੱਚ ਹੋਈ ਜਨਗਣਨਾ ਤੋਂ ਲੈਂਦੇ ਹਾਂ ਕਿ ਕਿਸ ਤਰ੍ਹਾਂ ਇਸ ਵਰਗ ਨੂੰ ਜਨਗਣਨਾ ਵਿੱਚ ਵਧੀ ਗਿਣਤੀ ਦਾ ਫਾਇਦਾ ਹੋਇਆ ਹੈ। 1 ਜਨਵਰੀ 1974 ਤੱਕ ਪੰਜਾਬ ਵਿਧਾਨ ਸਭਾ ਦੀਆਂ ਕੁੱਲ ਸੀਟਾਂ 104 ਸਨ, ਜਿਨ੍ਹਾਂ ਵਿੱਚੋਂ 23 ਸੀਟਾਂ ਅਨੁਸੂਚਿਤ ਜਾਤਾਂ ਲਈ ਰਾਖਵੀਆਂ ਸਨ ਅਤੇ 1971 ਦੀ ਜਨਗਣਨਾ ਦੇ ਅੰਕੜੇ ਆਉਣ ਤੋਂ ਬਾਅਦ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ ਵੱਧ ਕੇ 117 ਹੋ ਗਈ ਅਤੇ ਅਨੁਸੂਚਿਤ ਜਾਤਾਂ ਦੇ ਵਰਗ ਦੀਆਂ ਸੀਟਾਂ ਦੀ ਗਿਣਤੀ 23 ਤੋਂ ਵੱਧ ਕੇ 29 ਹੋ ਗਈ। ਭਾਵ ਵਧੀਆਂ ਹੋਈਆਂ 13 ਸੀਟਾਂ ਵਿੱਚੋਂ 6 ਸੀਟਾਂ ਜੋ ਲਗਭਗ ਅੱਧੀਆਂ ਬਣਦੀਆਂ ਹਨ 23 ਤੋਂ ਵੱਧ ਕੇ 29 ਹੋ ਗਈਆਂ। ਭਾਵ ਵਧੀਆਂ ਹੋਈਆਂ 13 ਸੀਟਾਂ ਵਿੱਚੋਂ 6 ਸੀਟਾਂ ਜੋ ਲਗਭਗ ਅੱਧੀਆਂ ਬਣਦੀਆਂ ਇਸ ਵਰਗ ਨੂੰ ਮਿਲੀਆਂ। ਇਸ ਪ੍ਰਕਾਰ 2001 ਦੀ ਜਨਗਣਨਾ ਦੇ ਆਧਾਰ ਤੇ ਪੰਜਾਬ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤਾਂ ਲਈ ਕੁੱਲ 117 ਸੀਟਾਂ ਵਿੱਚੋਂ 29 ਤੋਂ ਵੱਧ ਕੇ 34 ਸੀਟਾਂ ਹੋ ਗਈਆਂ ਅਤੇ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿੱਚੋਂ 3 ਤੋਂ ਵੱਧ ਕੇ 4 ਸੀਟਾਂ ਹੋ ਗਈਆਂ। ਅਨੁਸੂਚਿਤ ਜਾਤਾਂ ਦੇ ਲੋਕਾਂ ਵੱਲੋਂ ਤਕਨੀਕੀ ਹੋਂਦਾਂ ਮੁਤਾਬਕ ਜਨਗਣਨਾ ਕਰਵਾਉਣ ਦੇ ਫਾਇਦੇ, ਜੇਕਰ ਇਸ ਤਰੀਕੇ ਨਾਲ ਕਰਾਉਂਦੇ ਆ ਤੇ ਇਹਨਾਂ ਦੇ ਕੀ ਫਾਇਦੇ ਆ। ਇਸ ਲਿਖਤ ਦਾ ਮਕਸਦ ਕਿਸੇ ਵਿਅਕਤੀ ਨੂੰ ਕੋਈ ਖਾਸ ਧਰਮ ਨੂੰ ਮੰਨਣ ਜਾਂ ਜਨਗਣਨਾ ਵਿੱਚ ਲਿਖਵਾਉਣ ਦਾ ਨਹੀਂ ਹੈ। ਇਸ ਲਿਖਤ ਦਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਮਨੂਵਾਦੀ ਲੋਕ ਅਨੁਸੂਚਿਤ ਜਾਤਾਂ ਦੇ ਲੋਕਾਂ ਦਾ ਤਕਨੀਕੀ ਦਾਅ ਪੇਸ਼ ਕਰਕੇ ਕੋਈ ਨੁਕਸਾਨ ਨਾ ਕਰ ਸਕਣ। ਜੇਕਰ ਅਨੁਸੂਚਿਤ ਜਾਤਾਂ ਦੇ ਲੋਕ ਆਪਣੀ ਅਸਲ ਆਬਾਦੀ ਦੀ ਗਿਣਤੀ ਜਨਗਣਨਾ ਵਿੱਚ ਕਰਵਾ ਲੈਣ ਤਾਂ ਸੰਵਿਧਾਨਿਕ ਉਪਬੰਧਾਂ ਮੁਤਾਬਕ ਸ਼ਾਇਦ ਲੋਕ ਸਭਾ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਵਰਗ ਦੇ ਮੈਂਬਰਾਂ ਦੀ ਗਿਣਤੀ ਵਧਣ ਕਰਕੇ ਇਸ ਵਰਗ ਦੇ ਮੈਂਬਰ ਕੇਂਦਰ ਦੀ ਸਰਕਾਰ ਉੱਪਰ ਦਬਾਅ ਬਣਾਉਣ ਵਿੱਚ ਕਾਮਯਾਬ ਹੋ ਜਾਣ ਅਤੇ ਇਸ ਸਮਾਜ ਦੇ ਵਿਰੁੱਧ ਲਏ ਜਾ ਰਹੇ ਫੈਸਲਿਆਂ ਨੂੰ ਠੱਲ ਪਾ ਸਕਣ। ਅਤੇ ਇਹ ਵੀ ਹੋ ਸਕਦਾ ਹੈ ਕਿ ਕਈ ਰਾਜਾਂ ਵਿੱਚ ਅਨੁਸੂਚਿਤ ਜਾਤਾਂ ਦੇ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ ਲੋੜੀਂਦੇ ਬਹੁਮਤ ਤੋਂ ਵੱਧ ਹੋਵੇ, ਜਿਵੇਂ ਸੰਵਿਧਾਨ 'ਚ ਖਾਸ ਉਪਬੰਧ ਅਤੇ 2004 ਦੇ ਡਿਲੀਮੀਟੇਸ਼ਨ ਆਰਡਰ ਲਾਗੂ ਹੋਣ ਤੋਂ ਬਾਅਦ ਅਨੁਸੂਚਿਤ ਜਨਜਾਤਾਂ ST ਦੀ ਹੇਠ ਲਿਖੇ ਅਨੁਸਾਰ ਪਹਿਲੇ 4 ਰਾਜਾਂ ਵਿੱਚ ਹੈ ST ਦੀ ਗਿਣਤੀ। ਇਹ ਆਪਾਂ ਦੇਖਦੇ ਹਾਂ
ਪਹਿਲਾ ਹੈ ਕਾਲਮ ਰਾਜ ਦਾ, ਦੂਜਾ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਕਿੰਨੀਆਂ ਉੱਥੇ ਰਾਜ ਦੇ ਵਿੱਚ, ਔਰ ਤੀਸਰਾ ਹੈ ਵਿਧਾਨ ਸਭਾ ਵਿੱਚ ਅਨੁਸੂਚਿਤ ਜਨਜਾਤਾਂ ਲਈ ਰਾਖਵੀਆਂ ਸੀਟਾਂ ਕਿੰਨੀਆਂ ਆ। ਸ਼ਡਿਊਲਡ ਟ੍ਰਾਈਬ ਲਈ ਰਾਖਵੀਆਂ ਸੀਟਾਂ ਕਿੰਨੀਆਂ ਆ ਇਹਨਾਂ 4 ਰਾਜਾਂ ਦੇ ਵਿੱਚ। ਰਾਜ ਕਿਹੜੇ ਆ? ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਔਰ ਤ੍ਰਿਪੁਰਾ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਕੁੱਲ 60 ਸੀਟਾਂ ਆ, ਔਰ ਜਿਨ੍ਹਾਂ ਦੇ ਵਿੱਚੋਂ 59 ਸੀਟਾਂ ਰਾਖਵੀਆਂ ਆ ਸ਼ਡਿਊਲਡ ਟ੍ਰਾਈਬ ਲਈ, ਅਨੁਸੂਚਿਤ ਜਨਜਾਤੀ ਦੇ ਲਈ। 59 ਸੀਟਾਂ 60 ਚੋਂ। ਮੇਘਾਲਿਆ ਦੇ ਵਿੱਚ ਟੋਟਲ 60 ਸੀਟਾਂ ਆ, ਉਹਨਾਂ ਦੇ ਵਿੱਚੋਂ 55 ਸੀਟਾਂ ਰਾਖਵੀਆਂ ਆ ਅਨੁਸੂਚਿਤ ਜਨਜਾਤੀ ਦੇ ਲਈ। ਮਿਜ਼ੋਰਮ ਦੇ ਵਿੱਚ 40 ਸੀਟਾਂ ਵਿਧਾਨ ਸਭਾ ਦੀਆਂ ਕੁੱਲ ਆ, ਉਹਦੇ ਵਿੱਚੋਂ 39 ਸੀਟਾਂ ਰਾਖਵੀਆਂ ਸ਼ਡਿਊਲਡ ਟ੍ਰਾਈਬ ਲਈ। ਨਾਗਾਲੈਂਡ ਦੇ ਵਿੱਚ 60 ਸੀਟਾਂ ਆ ਵਿਧਾਨ ਸਭਾ ਦੀਆਂ, ਉਹਦੇ ਵਿੱਚੋਂ 59 ਸੀਟਾਂ ਜਿਹੜੀਆਂ ਆ ਉਹ ਵਿਧਾਨ ਸਭਾ ਵਿੱਚ ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਰੱਖੀਆਂ ਗਈਆਂ ਆ। ਔਰ ਤ੍ਰਿਪੁਰਾ ਦੇ ਵਿੱਚ 60 ਆ, ਉਹਦੇ ਵਿੱਚੋਂ 30 ਸੀਟਾਂ ਜਿਹੜੀਆਂ ਰਾਖਵੀਆਂ ਆ ਅਨੁਸੂਚਿਤ ਜਾਤਾਂ ਲਈ, ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਲਈ। ਇਹ 30 ਸੀਟਾਂ ਦੋਨਾਂ ਲਈ ਆ। ਸੋ ਐਸਟੀ ਦੀ ਗਿਣਤੀ ਦੇ ਮੁਤਾਬਕ ਕਿੰਨੀਆਂ ਕਿੰਨੀਆਂ ਸੀਟਾਂ ਉਹਨਾਂ ਨੂੰ ਰਾਖਵੀਆਂ ਦਿੱਤੀਆਂ ਜਾ ਰਹੀਆਂ, ਇਹਦਾ ਜਨਗਣਨਾ ਤੇ ਆਪਾਂ ਨੂੰ ਪਤਾ ਲੱਗ ਸਕਦਾ। ਅੱਗੇ ਦੇਖਦੇ ਹਾਂ ਕਿ 42 ਜਦੋਂ ਸੰਵਿਧਾਨਿਕ ਸੋਧ ਹੋਈ 42ਵੀਂ, ਉਹਦੇ ਵਿੱਚ ਕੀ ਨੁਕਸਾਨ ਹੋਇਆ। 42ਵੀਂ ਸੰਵਿਧਾਨਿਕ ਸੋਧ ਦਾ SC/ST ਵਰਗ ਨੂੰ ਨੁਕਸਾਨ। ਸੰਸਦ ਦੁਆਰਾ ਲਾਗੂ ਕੀਤੀ 42ਵੀਂ ਸੰਵਿਧਾਨਕ ਸੋਧ ਦਾ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਕਿਉਂਕਿ ਅਨੁਸੂਚਿਤ ਜਨਜਾਤਾਂ ਦੇ ਲੋਕ ਨਹੀਂ ਹਨ, ਪੰਜਾਬ ਦੇ ਵਿੱਚ ਅਨੁਸੂਚਿਤ ਜਾਤਾਂ ਕੋਈ ਲੋਕ ਨਹੀਂ ਹੈ, ਇਸ ਲਈ ਅਨੁਸੂਚਿਤ ਜਾਤਾਂ ਵਰਗ ਦੇ ਹੋ ਰਹੇ ਨੁਕਸਾਨ ਨੂੰ ਅਸੀਂ ਹੇਠ ਲਿਖੇ ਅੰਕੜਿਆਂ ਤੋਂ ਸਮਝ ਸਕਦੇ ਹਾਂ। ਪਹਿਲਾ ਕਾਲਮ ਜਨਗਣਨਾ ਦਾ ਸਾਲ, ਉਸ ਤੋਂ ਬਾਅਦ ਦੂਸਰਾ ਕਾਲਮ 1981 ਜਨਗਣਨਾ, 1991 ਜਨਗਣਨਾ, 2001 ਦੀ ਜਨਗਣਨਾ ਔਰ 2011 ਦੀ ਜਨਗਣਨਾ। ਸੋ ਪਹਿਲਾਂ ਅਸੀਂ ਦੇਖਦੇ ਹਾਂ ਪੰਜਾਬ ਦੀ ਕੁੱਲ ਗਿਣਤੀ ਕਿੰਨੀ ਸੀ ਇਹਨਾਂ ਵਿੱਚ। 1981 ਦੇ ਵਿੱਚ ਪੰਜਾਬ ਦੀ ਗਿਣਤੀ ਜਿਹੜੀ ਸੀ ਉਹ ਸੀ 1,67,83,915। 1991 ਦੇ ਵਿੱਚ 10 ਸਾਲ ਬਾਅਦ ਗਿਣਤੀ ਜਿਹੜੀ ਆ ਪੰਜਾਬ ਦੀ ਉਹ 2,02,81,969 ਹੋ ਗਈ। 2001 ਦੇ ਵਿੱਚ 2,43,58,999 ਹੋ ਗਈ ਔਰ 2011 ਦੇ ਵਿੱਚ 2,77,43,338 ਹੋ ਗਈ। ਮਤਲਬ ਇਹ ਗਿਣਤੀ ਇਹਨਾਂ 4 ਜਨਗਣਨਾ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਵਿੱਚ ਦਰਜ ਹੈ। ਹੁਣ ਦੇਖਦੇ ਹਾਂ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੀ ਗਿਣਤੀ। ਅਨੁਸੂਚਿਤ ਜਾਤਾਂ ਦੀ ਗਿਣਤੀ ਕਿੰਨੀ ਹੈ? 45,11,703। 1981 ਦੇ ਵਿੱਚ ਸੀ। 1991 ਦੇ ਵਿੱਚ 57,42,528। 2001 ਦੇ ਵਿੱਚ 70,28,723। 2011 ਦੇ ਵਿੱਚ 88,60,179 ਅਨੁਸੂਚਿਤ ਜਾਤਾਂ ਦੀ ਗਿਣਤੀ। ਪੰਜਾਬ ਵਿੱਚ ਅਨੁਸੂਚਿਤ ਜਨਜਾਤਾਂ ਦੀ ਆਬਾਦੀ, ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੀ ਆਬਾਦੀ ਪ੍ਰਤੀਸ਼ਤ ਵਿੱਚ, ਹੁਣ ਪ੍ਰਤੀਸ਼ਤ ਵਿੱਚ ਦੇਖਦੇ ਹਾਂ 26.88 1981 ਸੀ, 1991 ਵਿੱਚ 28.31 ਹੋ ਗਈ, 2001 ਦੇ ਵਿੱਚ 28.85 ਹੋ ਗਈ ਔਰ 2011 ਦੇ ਵਿੱਚ 31.93 ਹੋ ਗਈ ਪ੍ਰਤੀਸ਼ਤ। ਹੁਣ ਇਹਨਾਂ ਦੇ ਮੁਤਾਬਕ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਸੀ? 1981 ਦੇ ਵਿੱਚ 117 ਦੇ ਵਿੱਚੋਂ ਸਾਨੂੰ ਇਹਨਾਂ ਨੂੰ ਸ਼ਡਿਊਲ ਕਾਸਟ ਨੂੰ 31 ਮਿਲਣੀਆਂ ਚਾਹੀਦੀਆਂ ਸੀ, ਪਰ ਇਹਨਾਂ ਨੂੰ 29 ਮਿਲੀਆਂ। 1991 ਦੇ ਵਿੱਚ 117 ਤੋਂ 33 ਮਿਲਣੀਆਂ ਚਾਹੀਦੀਆਂ ਸੀ, ਪਰ 29 ਹੀ ਮਿਲੀਆਂ। 2001 ਦੇ ਵਿੱਚ 117 ਵਿੱਚੋਂ 34 ਮਿਲਣੀਆਂ ਚਾਹੀਦੀਆਂ ਸੀ ਔਰ 34 ਮਿਲ ਗਈਆਂ। ਪਰ 2012 ਚ ਔਰ 2011 ਦੇ ਵਿੱਚ 117 ਵਿੱਚੋਂ 37 ਚਾਹੀਦੀਆਂ ਸੀਗੀਆਂ ਪਰ 34 ਹੀ ਰਹਿ ਗਈਆਂ। ਸੋ ਇਸ ਤਰ੍ਹਾਂ ਜਨਗਣਨਾ ਦਾ ਪ੍ਰਭਾਵ ਸੀਟਾਂ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਵੱਧਦਾ ਆ, ਪੈਂਦਾ ਆ। ਸਾਨੂੰ ਜਨਗਣਨਾ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਅਨੁਸੂਚਿਤ ਜਾਤਾਂ ਵਰਗ ਨੂੰ ਹੋ ਰਹੇ ਉਪਰੋਕਤ ਘਾਟਾਂ ਕਰਕੇ ਜੇਕਰ ਮੌਜੂਦਾ ਪਾਬੰਦ ਰਹੇ ਤਾਂ ਪੰਜਾਬ ਵਿੱਚ ਸੰਨ 2037 ਜਾਂ 2042 ਤੱਕ ਪੈਣਾ ਹੈ। ਜਿਹੜਾ ਘਾਟਾ ਆ ਉਹ 2037 ਜਾਂ 2042 ਤੱਕ ਬਹੁਤ ਪੈਣਾ ਆ ਅਤੇ 2021 ਅਤੇ 2031 ਦੀ ਜਨਗਣਨਾ ਵਿੱਚ ਜੇਕਰ ਇਹਨਾਂ ਵਰਗਾਂ ਦੀ ਗਿਣਤੀ ਵੱਧਦੀ ਹੈ ਤਾਂ ਇਹ ਘਾਟਾ ਵੀ ਵੱਡੇ ਪੱਧਰ ਤੇ ਹੋਵੇਗਾ। ਇਸੇ ਪ੍ਰਕਾਰ ਇਹ ਘਾਟਾ ਪੂਰੇ ਭਾਰਤ ਵਿੱਚ 2031 ਦੀ ਜਨਗਣਨਾ ਹੋਣ ਤੋਂ ਬਾਅਦ ਬਣੇ ਡਿਲੀਮੀਟੇਸ਼ਨ ਐਕਟ ਅਤੇ ਉਸ ਤਹਿਤ ਜਾਰੀ ਕੀਤੇ ਆਰਡਰ ਦੇ ਲਾਗੂ ਹੋਣ ਤੱਕ ਪੈਣਾ ਹੈ। ਹੁਣ ਅਸੀਂ ਦੇਖਦੇ ਹਾਂ ਕਿ SC ਵਰਗ ਵੱਲੋਂ ਹਿੰਦੂ ਧਰਮ ਦਾ ਕੀਤਾ ਜਾ ਰਿਹਾ ਫਾਇਦਾ। ਜਨਗਣਨਾ 2011 ਦੇ ਅੰਕੜਿਆਂ ਮੁਤਾਬਕ
ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇਹਦੇ ਵਿੱਚ ਭਾਰਤ, ਉੱਤਰ ਪ੍ਰਦੇਸ਼ ਔਰ ਗੁਜਰਾਤ, ਪਹਿਲਾਂ ਜਨਸੰਖਿਆ ਭਾਰਤ ਦੀ ਲਈ ਗਈ ਆ, ਫਿਰ ਦੋ ਸਟੇਟਾਂ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀ ਲਈ ਗਈ ਆ। ਕੁੱਲ ਆਬਾਦੀ ਭਾਰਤ ਦੀ ਹੈਗੀ ਆ 1 ਅਰਬ 21 ਕਰੋੜ 8,54,977 ਭਾਰਤ ਦੀ ਜਨਸੰਖਿਆ 2011 ਦੇ ਵਿੱਚ। ਔਰ ਉੱਤਰ ਪ੍ਰਦੇਸ਼ ਦੀ 19 ਕਰੋੜ 98 ਲੱਖ 12,341, ਉੱਤਰ ਪ੍ਰਦੇਸ਼ ਦੀ 19 ਕਰੋੜ 98 ਲੱਖ, ਔਰ ਗੁਜਰਾਤ ਦੀ 6 ਕਰੋੜ 4,39,692। ਐਸਸੀ ਦੀ ਆਬਾਦੀ ਕਿੰਨੀ ਆ ਭਾਰਤ ਦੇ ਵਿੱਚ, ਮਤਲਬ ਐਸਸੀ ਲੋਕ ਕਿੰਨੇ ਆ? 20 ਕਰੋੜ 13,78,372, ਭਾਵ ਕਿ 16.63%। ਔਰ ਉੱਤਰ ਪ੍ਰਦੇਸ਼ ਦੇ ਵਿੱਚ ਕਿੰਨੇ ਆ? 4 ਕਰੋੜ 13,57,608, 20%, 20.69%। ਔਰ ਗੁਜਰਾਤ 'ਚ ਕਿੰਨੇ ਆ? 40,74,447, ਜੋ ਕਿ 6.74% ਆ। ਹੁਣ ਇਹਦੇ ਵਿੱਚ ਸਿੱਖ ਕਿੰਨੇ ਆ ਭਾਰਤ ਦੇ ਵਿੱਚ? ਸਿੱਖਾਂ ਦੀ ਜਨਸੰਖਿਆ ਕਿੰਨੀ ਹੋਈ? 2 ਕਰੋੜ 8,33,116। ਉੱਤਰ ਪ੍ਰਦੇਸ਼ 'ਚ ਕਿੰਨੀ ਹੋਈ? 6,43,500। ਔਰ ਗੁਜਰਾਤ 'ਚ ਕਿੰਨੀ ਹੋਈ? 58,246 ਸਿੱਖਾਂ ਦੀ ਜਨਸੰਖਿਆ। ਬੋਧਿਸਟ ਜਨਸੰਖਿਆ ਕਿੰਨੀ ਹੈ ਭਾਰਤ ਦੇ ਵਿੱਚ? 84,42,972। ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ 'ਚ ਕਿੰਨੀ ਆ? 2,06,285। ਔਰ ਗੁਜਰਾਤ 'ਚ ਕਿੰਨੀ ਆ? 30,483 ਬੋਧੀਆਂ ਦੀ ਜਨਸੰਖਿਆ, ਬੋਧਿਸਟ ਧਰਮ ਦੀ ਜਨਸੰਖਿਆ। ਹੁਣ ਜੇਕਰ ਆਪਾਂ ਦੇਖੀਏ ਕਿ ਸਿੱਖ ਅਤੇ ਬੋਧਿਸਟ ਦੀ ਜਨਸੰਖਿਆ ਭਾਰਤ ਦੇ ਵਿੱਚ ਟੋਟਲ ਕਿੰਨੀ ਆ, ਇਹਨਾਂ ਦੋਨਾਂ ਨੂੰ ਲਾਤਾ ਜਾਵੇ, ਸਿੱਖ ਅਤੇ ਬੋਧਿਸਟ ਦੀ ਜਨਸੰਖਿਆ ਦੋਨਾਂ ਨੂੰ ਲਾ ਕੇ ਬਣ ਜਾਂਦੀ ਆ 2 ਕਰੋੜ 92,76,088 ਭਾਰਤ ਦੇ ਵਿੱਚ ਸਿੱਖਾਂ ਤੇ ਬੋਧਿਸਟ ਦੀ ਜਨਸੰਖਿਆ ਨੂੰ ਰਲਾ ਕੇ। ਔਰ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾਂ ਤੇ ਬੋਧਿਸਟ ਦੀ ਜਨਸੰਖਿਆ ਰਲਾ ਕੇ ਕਿੰਨੀ ਬਣ ਜਾਂਦੀ ਦੋਨਾਂ ਦੀ, ਜੇ ਦੋਨੀ ਰਲਾਈ ਜਾਵੇ? 8,49,785। ਔਰ ਗੁਜਰਾਤ ਦੇ ਵਿੱਚ 88,729। ਹੁਣ ਇੰਨੀ ਜਨਸੰਖਿਆ ਹੋਈ। ਹੁਣ ਐਸੀ ਵਰਗ ਦੇ ਲੋਕ ਜਿਨ੍ਹਾਂ ਨੇ ਆਪਣੇ ਆਪ ਨੂੰ ਹਿੰਦੂ ਲਿਖਵਾਇਆ ਅਤੇ ਉਹਨਾਂ ਦਾ ਪ੍ਰਤੀਸ਼ਤ, ਜਿਨ੍ਹਾਂ ਨੇ ਹਿੰਦੂ ਲਿਖਾਇਆ, ਕਿੰਨੇ ਲੋਕ ਆ? ਹੁਣ ਉਹ ਟੋਟਲ ਜਨਸੰਖਿਆ ਜਿਹੜੀ ਐਸੀਆਂ ਦੀ ਸੀ, ਉਹਦੇ ਵਿੱਚੋਂ ਇਹ ਜਨਸੰਖਿਆ ਜਿਹੜੀ ਆ ਸਿੱਖਾਂ ਤੇ ਬੋਧਿਸਟ ਦੀ ਘਟਾਤੀ ਜਾਵੇ ਤਾਂ ਇੰਨੀ ਜਨਸੰਖਿਆ ਸਾਡੇ ਸਾਹਮਣੇ ਆਉਂਦੀ ਆ। ਉਹ ਕਿੰਨੀ ਆ? 17 ਕਰੋੜ 21 ਲੱਖ 2,284, ਜੋ ਕਿ 85.46% ਆ, ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਹਿੰਦੂ ਲਿਖਵਾਇਆ। ਕਿਉਂਕਿ ਐਸੀ ਸਿਰਫ 3 ਧਰਮਾਂ ਦੇ ਵਿੱਚ ਹੀ ਆਪਣੇ ਆਪ ਨੂੰ ਲਿਖਵਾ ਸਕਦੇ ਆ, ਹਿੰਦੂ, ਸਿੱਖ ਔਰ ਬੋਧਿਸਟ। ਹੁਣ ਐਸਿਆਂ ਦੀ ਜਨਸੰਖਿਆ ਜੋ ਸੀ ਉਹ 20 ਕਰੋੜ ਸੀ ਲਗਭਗ, ਔਰ ਸਿੱਖ ਅਤੇ ਬੋਧਿਸਟ ਜਨਸੰਖਿਆ 2 ਕਰੋੜ 92,76,088 ਹੋਈ। ਤੇ ਜਿਹੜੇ ਫਿਰ ਜਿਨ੍ਹਾਂ ਨੇ ਹਿੰਦੂ ਲਿਖਾ ਲਿਆ ਆਪਣੇ ਆਪ ਨੂੰ, ਉਹ ਤਾਂ ਫਿਰ ਆਟੋਮੈਟਿਕਲੀ 17 ਕਰੋੜ 21 ਲੱਖ 2,284 ਲੋਕ ਹੀ ਹੋਏ। ਇਸ ਤਰ੍ਹਾਂ ਯੂਪੀ ਦੇ ਵਿੱਚ 4 ਕਰੋੜ 5,07,823 ਲੋਕਾਂ ਨੇ ਆਪਣੇ ਆਪ ਨੂੰ ਹਿੰਦੂ ਲਿਖਾਇਆ, ਸ਼ਡਿਊਲ ਕਾਸਟ ਲੋਕਾਂ ਨੇ। ਔਰ ਗੁਜਰਾਤ ਦੇ ਵਿੱਚ ਸ਼ਡਿਊਲ ਕਾਸਟ ਲੋਕਾਂ ਨੇ 39,85,718 ਲੋਕਾਂ ਨੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਵਿੱਚ ਦਰਜ ਕਰਾਇਆ, ਸ਼ਡਿਊਲ ਕਾਸਟ ਦੇ ਲੋਕਾਂ ਨੇ। ਕਿਉਂਕਿ ਸ਼ਡਿਊਲ ਕਾਸਟ ਦੇ ਲੋਕ 3 ਧਰਮਾਂ ਦੇ ਵਿੱਚ ਹੀ ਆਪਣੇ ਆਪ ਨੂੰ ਐਡ ਕਰਵਾ ਸਕਦੇ ਆ। ਸੋ ਇਹ ਆંકੜੇ 2011 ਦੀ ਸ਼ਡਿਊਲ ਕਾਸਟ ਦੀ ਜਨਸੰਖਿਆ ਦੇ ਆ। ਜੇਕਰ ਸਿੱਖ ਅਤੇ ਬੋਧਿਸਟ ਧਰਮ ਲਿਖਵਾਉਣ ਵਾਲੇ ਸਾਰੇ ਲੋਕਾਂ ਨੂੰ ਅਸੀਂ ਅਨੁਸੂਚਿਤ ਜਾਤਾਂ ਦੇ ਲੋਕ ਵੀ ਮੰਨ ਲਈਏ, ਭਾਵੇਂ ਕਿ ਸਿੱਖ ਵਿੱਚ ਵੱਡੇ ਪੱਧਰ ਦੇ ਕਈ ਜਨਰਲ ਵਰਗ ਦੇ ਲੋਕ ਵੀ ਹਨ, ਸਿੱਖ ਵਿੱਚ ਮਤਲਬ ਸਾਰੇ ਸ਼ਡਿਊਲ ਕਾਸਟ ਨਹੀਂ ਆ, ਕੁਝ ਜਨਰਲ ਵਰਗ ਦੇ ਲੋਕ ਵੀ ਆਪਣੇ ਆਪ ਨੂੰ ਜਨਰਲ ਮੰਨਦੇ ਆ, ਅਤੇ ਬੋਧਿਸਟ ਲੋਕਾਂ ਵਿੱਚ ਅਨੁਸੂਚਿਤ ਜਾਤਾਂ, ਜਨਜਾਤਾਂ ਤੇ ਪਛੜੇ ਵਰਗ ਦੇ ਲੋਕ ਵੀ ਹਨ, ਅਤੇ ਬੋਧਿਸਟ ਦੇ ਵਿੱਚ ਐਸਸੀ ਵੀ ਆ ਔਰ ਐਸਟੀ ਵੀ ਆ ਅਤੇ ਓਬੀਸੀ ਵੀ ਆ, ਕਿਉਂਕਿ ਬੋਧਿਸਟ ਹਰ ਧਰਮ ਦੇ ਲੋਕ ਨੂੰ ਸਵੀਕਾਰ ਕਰਦਾ ਆ, ਉਸ ਦੇ ਵਿੱਚ ਕੋਈ ਵੀ ਇਨਸਾਨ ਆ ਸਕਦਾ ਆ। ਸੋ ਇਹਦੇ ਵਿੱਚ 3 ਅਨੁਸੂਚਿਤ ਜਾਤ ਦੇ ਲੋਕ ਵੀ ਆ ਗਏ, ਅਨੁਸੂਚਿਤ ਜਨਜਾਤ ਦੇ ਲੋਕ ਵੀ ਆ ਗਏ, ਔਰ ਜਿਹੜੇ ਓਬੀਸੀ ਆ ਜਿਨ੍ਹਾਂ ਦਾ ਕੋਈ ਮਤਲਬ ਅਜੇ ਤੱਕ ਗਿਣਤੀ ਨਹੀਂ ਹੋਈ, ਪਛੜੇ ਵਰਗ ਆ, ਉਹਨਾਂ ਦੇ ਲੋਕ ਵੀ ਬੋਧਿਸਟ ਦੀ ਗਿਣਤੀ ਵਿੱਚ ਆ ਜਾਂਦੇ ਆ। ਫਿਰ ਵੀ ਉਪਰੋਕਤ ਅੰਕੜਿਆਂ ਤੋਂ ਇਹ ਪਤਾ ਲੱਗਦਾ ਕਿ ਅਨੁਸੂਚਿਤ ਜਾਤਾਂ ਦੇ 85.46% ਲੋਕਾਂ ਨੇ ਆਪਣੇ ਆਪ ਨੂੰ 2011 ਦੀ ਜਨਗਣਨਾ ਦੇ ਦੌਰਾਨ ਹਿੰਦੂ ਲਿਖਵਾਇਆ ਸੀ। ਅਗਰ ਇਹ ਵਰਤਾਰਾ ਪੂਰੇ ਭਾਰਤ ਦੇ ਸਭ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੁਹਰਾਇਆ ਜਾ ਰਿਹਾ ਹੈ, ਇਹੀ ਵਰਤਾਰਾ ਪੂਰੇ ਭਾਰਤ ਦੇ ਸਭ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੁਹਰਾਇਆ ਜਾ ਰਿਹਾ ਹੈ, ਇਸ ਦੀ ਡਿਟੇਲ ਵੀ ਆਪ ਸਭ ਤੱਕ ਨਾਲ ਸ਼ੇਅਰ ਕੀਤੀ ਜਾਵੇਗੀ।
ਹੁਣ ਦੇਖਦੇ ਹਾਂ ਜਨਗਣਨਾ ਦੌਰਾਨ ਹਿੰਦੂ ਧਰਮ ਰਖਵਾਉਣ ਦਾ ਕੀ ਨੁਕਸਾਨ ਹੋਇਆ, ਕੀ ਨੁਕਸਾਨ ਹੋਵੇਗਾ। ਇੱਥੇ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਜੇਕਰ ਭਾਰਤ ਵਿੱਚ ਉਪਰੋਕਤ ਵਰਤਾਰਾ ਜਾਰੀ ਰਿਹਾ ਤਾਂ ਸੰਵਿਧਾਨ ਵਿਰੋਧੀ ਅਤੇ ਇੱਕ ਖਾਸ ਧਰਮ ਹਿਤੈਸ਼ੀ ਤਾਕਤਾਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਵੱਧ ਸਕਦੀਆਂ। ਜੇਕਰ ਇਹ ਉੱਪਰ ਵਾਲਾ ਵਰਤਾਰਾ ਰਿਹਾ, ਸ਼ਡਿਊਲ ਕਾਸਟ ਲੋਕਾਂ ਨੇ ਆਪਣੇ ਆਪ ਨੂੰ ਹਿੰਦੂ ਧਰਮ ਵਿੱਚ ਰਖਵਾਉਂਦੇ ਰਹੇ ਤਾਂ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਇਹ ਸੰਵਿਧਾਨ ਵਿਰੋਧੀ ਤਾਕਤਾਂ ਵੱਧ ਸਕਦੀਆਂ। ਜੇਕਰ ਜਾਣੇ ਅਣਜਾਣੇ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤਾਂ ਅਤੇ ਹੋਰ ਪਛੜੇ ਵਰਗਾਂ ਨੇ ਆਪਣੇ ਆਪ ਨੂੰ ਹਿੰਦੂ ਰਖਵਾਉਣ ਤੋਂ ਨਾ ਰੋਕਿਆ, ਨਾ ਛੱਡਿਆ ਅਤੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਜਾਰੀ ਰੱਖਿਆ, ਹਿੰਦੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਰੱਖਿਆ, ਉਹਨਾਂ ਦੀ ਗਿਣਤੀ ਵੱਧਦੀ ਰਹੀ। ਜਿੱਦਾਂ 17 ਕਰੋੜ ਲੋਕਾਂ ਨੇ ਆਪਣੇ ਆਪ ਨੂੰ ਹਿੰਦੂ ਲਿਖਾਇਆ ਤੇ ਉਹਨਾਂ ਦੀ ਗਿਣਤੀ ਆਟੋਮੈਟਿਕਲੀ ਵਧੀ ਆ। ਹੁਣ ਕੀ ਦੇਖਦੇ ਆ, ਦੁਨੀਆ ਦੇ ਜਿਨ੍ਹਾਂ ਦੇਸ਼ਾਂ ਨੇ ਆਪਣੇ ਦੇਸ਼ ਨੂੰ ਇੱਕ ਧਰਮ ਦਾ ਦੇਸ਼ ਐਲਾਨਿਆ ਹੈ, ਉੱਥੇ ਉਸ ਧਰਮ ਦੀ ਗਿਣਤੀ 100% ਨਹੀਂ ਰਹੀ ਹੋਵੇਗੀ। ਮਤਲਬ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਧਰਮ ਦਾ ਐਲਾਨ ਲਿਆ, ਦੇਸ਼ ਐਲਾਨ ਲਿਆ, ਉੱਥੇ 100% ਉਸ ਧਰਮ ਦੇ ਲੋਕ ਹੀ ਨਹੀਂ ਹੋਣਗੇ। ਜਿੱਦਾਂ ਕਿ ਬਹਿਰੀਨ ਦੇ ਵਿੱਚ 70% ਲੋਕ ਹੀ ਸੀ ਮੁਸਲਿਮ ਅਤੇ ਮਲੇਸ਼ੀਆ ਦੇ ਵਿੱਚ 61.3% ਹੀ ਮੁਸਲਿਮ ਸੀ ਜਨਸੰਖਿਆ। ਬਹਿਰੀਨ ਦੇ ਵਿੱਚ 70% ਅਤੇ ਮਲੇਸ਼ੀਆ ਦੇ ਵਿੱਚ 61.3% ਮੁਸਲਿਮ ਜਨਸੰਖਿਆ ਹੋਣ ਕਰਕੇ ਉਹ ਦੇਸ਼ ਇਸਲਾਮਿਕ ਦੇਸ਼ ਹਨ। ਸੰਵਿਧਾਨ ਵਿਰੋਧੀ ਤਾਕਤਾਂ ਇਹਨਾਂ ਗੱਲਾਂ ਦਾ ਹਵਾਲਾ ਦੇ ਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰ ਸਕਦੀਆਂ ਹਨ। 2020 ਦੇ ਸ਼ੁਰੂਆਤ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਸੰਬੰਧੀ ਮਨੋਵਾਦੀ ਲੋਕਾਂ ਦੀ ਇੱਕ ਨਾਕਾਮ ਕੋਸ਼ਿਸ਼ ਤੋਂ ਇਹ ਸਮਝ ਸਕਦੇ ਹਾਂ। ਇਹ ਕੋਸ਼ਿਸ਼ ਕੀਤੀ ਜਾ ਚੁੱਕੀ ਹੈ 2020 ਦੀ ਸ਼ੁਰੂਆਤ ਵਿੱਚ। ਨਵਾਂ ਨਾਮ ਦੇ ਇੱਕ ਵਿਅਕਤੀ ਨੇ ਨਵਾਂ ਬਨਾਮ ਭਾਰਤ ਸਰਕਾਰ ਸਿਵਲ ਰਿਟ ਪਟੀਸ਼ਨ ਨੰਬਰ 422 ਸਾਲ 2020 ਮਾਣਯੋਗ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ, ਜਿਸ ਵਿੱਚ ਇਸ ਦੇਸ਼ ਦਾ ਨਾਮ ਹਿੰਦੁਸਤਾਨ ਬਣਾਉਣ ਸੰਬੰਧੀ ਭਾਰਤ ਸਰਕਾਰ ਨੂੰ ਧਿਰ ਬਣਾਇਆ ਗਿਆ ਸੀ ਅਤੇ ਇਸ ਰਿਟ ਦੇ ਨਾਲ ਲਗਾਏ ਕਾਗਜ਼ਾਤ ਵਿੱਚ ਉੱਤਰ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ 2014 ਵਿੱਚ ਬਣਾਇਆ ਗਿਆ ਬਿੱਲ, ਜਿਸ ਦਾ ਨੰਬਰ 121 ਸੀ, ਨਾਲ ਨੱਥੀ ਕੀਤਾ ਗਿਆ ਸੀ। ਜੋ ਯੋਗੀ ਵੱਲੋਂ ਮਿਤੀ 13/3/2015 ਨੂੰ ਲੋਕ ਸਭਾ ਵਿੱਚ ਇਸ ਦੇਸ਼ ਦਾ ਨਾਮ ਹਿੰਦੁਸਤਾਨ ਕਰਨ ਲਈ ਪੇਸ਼ ਕੀਤਾ ਗਿਆ ਸੀ, ਜੋ ਕਿ ਬਾਅਦ ਵਿੱਚ ਲੋਕ ਸਭਾ ਵਿੱਚ ਨਾ ਵਿਚਾਰੇ ਜਾਣ ਕਰਕੇ ਸਮਾਪਤ ਲੇਪਸ ਹੋ ਗਿਆ। ਇਸ ਤੋਂ ਪਹਿਲਾਂ ਮਿਤੀ 5 ਮਾਰਚ 2010 ਨੂੰ ਵੀ ਯੋਗੀ ਵੱਲੋਂ ਇਸ ਦੇਸ਼ ਦਾ ਨਾਮ ਹਿੰਦੁਸਤਾਨ ਕਰਨ ਲਈ ਲੋਕ ਸਭਾ ਵਿੱਚ ਬਿੱਲ ਨੰਬਰ 99 ਸਾਲ 2009 ਪੇਸ਼ ਕੀਤਾ ਜਾ ਚੁੱਕਾ ਹੈ, ਜੋ 2014 ਦੇ ਬਿੱਲ ਦੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇਸ ਦੇਸ਼ ਦੇ ਲੋਕਾਂ ਨੂੰ ਕਿਹਾ ਸੀ ਕਿ ਹਿੰਦੂ ਰਾਸ਼ਟਰ ਕਿਸੇ ਵੀ ਕੀਮਤ ਤੇ ਨਹੀਂ ਬਣਨਾ ਚਾਹੀਦਾ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸਾਡੇ ਸਮਾਜ ਦੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਇਸ ਦੇਸ਼ ਦਾ ਨਾਮ ਹਿੰਦੂ ਨਹੀਂ ਹੋਣਾ ਚਾਹੀਦਾ, ਹਿੰਦੂ ਰਾਸ਼ਟਰ ਕਿਸੇ ਵੀ ਕੀਮਤ ਤੇ ਨਹੀਂ ਬਣਨਾ ਚਾਹੀਦਾ। ਸੋ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਰੋਕਣ ਲਈ ਪਹਿਲਾਂ SC ਸ਼ਡਿਊਲ ਕਾਸਟ ਔਰ ST ਸ਼ਡਿਊਲ ਟ੍ਰਾਈਬ ਅਤੇ ਪਛੜੇ ਵਰਗ ਨੂੰ ਆਪਣੇ ਆਪ ਨੂੰ ਹਿੰਦੂ ਰਖਵਾਉਣਾ ਬੰਦ ਕਰਨਾ ਪਵੇਗਾ, ਤਾਂ ਜੋ ਇਸ ਗੱਲ ਦਾ ਫਾਇਦਾ ਮਨੋਵਾਦੀ ਲੋਕ ਨਾ ਲੈ ਸਕਣ। ਜੇ ਅਸੀਂ ਚਾਹੁੰਦੇ ਇਸ ਦੇਸ਼ ਦੇ ਵਿੱਚ ਸੰਵਿਧਾਨ ਬਣਿਆ ਰਹੇ ਤਾਂ ਸਾਡੇ SC ST ਔਰ ਅਦਰ ਬੈਕਵਰਡ ਕਲਾਸਾਂ ਨੂੰ ਆਪਣੇ ਆਪ ਨੂੰ ਹਿੰਦੂ ਧਰਮ ਰਖਵਾਉਣ ਤੋਂ ਰੋਕਣਾ ਪਵੇਗਾ, ਤਾਂ ਜੋ ਉਹਨਾਂ ਦੀ ਗਿਣਤੀ ਘਟੇ, ਤਾਂ ਜੋ ਉਹ ਇਸ ਹਵਾਲਾ ਨਹੀਂ ਦੇ ਸਕਦੇ। ਜੇਕਰ ਸਿਰਫ ਅਨੁਸੂਚਿਤ ਜਾਤਾਂ ਦੇ ਲੋਕ ਹੀ ਆਪਣੇ ਆਪ ਨੂੰ ਹਿੰਦੂ ਛੱਡ ਕੇ ਬਾਕੀ ਦੋ ਧਰਮਾਂ ਵਿੱਚ ਕੋਈ ਇੱਕ ਧਰਮ ਖਲਵਾਉਂਦੇ, ਐਸੀ ਜਾਤ ਦੇ ਲੋਕ ਹੀ ਆਪਣੇ ਆਪ ਨੂੰ ਹਿੰਦੂ ਛੱਡ ਕੇ ਦੋ ਧਰਮਾਂ ਵਿੱਚੋਂ ਇੱਕ ਧਰਮ ਰਖਵਾਉਂਦੇ, ਤਾਂ ਵੀ ਹਿੰਦੂਆਂ ਦੀ ਆਬਾਦੀ ਨੂੰ 79.79 ਤੋਂ ਘਟਾ ਕੇ 65.58 ਉੱਪਰ ਲਿਆਇਆ ਜਾ ਸਕਦਾ ਹੈ। ਸਿਰਫ ਅਨੁਸੂਚਿਤ ਜਾਤ ਦੇ ਲੋਕ ਆਪਣੇ ਆਪ ਨੂੰ ਹਿੰਦੂ ਨਾ ਲਿਖਾ ਕੇ ਜਾਂ ਸਿੱਖ ਜਾਂ ਬੁੱਧਿਸਟ ਲਿਖਾ ਲੈਣ, ਤਾਂ ਵੀ ਜਿਹੜੀ ਹਿੰਦੂਆਂ ਦੀ ਜਨਸੰਖਿਆ 79.79 ਤੋਂ ਘਟ ਕੇ 65.58% ਹੋ ਸਕਦੀ ਆ। ਜਿਨ੍ਹਾਂ ਅਨੁਸੂਚਿਤ ਜਾਤਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਜਾਣੇ ਅਣਜਾਣੇ ਵਿੱਚ ਈਸਾਈ, ਮੁਸਲਿਮ, ਜੈਨੀ, ਹੋਰ ਧਰਮ ਜਾਂ ਕੋਈ ਵੀ ਧਰਮ ਨਹੀਂ ਵਿੱਚ ਲਿਖਵਾਇਆ ਸੀ, ਉਹਨਾਂ ਦੀ ਗਿਣਤੀ ਹੋਣੀ ਹਾਲੇ ਬਾਕੀ ਹੈ। ਜਿਨ੍ਹਾਂ ਅਨੁਸੂਚਿਤ ਜਾਤਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਮੁਸਲਿਮ, ਜੈਨੀ, ਹੋਰ ਧਰਮ ਜਾਂ ਕੋਈ ਹੋਰ ਧਰਮ ਲਿਖਾਇਆ ਸੀ, ਉਹਨਾਂ ਦੀ ਗਿਣਤੀ ਹੋਣੀ ਬਾਕੀ ਆ। ਜੇਕਰ ਉਹ ਵੀ ਆਪਣੇ ਵੱਲੋਂ ਤਕਨੀਕੀ ਤੌਰ ਉੱਪਰ ਕੀਤੀ ਗਲਤੀ ਨੂੰ ਸੁਧਾਰ ਲੈਣ ਤਾਂ ਅਨੁਸੂਚਿਤ ਜਾਤਾਂ ਦੇ ਲੋਕਾਂ ਦੀ ਗਿਣਤੀ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ। ਜੇਕਰ ਇਸ ਜਨਗਣਨਾ ਵਿੱਚ ਵੀ ਉਹ ਇਹ ਗਲਤੀ ਕਰਨਗੇ ਤਾਂ ਉਹ ਗੈਰ ਸੰਵਿਧਾਨਿਕ ਕੰਮ ਤਾਂ ਕਰ ਹੀ ਰਹੇ ਹਨ, ਨਾਲ ਦੀ ਨਾਲ ਉਹ ਅਨੁਸੂਚਿਤ ਜਾਤਾਂ ਦਾ ਵੀ ਨੁਕਸਾਨ ਕਰ ਰਹੇ ਹਨ, ਅਤੇ ਜਿਸ ਲਈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਜੇਕਰ ਇਸ ਜਨਗਣਨਾ ਵਿੱਚ ਵੀ ਐਸੀ ਦੇ ਲੋਕ ਇਹ ਗਲਤੀ ਕਰਨਗੇ ਤਾਂ ਗੈਰ ਸੰਵਿਧਾਨਿਕ ਕੰਮ ਤਾਂ ਕਰ ਹੀ ਰਹੇ ਹਨ,
ਨਾਲ ਦੀ ਨਾਲ ਅਨੁਸੂਚਿਤ ਜਾਤਾਂ ਦਾ ਵੀ ਨੁਕਸਾਨ ਕਰ ਰਹੇ ਹਨ, ਪੂਰੇ ਐਸਸੀ ਵਰਗ ਦਾ ਨੁਕਸਾਨ ਕਰ ਰਹੇ ਆ, ਅਤੇ ਜਿਸ ਦੇ ਲਈ ਐਸਸੀ ਸ਼ਡਿਊਲ ਕਾਸਟ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਸਕਦੀ ਆ। ਇਹ ਵੀ ਧਿਆਨ ਦੇਣ ਯੋਗ ਬੜੀ ਗੱਲ ਹੈ। ਜਨਗਣਨਾ ਦੌਰਾਨ ਅਨੁਸੂਚਿਤ ਜਾਤਾਂ ਦੇ ਲੋਕਾਂ ਵੱਲੋਂ ਹਿੰਦੂ ਧਰਮ, ਰਵਿਦਾਸੀਆ ਧਰਮ, ਈਸਾਈ ਧਰਮ, ਮੁਸਲਿਮ ਧਰਮ ਜਾਂ ਜੈਨ ਧਰਮ, ਹੋਰ ਧਰਮ ਜਾਂ ਕੋਈ ਵੀ ਧਰਮ ਨਹੀਂ ਲਿਖਵਾਉਣ ਦਾ ਨੁਕਸਾਨ ਜਨਗਣਨਾ ਦੇ ਦੌਰਾਨ ਅਨੁਸੂਚਿਤ ਜਾਤਾਂ ਸ਼ਡਿਊਲ ਕਾਸਟ ਦੇ ਲੋਕਾਂ ਵੱਲੋਂ ਆ ਧਰਮ, ਰਵਿਦਾਸੀਆ ਧਰਮ, ਈਸਾਈ ਧਰਮ, ਮੁਸਲਿਮ ਧਰਮ, ਜੈਨ ਧਰਮ, ਹੋਰ ਧਰਮ ਜਾਂ ਕੋਈ ਵੀ ਧਰਮ ਨਾਲ ਲਿਖਵਾਉਣ ਦਾ ਨੁਕਸਾਨ। ਅਨੁਸੂਚਿਤ ਲੋਕਾਂ ਨੂੰ ਆਉਣ ਵਾਲੀ ਜਨਗਣਨਾ ਵਿੱਚ ਆਪਣੇ ਧਰਮ, ਆ ਧਰਮ, ਰਵਿਦਾਸੀਆ, ਈਸਾਈ, ਮੁਸਲਿਮ ਕੋਈ ਵੀ ਧਰਮ ਨਹੀਂ ਜਾਂ ਕੋਈ ਹੋਰ ਧਰਮ ਲਿਖਵਾਉਣ ਲਈ ਕਈ ਧਾਰਮਿਕ ਡੇਰਿਆਂ ਅਤੇ ਉਹਨਾਂ ਦੇ ਸ਼ਰਧਾਲੂਆਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਜੇਕਰ ਅਨੁਸੂਚਿਤ ਜਾਤਾਂ ਦੇ ਲੋਕਾਂ ਨੇ ਨਾ ਸਮਝੀ ਵਿੱਚ, ਜੇਕਰ ਸ਼ਡਿਊਲ ਕਾਸਟ ਲੋਕਾਂ ਨੇ ਨਾ ਸਮਝੀ ਵਿੱਚ ਅਜਿਹਾ ਕੀਤਾ ਤਾਂ ਉਹ ਇਸ ਵਰਗ ਦਾ ਬਹੁਤ ਵੱਡਾ ਨੁਕਸਾਨ ਕਰਨਗੇ ਜੇ ਉਹਨਾਂ ਦੀ ਗੱਲ ਮੰਨ ਲਈ, ਕਿਉਂਕਿ ਅਨੁਸੂਚਿਤ ਜਾਤਾਂ ਦੇ ਲੋਕਾਂ ਵੱਲੋਂ ਇਹਨਾਂ ਧਰਮਾਂ ਵਿੱਚ ਆਪਣੇ ਆਪ ਨੂੰ ਲਿਖਵਾਉਣ ਤੇ ਇਹਨਾਂ ਦੀ ਗਿਣਤੀ ਸੰਵਿਧਾਨਕ ਉਪਬੰਧਾਂ ਦੇ ਚੱਲਦਿਆਂ ਅਨੁਸੂਚਿਤ ਜਾਤਾਂ ਵਿੱਚ ਨਹੀਂ ਹੋਵੇਗੀ। ਫਿਰ ਇਹਨਾਂ ਦੀ ਗਿਣਤੀ ਜੇਕਰ ਕੋਈ ਹੋਰ ਰਵਿਦਾਸੀਆ ਧਰਮ, ਕ੍ਰਿਸਚਨ ਧਰਮ, ਮੁਸਲਮਾਨ ਧਰਮ ਜਾਂ ਕੋਈ ਉਹ ਧਰਮ ਲਿਖਾ ਲਿਆ ਜਾਂਦਾ ਤਾਂ ਉਹ ਫਿਰ ਐਸੀ ਨਹੀਂ ਰਹਿ ਜਾਂਦੇ। ਅਸੀਂ ਦੇਖ ਸਕਦੇ ਹਾਂ ਜਿਹੜੇ ਕ੍ਰਿਸਚਨ ਆ ਉਹ ਐਸੀ ਵਿੱਚ ਨਹੀਂ ਆਉਂਦੇ, ਤੇ ਜਿੱਦਾਂ ਹੀ ਕੋਈ ਹੋਰ ਆ ਜੋ ਆਪਣੇ ਆਪ ਰਵਿਦਾਸੀਆ ਲਿਖਾਊਗਾ ਜਾਂ ਕੋਈ ਹੋਰ ਲਿਖਾਊਗਾ ਉਹ ਵੀ ਫਿਰ ਉਸ ਦਾ ਵੱਖਰਾ ਧਰਮ ਹੋ ਜਾਊਗਾ, ਉਹ ਐਸੀ ਚੋਂ ਬਾਹਰ ਹੋ ਜਾਵੇਗਾ, ਅਦਰ ਧਰਮ ਦੇ ਵਿੱਚ ਆ ਜਾਵੇਗਾ, ਤਾਂ ਉਹਨੂੰ ਐਸੀ ਦਾ ਲਾਭ ਉਹਨੂੰ ਨਹੀਂ ਮਿਲੇਗਾ। ਇਹ ਗੱਲ ਬਹੁਤ ਧਿਆਨ ਦੇਣ ਯੋਗ ਆ। ਸਿਰਫ ਬੌਧਿਸਟ ਧਰਮ ਦੇ ਵਿੱਚ ਰਹਿ ਕੇ ਹੀ ਤੁਸੀਂ ਆਪਣੇ ਐਸੀ ਹੋਣ ਦਾ ਪ੍ਰਮਾਣ ਦੇ ਸਕਦੇ ਹੋ, ਜਾਂ ਹਿੰਦੂ ਵਿੱਚ ਜਾਂ ਸਿੱਖ ਦੇ ਵਿੱਚ, ਤਿੰਨੇ ਧਰਮ ਹੈ। ਭਾਵ ਅਨੁਸੂਚਿਤ ਜਾਤਾਂ ਦੀ ਗਿਣਤੀ ਘਟ ਜਾਵੇਗੀ ਤੇ ਉਪਰੋਕਤ ਲਿਖੇ ਅਨੁਸਾਰ ਇਸ ਵਰਗ ਨੂੰ ਵੱਡਾ ਘਾਟਾ ਪਵੇਗਾ। ਜੇਕਰ ਅਨੁਸੂਚਿਤ ਜਾਤਾਂ ਦੇ ਲੋਕਾਂ ਨੇ ਇੰਜ ਕੀਤਾ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਨ ਵਿੱਚ ਜੋ ਸ਼ੰਕਾ ਸੀ ਕਿ ਇਹ ਮੇਰੇ ਸਮਾਜ ਦੇ ਲੋਕੋ ਮੇਰੇ ਕਾਰਵਾਂ ਨੂੰ ਪਿੱਛੇ ਨਾ ਜਾਣ ਦੇਣਾ, ਜਿਸ ਨੂੰ ਮੈਂ ਬੜੀ ਮੁਸ਼ਕਲ ਨਾਲ ਇੱਥੇ ਲੈ ਕੇ ਆਇਆ ਹਾਂ, ਜੇਕਰ ਸ਼ਡਿਊਲ ਕਾਸਟ ਲੋਕਾਂ ਨੇ ਬਾਬਾ ਸਾਹਿਬ ਦੇ ਉਲਟ ਇਹ ਕੰਮ ਕੀਤਾ, ਆਪਣੇ ਧਰਮ ਨੂੰ ਕੋਈ ਹੋਰ ਧਰਮ ਲਿਖਾ ਲਿਆ, ਤਾਂ ਸ਼ਡਿਊਲ ਕਾਸਟ ਦੀ ਗਿਣਤੀ ਘਟ ਗਈ, ਤਾਂ ਬਾਬਾ ਸਾਹਿਬ ਦੇ ਵਿੱਚ ਜੋ ਮਨ ਦੇ ਵਿੱਚ ਸ਼ੰਕਾ ਸੀ ਉਹਨਾਂ ਨੇ ਸਾਡੇ ਲਈ ਕੁਝ ਸ਼ਬਦ ਬੋਲੇ ਸੀ, ਐ ਮੇਰੇ ਸਮਾਜ ਦੇ ਲੋਕੋ ਮੇਰੇ ਕਾਰਵਾਂ ਨੂੰ ਪਿੱਛੇ ਨਾ ਜਾਣ ਦੇਣਾ, ਜਿਸ ਨੂੰ ਮੈਂ ਬਹੁਤ ਹੀ ਮੁਸ਼ਕਿਲ ਦੇ ਨਾਲ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਤਿਆਗ ਕੇ ਆਪਣੇ ਉੱਪਰ ਬਹੁਤ ਮੁਸੀਬਤਾਂ ਝੱਲ ਕੇ ਇਸ ਕਾਰਵਾਂ ਨੂੰ ਇੱਥੇ ਤੱਕ ਲੈ ਕੇ ਆਇਆ ਹਾਂ, ਇਹ ਕਦੀ ਵੀ ਕਿਸੇ ਵੀ ਹਾਲਾਤ ਦੇ ਵਿੱਚ ਪਿੱਛੇ ਨੂੰ ਨਾ ਜਾਵੇ। ਤਾਂ ਉਹ ਲੋਕਾਂ ਵੱਲੋਂ ਜੇਕਰ ਉਹ ਇਹ ਗੱਲ ਨਾ ਮੰਨੇ ਤਾਂ ਉਹ ਬਾਬਾ ਸਾਹਿਬ ਦੇ ਕਾਰਵਾਂ ਨੂੰ ਪਿੱਛੇ ਵੱਲ ਨੂੰ ਲੈ ਕੇ ਜਾਣ ਵੱਲ ਨੂੰ ਵਧਾਇਆ ਹੋਇਆ ਕਦਮ ਹੋਵੇਗਾ ਅਤੇ ਬਾਬਾ ਸਾਹਿਬ ਦੇ ਕਾਰਵਾਂ ਨੂੰ ਪਿੱਛੇ ਧੱਕਣ ਦਾ ਕੰਮ ਉਹ ਕਰਨਗੇ, ਕਿਉਂਕਿ ਸ਼ਡਿਊਲ ਕਾਸਟ ਦੀ ਗਿਣਤੀ ਘਟ ਜਾਵੇਗੀ। ਜਿਹੜੇ ਅਨੁਸੂਚਿਤ ਜਾਤਾਂ ਦੇ ਲੋਕ ਈਸਾਈ, ਮੁਸਲਿਮ ਜਾਂ ਹੋਰ ਧਰਮ ਨੂੰ ਪੱਕੇ ਤੌਰ ਤੇ ਅਪਣਾ ਚੁੱਕੇ ਹਨ ਅਤੇ ਅਨੁਸੂਚਿਤ ਜਾਤਾਂ ਦੇ ਹੋਣ ਦਾ ਫਾਇਦਾ ਨਾ ਹੀ ਲਿਆ ਹੈ ਅਤੇ ਨਾ ਹੀ ਲੈਣਾ ਚਾਹੁੰਦੇ ਆ। ਹੁਣ ਜਿਹੜੇ ਕਈ ਲੋਕ ਇੱਦਾਂ ਦੇ ਆ ਜਿਹੜੇ ਅਨੁਸੂਚਿਤ ਜਾਤਾਂ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਸੀ ਪਰ ਉਹ ਲੋਕ ਈਸਾਈ, ਮੁਸਲਿਮ ਜਾਂ ਕੋਈ ਹੋਰ ਧਰਮ ਨੂੰ ਪੱਕੇ ਤੌਰ ਤੇ ਅਪਣਾ ਚੁੱਕੇ ਆ, ਉਹ ਅਨੁਸੂਚਿਤ ਜਾਤ ਨੂੰ ਮਿਲਣ ਵਾਲਾ ਫਾਇਦਾ ਨਹੀਂ ਲੈਂਦੇ ਅਤੇ ਨਾ ਹੀ ਉਹ ਲੈਣਾ ਚਾਹੁੰਦੇ ਆ। ਤਾਂ ਉਹਨਾਂ ਦੀ ਮਰਜ਼ੀ ਆ, ਉਹ ਜੋ ਮਰਜ਼ੀ ਧਰਮ ਲਿਖਵਾਉਣਾ ਚਾਹੁੰਦੇ ਹੋਣ ਉਹ ਲਿਖਵਾ ਸਕਦੇ ਆ। ਪਰ ਜੇਕਰ ਅਨੁਸੂਚਿਤ ਜਾਤ ਦੇ ਹੋਣ ਦਾ ਫਾਇਦਾ ਲੈਂਦੇ ਹਨ, ਜਿਹੜਾ ਵਿਅਕਤੀ ਅਨੁਸੂਚਿਤ ਜਾਤ ਦਾ ਹੋਣ ਦਾ ਫਾਇਦਾ ਵੀ ਲੈਂਦਾ ਅਤੇ ਆਪਣਾ ਧਰਮ ਤਿੰਨ ਧਰਮਾਂ ਤੋਂ ਇਲਾਵਾ ਲਿਖਵਾਉਂਦਾ ਆ, ਹਿੰਦੂ, ਸਿੱਖ ਤੇ ਬੌਧਿਸਟ ਤੋਂ ਇਲਾਵਾ ਕੋਈ ਹੋਰ ਧਰਮ ਲਿਖਵਾਉਂਦਾ ਆ, ਤਾਂ ਉਹ ਬਿਲਕੁਲ ਵੀ ਹੀ ਗੈਰ ਕਾਨੂੰਨਿਕ, ਗੈਰ ਸੰਵਿਧਾਨਿਕ ਅਤੇ ਕਾਨੂੰਨ ਦੇ ਅਨੁਸਾਰ ਜੁਰਮ ਵਾਲਾ ਹੋ ਜਾਂਦਾ ਹੈ, ਦੋਸ਼ੀ ਹੋ ਜਾਂਦਾ ਹੈ। ਇਹ ਗੱਲ ਬਹੁਤ ਧਿਆਨ ਦੇਣ ਯੋਗ ਹੈ। ਜਨਗਣਨਾ ਦੌਰਾਨ ਰਵਿਦਾਸੀਆ ਧਰਮ ਲਿਖਾਉਣ ਵਾਲਿਆਂ ਨੇ ਹਿੰਦੂ ਧਰਮ ਦੀ ਗਿਣਤੀ ਵਿੱਚ ਕੀਤਾ ਵਾਧਾ। ਜਨਗਣਨਾ 2011 ਵਿੱਚ ਭਾਰਤ ਦੀ ਇੱਕ ਖਾਸ ਜਾਤ ਦੇ ਲੋਕਾਂ ਨੂੰ ਕਈ ਧਾਰਮਿਕ ਡੇਰਿਆਂ ਵੱਲੋਂ ਆਪਣੇ ਧਰਮ ਰਵਿਦਾਸੀਆ ਲਿਖਵਾਉਣ ਲਈ ਪ੍ਰੇਰਿਆ ਗਿਆ ਸੀ, ਜਦਕਿ ਰਵਿਦਾਸੀਆ ਧਰਮ ਲਿਖਾਉਣ ਵਾਲਿਆਂ ਨੇ ਸਿਰਫ ਹਿੰਦੂ ਧਰਮ ਦਾ ਹੀ ਫਾਇਦਾ ਕੀਤਾ ਹੈ, ਕਿਉਂਕਿ ਇਹਨਾਂ ਲੋਕਾਂ ਨੇ ਰਵਿਦਾਸੀਆ ਧਰਮ ਨੂੰ ਹਿੰਦੂ ਧਰਮ ਦਾ ਇੱਕ ਫਿਰਕਾ, ਸੰਪਰਦਾਇ, ਭਾਵ ਸੈਕਟ, ਬਿਲੀਫ ਮੰਨਿਆ ਹੈ। ਰਵਿਦਾਸੀਆ ਧਰਮ ਨੇ ਹਿੰਦੂ ਧਰਮ ਨੂੰ ਆਪਣਾ ਇੱਕ ਫਿਰਕਾ, ਸੰਪਰਦਾਇ ਮੰਨਿਆ ਆ ਅਤੇ ਆਪਣੀ ਗਿਣਤੀ ਹਿੰਦੂ ਧਰਮ ਵਿੱਚ ਕਰਵਾਈ ਆ। ਬਹੁਤ ਧਿਆਨ ਦੇਣ ਯੋਗ ਹੈ। ਜਨਗਣਨਾ 2011 ਵਿੱਚ ਭਾਰਤ ਦੀ ਇੱਕ ਖਾਸ ਜਾਤ ਦੇ ਲੋਕਾਂ ਨੇ ਕਈ ਧਾਰਮਿਕ ਡੇਰਿਆਂ ਵੱਲੋਂ ਆਪਣੇ ਧਰਮ ਨੂੰ ਰਵਿਦਾਸੀਆ ਲਿਖਾਉਣ ਲਈ ਪ੍ਰੇਰਿਆ ਗਿਆ ਸੀ,
ਜਦੋਂ ਕਿ ਰਵਿਦਾਸੀਆ ਧਰਮ ਰਖਾਉਣ ਵਾਲਿਆਂ ਨੇ ਸਿਰਫ ਹਿੰਦੂ ਧਰਮ ਦਾ ਹੀ ਫਾਇਦਾ ਕੀਤਾ ਹੈ, ਕਿਉਂਕਿ ਉਹਨਾਂ ਲੋਕਾਂ ਨੇ ਰਵਿਦਾਸੀਆ ਧਰਮ ਨੂੰ ਆਪਣਾ ਇੱਕ ਫਿਰਕਾ ਸੰਪਰਦਾਇ ਮੰਨਿਆ ਹੈ ਅਤੇ ਆਪਣੀ ਗਿਣਤੀ ਹਿੰਦੂ ਧਰਮ ਵਿੱਚ ਕਰਵਾਈ ਹੈ। 2011 ਵਿੱਚ ਹਿੰਦੂ ਧਰਮ ਦੇ 19 ਫਿਰਕੇ ਸੀ, ਸੰਪਰਦਾਇ ਸੀ ਹਿੰਦੂ ਧਰਮ ਦੇ, ਜਿਨ੍ਹਾਂ ਦੀ ਗਿਣਤੀ 32,86,620 ਸੀ, ਜਿਨ੍ਹਾਂ ਦੀ ਗਿਣਤੀ ਅਤੇ ਕੋਡ ਨੰਬਰ ਹੇਠ ਲਿਖੇ ਅਨੁਸਾਰ ਹੈ। ਇਹ ਤੁਸੀਂ ਦੇਖ ਸਕਦੇ ਹੋ। ਅਰਖ ਮਹਿਮਾ 10,10,00, ਇਹਨਾਂ ਦੀ ਗਿਣਤੀ 3279। ਆਨੰਦ ਮਾਰਗੀ 102,000, 174 ਗਿਣਤੀ। ਅਨੁਕੂਲ ਠਾਕੁਰ 103,000, ਗਿਣਤੀ 805। ਵੈਰਾਗੀ 107,000, ਇਹਨਾਂ ਦੀ ਗਿਣਤੀ 496। ਵੈਸ਼ਨਵ 108,000, ਇਹਨਾਂ ਦੀ ਗਿਣਤੀ 11,173। ਵਾਲਮੀਕੀ, ਇਹਨਾਂ ਦਾ ਕੋਡ ਨੰਬਰ ਆ 109,000 ਔਰ ਇਹਨਾਂ ਦੀ ਗਿਣਤੀ ਆ 12,680। ਬਥਾਊ ਬੈਬੋ, ਇਹਨਾਂ ਦਾ ਕੋਡ ਆ 110,000, ਇਹਨਾਂ ਦੀ ਗਿਣਤੀ ਆ 2,45,953। ਬ੍ਰਹਮ ਕਿਆਮਾਰ 111,000, ਮਤਲਬ 111,000, ਇਹਨਾਂ ਦੀ ਗਿਣਤੀ 199 ਦਰਜ ਹੋਈ ਆ। ਘਾਸੀਦਾਸ ਸਤਨਾਮ 114,000, ਇਹਨਾਂ ਦੀ ਗਿਣਤੀ 1,01,740 ਦਰਜ ਹੋਈ ਆ। ਕਬੀਰ ਪੰਥੀ 115,000, ਇਹਨਾਂ ਦੀ ਗਿਣਤੀ 5361 ਦਰਜ ਹੋਈ ਆ। ਲਿੰਗਿਆਤ ਵੈਰਸ਼ਵਾ 116,000 ਕੋਡ ਨੰਬਰ ਆ, ਇਹਨਾਂ ਦੀ ਗਿਣਤੀ 26,63,229 ਦਰਜ ਹੋਈ ਆ। ਮਿਤੇਈ 117,000, ਇਹਨਾਂ ਦੀ ਗਿਣਤੀ 41,673 ਦਰਜ ਹੋਈ ਆ। ਪ੍ਰਣਾਮੀ 119,000 ਕੋਡ ਨੰਬਰ ਆ, 424 ਗਿਣਤੀ ਦਰਜ ਹੋਈ ਆ। ਰਵਿਦਾਸੀ 120,000 ਕੋਡ ਨੰਬਰ ਆ, 88,650 ਗਿਣਤੀ ਦਰਜ ਹੋਈ ਹੈ ਇਹਨਾਂ ਦੀ। ਸਨਾਤਨ ਧਰਮ 121,000, ਇਹਨਾਂ ਦੀ ਗਿਣਤੀ 98,382 ਦਰਜ ਹੋਈ ਆ। ਸਵਾਮੀ ਨਾਰਾਇਣ 124,000, ਇਹਨਾਂ ਦੀ ਗਿਣਤੀ 643 ਦਰਜ ਹੋਈ ਆ। ਵਿਸ਼ਵਕਰਮਾ ਧਰਮ, ਇਹਨਾਂ ਦੀ 125,000 ਕੋਡ ਆ, 10,357 ਗਿਣਤੀ ਦਰਜ ਹੋਈ ਆ। ਨਾਥ ਪੰਥੀ 126,000, ਇਹਨਾਂ ਦੀ ਗਿਣਤੀ ਜੋ 1,116 ਦਰਜ ਹੋਈ ਆ। ਔਰ ਸਾਈਂ 134,000, ਇਹਨਾਂ ਦੀ ਗਿਣਤੀ 285 ਦਰਜ ਹੋਈ ਆ। ਇਸ ਪ੍ਰਕਾਰ ਮੁਸਲਿਮ ਧਰਮ ਦੇ 5 ਸਾਈਆਂ ਦੇ 9 ਸਿੱਖਾਂ ਦਾ ਇੱਕ ਜੈਨੀਆਂ 4 ਫਿਰਕੇ ਸੰਪਰਦਾਇ 2011 ਦੀ ਜਨਗਣਨਾ ਮੁਤਾਬਕ ਦਰਜ ਹੋਏ ਆ। ਇਸ ਲਿਖਤ ਦਾ ਉਦੇਸ਼ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਤੇ ਨਾ ਕਿਸੇ ਵਿਅਕਤੀ ਨੂੰ, ਚਾਹੇ ਉਹ ਅਨੁਸੂਚਿਤ ਜਾਤਾਂ ਦਾ ਹੋਵੇ ਜਾਂ ਕਿਸੇ ਹੋਰ ਵਰਗ ਦਾ ਹੋਵੇ, ਜੋ ਕਿਸੇ ਵੀ ਡੇਰੇ ਨੂੰ ਮੰਨਦਾ ਹੈ, ਉਸ ਨੂੰ ਕਿਸੇ ਖਾਸ ਧਰਮ, ਡੇਰੇ ਜਾਂ ਕਿਸੇ ਨੂੰ ਗੁਰੂ ਮੰਨਣ ਜਾਂ ਪੂਜਣ ਤੋਂ ਰੋਕਣ ਜਾਂ ਡਰਾਉਣ ਦਾ ਨਹੀਂ ਹੈ, ਅਤੇ ਨਾ ਹੀ ਕਿਸੇ ਖਾਸ ਧਰਮ ਨੂੰ ਮੰਨਣ ਵਾਸਤੇ ਮਜਬੂਰ ਕਰਦਾ ਹੈ, ਕਿਉਂਕਿ ਇਸ ਦੇਸ਼ ਦਾ ਸੰਵਿਧਾਨ ਹਰ ਇੱਕ ਇਨਸਾਨ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ। ਉਹ ਆਪਣੀ ਮਰਜ਼ੀ ਨਾਲ ਆਪਣਾ ਧਰਮ ਰਖਾ ਸਕਦਾ ਹੈ। ਇਹ ਲਿਖਤ ਦਾ ਮਤਲਬ ਸਿਰਫ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਕਾਨੂੰਨੀ ਉਪਬੰਧਾਂ ਤੋਂ ਵਾਕਿਫ ਕਰਾਉਣਾ ਹੈ, ਜੋ ਕਿ ਇਸ ਵਰਗ ਦੇ ਲੋਕਾਂ ਲਈ 3 ਧਰਮਾਂ ਵਿੱਚੋਂ ਕਿਸੇ ਇੱਕ ਧਰਮ ਨੂੰ ਚੁਣਨਾ ਲਾਜ਼ਮੀ ਹੈ ਸੰਵਿਧਾਨ ਦੇ ਮੁਤਾਬਕ। ਮਤਲਬ ਸੰਵਿਧਾਨ ਦੀ ਜਾਣਕਾਰੀ ਅਨੁਸੂਚਿਤ ਜਾਤੀ ਲੋਕਾਂ ਨੂੰ ਦੇਣੀ ਜ਼ਰੂਰੀ ਆ, ਇਸ ਲਈ ਇਹ ਲਿਖੀ ਗਈ ਹੈ। ਜੇਕਰ ਅਨੁਸੂਚਿਤ ਜਾਤਾਂ ਦੇ ਲੋਕ ਇਹਨਾਂ 3 ਧਰਮਾਂ ਤੋਂ ਇਲਾਵਾ ਕੋਈ ਧਰਮ ਜਨਗਣਨਾ ਵਿੱਚ ਰਖਵਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਉਸ ਧਰਮ ਨੂੰ ਸੰਵਿਧਾਨ ਅਨੁਸੂਚਿਤ ਜਾਤਾਂ ਆਰਡਰ ਵਿੱਚ ਦਰਜ ਕਰਵਾਉਣਾ ਪਵੇਗਾ, ਤਾਂ ਜੋ ਅਨੁਸੂਚਿਤ ਜਾਤਾਂ ਦੇ ਲੋਕਾਂ ਦੇ ਅਧਿਕਾਰਾਂ ਦੇ ਉੱਪਰ ਕੋਈ ਅਸਰ ਨਾ ਪਵੇ। ਭਾਵ ਕਿ ਜੇਕਰ ਕੋਈ ਵੀ ਸ਼ਡਿਊਲ ਕਾਸਟ ਵਿਅਕਤੀ ਕਿਸੇ ਹੋਰ ਧਰਮ ਨੂੰ ਅਪਣਾਉਣਾ ਚਾਹੁੰਦਾ ਆ ਤਾਂ ਉਸ ਨੂੰ ਪਹਿਲਾਂ ਆਪਣੇ ਅਨੁਸੂਚਿਤ ਜਾਤਾਂ ਆਰਡਰ ਵਿੱਚ ਦਰਜ ਕਰਨਾ ਪਵੇਗਾ, ਤਾਂ ਜੋ ਉਹਨਾਂ ਦੇ ਜਿਹੜੇ ਸ਼ਡਿਊਲ ਕਾਸਟ ਦੇ ਉੱਪਰ ਕੋਈ ਫਰਕ ਨਾ ਪਵੇ। ਉਹਨਾਂ ਚਿਰ ਉਹ ਨਾ ਲਿਖਾਉਣ, ਉਹਨਾਂ ਚਿਰ ਉਹ ਆਪਣੇ ਧਰਮ ਨੂੰ ਹਿੰਦੂ, ਸਿੱਖ ਜਾਂ ਬੁੱਧਿਸਟ ਵਿੱਚ ਹੀ ਲਿਖਾਉਣ, ਭਾਵੇਂ ਕਿ ਉਹ ਡੇਰੇ ਜਿੱਥੇ ਵੀ ਜਾਂਦੇ ਉਹ ਜਾਂਦੇ ਰਹਿਣ, ਆਪਣਾ ਜੋ ਦੁਨੀਆ ਦੇ ਕੰਮਕਾਰ ਕਰਦੇ ਆ ਉਹ ਕਰਦੇ ਰਹਿਣ। ਜੇਕਰ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਕਿਸੇ ਧਾਰਮਿਕ ਸੰਸਥਾ, ਡੇਰੇ ਜਾਂ ਇਨਸਾਨ ਵੱਲੋਂ ਗੁੰਮਰਾਹ ਕੀਤਾ ਗਿਆ ਅਤੇ ਜਨਗਣਨਾ ਦੌਰਾਨ ਦਰਜ ਉਪਬੰਧਾਂ ਤੋਂ ਉਲਟ ਚੱਲਣ ਦੀ ਸਲਾਹ ਦਿੱਤੀ ਅਤੇ ਅਜਿਹੀ ਕਰਨ ਨਾਲ ਇਸ ਵਰਗ ਦੇ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੁਆਰਾ ਦੁਆਏ ਅਧਿਕਾਰਾਂ ਤੋਂ ਵਾਂਝੇ ਹੋਣਾ ਪਿਆ, ਉਹਨਾਂ ਦੇ ਅਧਿਕਾਰ ਖਤਮ ਹੋ ਗਏ, ਤਾਂ ਉਸ ਦੇ ਜ਼ਿੰਮੇਵਾਰ ਗੁੰਮਰਾਹ ਕਰਨ ਵਾਲੇ ਧਾਰਮਿਕ ਸੰਸਥਾਵਾਂ ਦੇ ਲੋਕ ਹੋਣਗੇ। ਉਹ ਡੇਰੇ ਹੋਣਗੇ ਜਿੱਥੋਂ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਗਈ ਕਿ ਤੁਸੀਂ ਆਪਣਾ ਵੱਖਰਾ ਧਰਮ ਬਣਾ ਲਓ, ਅਤੇ ਗੁੰਮਰਾਹ ਹੋਏ ਲੋਕ ਖੁਦ ਹੋਣਗੇ ਜੇ ਉਹਨਾਂ ਦੇ ਸ਼ਡਿਊਲ ਕਾਸਟ ਦੇ ਅਧਿਕਾਰ ਉਹਨਾਂ ਤੋਂ ਖੋਹ ਲਏ ਗਏ ਜਾਂ ਉਹਨਾਂ ਦੀ ਗਿਣਤੀ ਦੇਸ਼ ਦੇ ਵਿੱਚ ਉਹਨਾਂ ਕਰਕੇ ਘਟ ਗਈ। ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਉੱਚ ਦਰਜੇ ਦੀ ਪੜ੍ਹਾਈ ਅਤੇ ਗਿਆਨ ਪ੍ਰਾਪਤੀ ਕਰਕੇ ਤੇ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਦੱਬੇ ਕੁਚਲੇ ਲੋਕਾਂ ਨੂੰ, ਜਿਹੜੇ
ਇਸ ਸੰਸਾਰ ਦੇ ਵਿੱਚ, ਇਸ ਦੇਸ਼ ਦੇ ਵਿੱਚ ਦਬਾਏ ਗਏ ਸੀ, ਕੁਚਲੇ ਗਏ ਸੀ, ਜਿਨ੍ਹਾਂ ਦੇ ਸਾਰੇ ਅਧਿਕਾਰ ਖੋਲ੍ਹੇ ਗਏ ਸੀ, ਪੜ੍ਹਨ ਲਿਖਣ ਦਾ ਅਧਿਕਾਰ ਖੋਲ੍ਹਿਆ ਸੀ, ਮਤਲਬ ਜਾਨਵਰਾਂ ਵਾਲਾ ਉਹਨਾਂ ਨਾਲ ਵਿਵਹਾਰ ਕੀਤਾ ਗਿਆ ਸੀ, ਉਹਨਾਂ ਨੂੰ ਮਨੁੱਖੀ ਅਧਿਕਾਰ ਦਿਵਾਏ ਸੀ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਉੱਚੇ ਦਰਜੇ ਦੀ ਪੜ੍ਹਾਈ ਅਤੇ ਗਿਆਨ ਪ੍ਰਾਪਤ ਕਰਕੇ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਇਹਨਾਂ ਦੱਬੇ ਹੋਏ ਲੋਕਾਂ ਨੂੰ, ਜਿਨ੍ਹਾਂ ਨੂੰ ਜਾਨਵਰ ਤੋਂ ਭੈੜਾ ਜੀਵਨ ਬਿਤਾਉਣ ਲਈ ਮਜਬੂਰ ਕੀਤਾ ਗਿਆ ਸੀ, ਨੂੰ ਮਨੁੱਖਾਂ ਦੇ ਵਿੱਚ ਲਿਆਂਦਾ ਸੀ। ਮਨੁੱਖੀ ਅਧਿਕਾਰ ਦਾ ਮਤਲਬ ਆ ਉਹ ਵੀ ਮਨੁੱਖ ਦੇ ਵਾਂਗ ਜੀ ਸਕਦੇ ਆ। ਇਹ ਅਧਿਕਾਰ ਬਾਬਾ ਸਾਹਿਬ ਨੇ ਸਾਨੂੰ ਦਿਵਾਏ ਸੀ, ਜਿਨ੍ਹਾਂ ਨੂੰ ਬਚਾਉਣਾ ਇਸ ਵਰਗ ਦੇ ਲੋਕਾਂ ਦੇ ਹੱਥ ਵਿੱਚ ਹੈ। ਜੇਕਰ ਇਸ ਵਰਗ ਨੇ ਉਪਰੋਕਤ ਲਿਖੇ ਮੁਤਾਬਕ ਕੋਈ ਅਜਿਹੀ ਗਲਤੀ ਫਿਰ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਅਜਿਹੀ ਗਲਤੀ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ। ਇਹ ਬਹੁਤ ਧਿਆਨ ਦੇਣ ਯੋਗ ਗੱਲ ਆ ਕਿ ਜੇ ਅਸੀਂ ਆਪਣੇ ਹੱਥ ਖੋਲ੍ਹੇ ਤਾਂ ਅਸੀਂ ਫਿਰ ਜਾਨਵਰਾਂ ਦੇ ਵਿੱਚ ਆ ਜਾਣਾ ਆ, ਮਨੁੱਖ ਅਧਿਕਾਰ ਸਾਡੇ ਵੰਚਿਤ ਹੋ ਜਾਣੇ ਆ, ਖਤਮ ਹੋ ਜਾਣੇ ਆ। ਸੋ ਇਹ ਜਨਗਣਨਾ ਸਾਨੂੰ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਆ, ਦੇਖਣੀ ਚਾਹੀਦੀ ਆ। ਹੁਣ ਸਵਾਲ ਆਉਂਦਾ, ਜਨਗਣਨਾ ਵਿੱਚ ਆਪਣਾ ਧਰਮ ਕਿਹੜਾ ਲਿਖਵਾਉਣਾ ਚਾਹੀਦਾ? ਜੇਕਰ ਅਨੁਸੂਚਿਤ ਜਾਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਤਾਂ ਉਪਰੋਕਤ ਲਿਖੇ ਅਨੁਸਾਰ 3 ਧਰਮਾਂ ਵਿੱਚੋਂ ਇੱਕ ਧਰਮ ਲਿਖਣਾ ਜ਼ਰੂਰੀ ਹੈ। ਹੁਣ ਜੇ ਆਪਾਂ ਸ਼ੁਰੂ ਕਾਸਟ ਦੀ ਗੱਲ ਕਰੀਏ ਤਾਂ ਸਿਰਫ 3 ਧਰਮਾਂ ਵਿੱਚੋਂ ਇੱਕ ਧਰਮ ਲਿਖਣਾ ਜ਼ਰੂਰੀ ਆ। ਜੇਕਰ ਇਹਨਾਂ ਤਿੰਨਾਂ ਵਿੱਚੋਂ ਚੁਣਨ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਣਨਾ ਵੀ ਬਹੁਤ ਜ਼ਰੂਰੀ ਆ ਕਿ ਇਸ ਵਰਗ ਦੇ ਹਿੰਦੂਆਂ ਤੋਂ ਵੱਖਰੀ ਹੋਂਦ ਸਾਬਤ ਕਰਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੇ ਲੋਕਾਂ ਨੂੰ ਮਨੁੱਖੀ ਅਧਿਕਾਰ ਦਿਵਾਏ ਸਨ। ਤਾਂ ਇੱਥੇ ਇਹ ਵੀ ਧਿਆਨ ਦੇਣਾ ਜੋ ਵੱਖਰਾ ਬਣਦਾ ਕਿ ਹਿੰਦੂਆਂ ਤੋਂ ਵੱਖਰੇ ਹੋ ਕੇ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿਵਾਏ ਸੀ, ਮਨੁੱਖੀ ਅਧਿਕਾਰ, ਕਿਉਂਕਿ ਹਿੰਦੂਆਂ ਨੇ ਹੀ ਸਾਡੇ ਅਧਿਕਾਰ ਖੋਏ ਹੋਏ ਸੀ। ਤਾਂ ਜੇ 3 ਅਧਿਕਾਰਾਂ ਦੀ ਗੱਲ ਕਰੀਏ ਤਾਂ ਫਿਰ ਹਿੰਦੂ ਤਾਂ ਅਸੀਂ ਬਣ ਹੀ ਨਹੀਂ ਸਕਦੇ, ਕਿਉਂਕਿ ਹਿੰਦੂਆਂ ਤੋਂ ਤਾਂ ਵੱਖਰੇ ਸਾਨੂੰ ਅਧਿਕਾਰ ਦਿਵਾਏ ਆ। ਅਤੇ ਹਿੰਦੂ ਧਰਮ ਦੇ ਕਾਰਨ ਹੀ ਅਨੁਸੂਚਿਤ ਜਾਤਾਂ ਜਨਜਾਤਾਂ ਦੇ ਲੋਕਾਂ ਦਾ ਸਦੀਆਂ ਤੱਕ ਸ਼ੋਸ਼ਣ ਹੁੰਦਾ ਆਇਆ ਹੈ ਹਿੰਦੂਆਂ ਦੇ ਕਾਰਨ। ਅਤੇ ਹਿੰਦੂ ਧਰਮ ਅਸਮਾਨਤਾ ਦੇ ਸਿਧਾਂਤ ਉੱਪਰ ਖੜਾ ਹੋਣ ਕਰਕੇ ਅਨੁਸੂਚਿਤ ਜਾਤਾਂ ਦੇ ਲੋਕਾਂ ਵੱਲੋਂ ਕਿਸੇ ਵੀ ਕੀਮਤ ਤੇ ਜਨਗਣਨਾ ਦੇ ਵਿੱਚ ਆਪਣਾ ਧਰਮ ਹਿੰਦੂ ਨਹੀਂ ਲਿਖਣਾ ਚਾਹੀਦਾ ਅਤੇ ਨਾ ਹੀ ਇਸ ਦਾ ਫਿਰਕਾ ਸੰਪਰਦਾਇ ਭਾਵ ਸੈਕਟ ਬਿਲੀਫ ਹੋ ਕੇ ਹਿੱਸਾ ਬਣਨਾ ਚਾਹੀਦਾ। ਧਿਆਨ ਦੇਣਾ ਚਾਹੀਦਾ ਕਿ ਹਿੰਦੂ ਦੇ ਵਿੱਚ ਸਾਡੀ ਗਿਣਤੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਚਲੇ ਜਾਵੇ। ਜੇਕਰ ਕੋਈ ਸਾਡਾ ਫਿਰਕਾ ਧਰਮ ਜਿਹੜਾ ਸਾਨੂੰ ਮਜਬੂਰ ਕਰਦਾ ਆ ਜਾਂ ਸਾਨੂੰ ਦੱਸਦਾ ਵੀ ਇਸ ਧਰਮ ਦੇ ਵਿੱਚ ਤੁਸੀਂ ਆਓ, ਜੇਕਰ ਉਸ ਦਾ ਸਿੱਧਾ ਸੰਬੰਧ ਹਿੰਦੂ ਦੇ ਨਾਲ ਆ ਤਾਂ ਉਸ ਧਰਮ ਵਿੱਚ ਸਾਨੂੰ ਕਦੇ ਵੀ ਨਹੀਂ ਜਾਣਾ ਚਾਹੀਦਾ। ਸਾਨੂੰ ਸਿੱਖ ਔਰ ਬੋਧੀ ਦੇ ਵਿੱਚ ਹੀ ਜਾਣਾ ਚਾਹੀਦਾ, ਭਾਵ ਕਿ ਹਿੰਦੂ ਦੇ ਵਿੱਚ ਵੀ ਸਾਨੂੰ ਨਹੀਂ ਜਾਣਾ ਚਾਹੀਦਾ, ਕਿਉਂਕਿ ਸਾਡੇ ਬਾਬਾ ਸਾਹਿਬ ਨੇ ਸਾਨੂੰ ਹਿੰਦੂਆਂ ਤੋਂ ਵੱਖ ਕੀਤਾ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਾਰੀ ਜ਼ਿੰਦਗੀ ਵੱਖ-ਵੱਖ ਧਰਮਾਂ ਨੂੰ ਪੜ੍ਹਨ ਤੋਂ ਬਾਅਦ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ ਸਿਖਾਉਣ ਵਾਲੇ ਬੁੱਧ ਧਰਮ ਦੀ 14 ਅਕਤੂਬਰ 1956 ਨੂੰ ਅਸ਼ੋਕ ਵਿਜੇ ਦਸ਼ਮੀ ਵਾਲੇ ਦਿਨ ਨਾਗਪੁਰ ਵਿਖੇ ਲੱਖਾਂ ਲੋਕਾਂ ਨਾਲ ਦੀਕਸ਼ਾ ਲਈ ਸੀ। ਬਾਬਾ ਸਾਹਿਬ ਨੇ ਬਹੁਤ ਪੜ੍ਹਾਈ ਕੀਤੀ, ਸਭ ਕੁਝ ਪੜ੍ਹਨ ਤੋਂ ਬਾਅਦ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ ਸਿਖਾਉਣ ਵਾਲੇ ਧਰਮ ਨੂੰ, ਜਿਹਦੇ ਵਿੱਚ ਸਮਾਨਤਾ ਆ, ਸੁਤੰਤਰਤਾ ਆ ਅਤੇ ਭਾਈਚਾਰਾ ਵੱਧਦਾ ਆ, ਉਸ ਬੁੱਧ ਧਰਮ ਦੀ ਦੀਕਸ਼ਾ ਲਈ ਸੀ। 14 ਅਕਤੂਬਰ 1956 ਨੂੰ ਅਸ਼ੋਕਾ ਵਿਜੇ ਦਸ਼ਮੀ ਵਾਲੇ ਦਿਨ ਨਾਗਪੁਰ ਦੀ ਧਰਤੀ ਤੇ ਲੱਖਾਂ ਲੋਕਾਂ ਦੇ ਨਾਲ। ਇਸ ਲਈ ਅਨੁਸੂਚਿਤ ਜਾਤਾਂ, ਜਨਜਾਤਾਂ ਅਤੇ ਹੋਰ ਪਛੜੇ ਵਰਗ ਦੇ ਲੋਕਾਂ ਵੱਲੋਂ ਆਪਣੇ ਆਪ ਨੂੰ ਬੌਧਿਸ਼ ਲਿਖਵਾਉਣ ਵਿੱਚ ਕੋਈ ਵੀ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਬਾਬਾ ਸਾਹਿਬ ਦੇ ਫੋਲੋਅਰ ਸੀ, ਸਾਨੂੰ ਕੋਈ ਵੀ ਝਿਜਕ ਨਹੀਂ ਮਹਿਸੂਸ ਕਰਨੀ ਚਾਹੀਦੀ ਜੇਕਰ ਅਸੀਂ ਆਪਣਾ ਧਰਮ ਬੋਧੀ ਧਰਮ ਲਿਖਵਾ ਲਈਏ। ਸੰਵਿਧਾਨ ਅਨੁਸਾਰ ਸੰਵਿਧਾਨ ਅਨੁਸੂਚਿਤ ਜਾਤਾਂ, ਇੱਥੇ ਵੀ ਧਿਆਨ ਰੱਖੋ, ਜਿਹੜਾ ਸੰਵਿਧਾਨ ਹੈ ਭਾਰਤ ਦਾ, ਅਨੁਸੂਚਿਤ ਜਾਤਾਂ ਆਰਡਰ ਮੁਤਾਬਕ ਅਨੁਸੂਚਿਤ ਜਾਤਾਂ ਵਰਗ ਨੂੰ 2 ਹੋਰ ਧਰਮਾਂ ਦੇ ਨਾਲ ਬੌਧਿਸਟ ਵੀ ਮੰਨਿਆ ਗਿਆ ਹੈ। ਅਨੁਸੂਚਿਤ ਜਾਤ ਨੂੰ ਬੌਧੀ ਵੀ ਮੰਨਿਆ ਗਿਆ ਹੈ। ਸੋ ਇਸ ਵਰਗ ਦੇ ਲੋਕਾਂ ਨੂੰ ਬੌਧਿਸਟ ਲਿਖਵਾਉਣ ਵੇਲੇ ਇਹ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹਨਾਂ ਦੁਆਰਾ ਬੌਧ ਧਰਮ ਦੀ ਦੀਕਸ਼ਾ ਲਈ ਹੈ ਜਾਂ ਬੌਧ ਧਰਮ ਗ੍ਰਹਿਣ ਕੀਤਾ ਹੈ ਜਾਂ ਨਹੀਂ ਕੀਤਾ। ਜਦੋਂ ਜਨਗਣਨਾ ਦੇ ਵਿੱਚ ਉਹਨਾਂ ਨੇ ਆਪਣਾ ਧਰਮ ਬੌਧੀ ਲਿਖਾਉਣਾ ਤਾਂ ਇਹ ਜ਼ਰੂਰੀ ਨਹੀਂ ਕਿ ਦੀਕਸ਼ਾ ਲਈ ਹੋਈ ਹੈ। ਬੌਧਿਸਟ ਲਿਖਵਾਉਣ ਵਿੱਚ ਅਨੁਸੂਚਿਤ ਜਾਤਾਂ ਵਰਗ ਨੂੰ ਕੋਈ ਵੀ ਕਾਨੂੰਨੀ ਅੜਚਨ ਨਹੀਂ ਆਵੇਗੀ। ਉਹ ਆਪਣਾ ਧਰਮ ਬੇਫਿਕਰ ਹੋ ਕੇ ਆਪਣਾ ਧਰਮ ਬੌਧਿਸਟ ਲਿਖਾ ਸਕਦੇ, ਚਾਹੇ ਦੀਕਸ਼ਾ ਵੀ ਨਹੀਂ ਲਈ। ਸੰਵਿਧਾਨਕ ਪਾਬੰਦਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਆਪਣਾ ਧਰਮ ਬੌਧਿਸਟ ਲਿਖਵਾ ਲੈਣਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਫਿਰਕੇ, ਸੰਪਰਦਾਇ ਭਾਵ ਸੈਕਟ ਬਿਲੀਫ ਜਾਂ ਧਰਮ ਨੂੰ ਮੰਨਦੇ ਹੋਣ। ਉਹ ਕਿਸੇ ਵੀ ਫਿਰਕੇ ਧਰਮ ਸੰਪਰਦਾਇ ਨੂੰ ਮੰਨਦੇ ਆ, ਪਰ ਜਨਗਣਨਾ ਦੇ ਵਿੱਚ ਉਹਨਾਂ ਨੂੰ ਬੇਫਿਕਰ ਹੋ ਕੇ ਆਪਣਾ ਧਰਮ ਬੌਧਿਸਟ ਲਿਖਵਾ ਲੈਣਾ ਚਾਹੀਦਾ ਹੈ, ਜੇਕਰ ਉਹ ਆਪਣੇ SC ਦੇ ਸ਼ਡਿਊਲ ਕਾਸਟ ਦੇ ਜਿਹੜੇ ਉਹਨਾਂ ਨੂੰ ਅਧਿਕਾਰ ਮਿਲਦੇ ਆ ਉਹ ਮਿਲਦੇ ਰਹਿਣ। ਇਸ ਵਰਗ ਦੇ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਬੌਧਿਸਟ ਲਿਖਵਾਉਣਾ ਅਤੇ ਰੋਜ਼ਮर्रा ਦੇ ਕੰਮ ਉਸ ਤਰੀਕੇ ਕਰਦੇ ਰਹਿਣਾ ਜਿਵੇਂ ਉਹ ਕਰਦੇ ਰਹਿੰਦੇ ਆ। ਤਾਂ ਇੱਥੇ ਸਾਫ਼-ਸਾਫ਼ ਹੋ ਜਾਂਦਾ ਕਿ ਤੁਸੀਂ ਆਪਣੇ ਜਿਹੜੇ ਕੰਮ ਕਰਦੇ ਆ, ਜਿੱਥੇ ਵੀ ਜਾਂਦੇ, ਡੇਰੇ ਜਾਂਦੇ ਆ ਜਾਂ ਜਿਸ ਵੀ ਗੁਰੂ ਪੀਰ ਨੂੰ ਤੁਸੀਂ ਮੰਨਦੇ ਰਹੋ, ਪਰ ਜਨਗਣਨਾ ਦੇ ਵਿੱਚ ਆਪਣਾ ਧਰਮ ਬੌਧਿਸਟ ਲਿਖਾਓ, ਤੁਹਾਨੂੰ ਸ਼ਡਿਊਲ ਕਾਸਟ ਦੇ ਫਾਇਦੇ ਮਿਲਦੇ ਰਹਿਣਗੇ। ਸਿਰਫ ਦੁਸ਼ਮਣ ਦੀ ਚਾਲ ਨੂੰ ਨਾਕਾਮ ਕਰਨ ਲਈ ਬੌਧਿਸਟ ਲਿਖਵਾਉਣਾ ਜ਼ਰੂਰੀ ਹੈ। ਮਤਲਬ ਹਿੰਦੂ ਨੂੰ
ਡਾਊਨ ਕਰਨ ਦੇ ਲਈ ਸਾਨੂੰ ਇਹ ਪੈਂਤਰਾ ਖੇਲਣਾ ਜ਼ਰੂਰੀ ਆ। ਇਸ ਲਈ ਆਪਣੇ ਨੂੰ ਬੋਧਿਸ਼ ਰਖਾਓ, ਆਪਣੇ ਅਧਿਕਾਰ ਵੀ ਬਚਾ ਕੇ ਰੱਖੋ ਆਪਣੇ ਕੋਲ, ਔਰ ਪਲੱਸ ਹਿੰਦੂ ਨੂੰ ਨੀਚਾ ਕਰੋ ਤਾਂ ਜੋ ਇਹ ਦੇਸ਼ ਹਿੰਦੂ ਰਾਸ਼ਟਰ ਨਾ ਬਣ ਸਕੇ। ਬਾਬਾ ਸਾਹਿਬ ਦਾ ਜੋ ਸੁਪਨਾ ਸੀ ਇਸ ਦੇਸ਼ ਨੂੰ ਬੋਧਮਈ ਬਣਾਉਣਾ, ਉਹ ਪੂਰਾ ਕੀਤਾ ਜਾ ਸਕੇ, ਔਰ ਹਿੰਦੂ ਰਾਜ ਨਹੀਂ ਬਣਾਉਣਾ, ਇਹ ਵੀ ਕੀਤਾ ਜਾ ਸਕੇ। ਇਸ ਲਿਖਤ ਦਾ ਮਕਸਦ ਕਿਸੇ ਨੂੰ ਬੋਧਿਸਟ ਜਾਂ ਸਿੱਖ ਬਣਾਉਣਾ ਨਹੀਂ ਹੈ। ਮਕਸਦ ਸਿਰਫ ਕਾਨੂੰਨੀ ਦਾਅ ਪੇਚਾਂ ਵਿੱਚ ਫਸਾਏ ਅਨੁਸੂਚਿਤ ਜਾਤਾਂ ਸ਼ਡਿਊਲ ਕਾਸਟ ਦੇ ਲੋਕਾਂ ਨੂੰ ਰਾਸਤਾ ਦਿਖਾਉਣ ਦਾ ਹੈ। ਇਹ ਕਿਤਾਬ ਤਾਂ ਲਿਖੀ ਗਈ ਆ ਕਿ ਸਾਡੇ ਜੋ ਸ਼ਡਿਊਲ ਕਾਸਟ ਦੇ ਲੋਕ ਆ ਉਹਨਾਂ ਨੂੰ ਕਾਨੂੰਨੀ ਦਾਅ ਪੇਚਾਂ ਵਿੱਚ ਕਿਵੇਂ ਖੇਲਣਾ ਆ, ਕਿੱਦਾਂ ਬਚਣਾ ਆ, ਉਹ ਰਸਤਾ ਆ ਹਿੰਦੂ ਨੂੰ ਕਿੱਦਾਂ ਕਮਜ਼ੋਰ ਕਰਨਾ। ਹੁਣ ਆਪਾਂ ਲਾਸਟ ਦੇਖਦੇ ਹਾਂ ਕਿ ਜਨਗਣਨਾ ਜਦੋਂ ਹੋਣੀ ਆ ਉਹਦੇ ਸਮੇਂ ਧਿਆਨ ਦੇਣ ਜੋ ਕਿਹੜੀਆਂ ਗੱਲਾਂ ਆ। ਜਦੋਂ ਜਨਗਣਨਾ ਦਾ ਅਫਸਰ ਤੁਹਾਡੇ ਘਰ ਆਉਣਾ ਉਦੋਂ ਤੁਸੀਂ ਕੀ ਧਿਆਨ ਦੇਣਾ। ਜੇਕਰ ਜਨਗਣਨਾ ਕਾਗਜ਼ੀ ਫਾਰਮ ਭਰ ਕੇ ਕੀਤੀ ਜਾਂਦੀ ਹੈ, ਮਤਲਬ ਕਾਗਜ਼ ਦੀ ਕੀਤੀ ਜਾਂਦੀ ਆ, ਤਾਂ ਫਾਰਮ ਜਿਸ ਵੀ ਰੰਗ ਦੇ ਪੈਨ ਨਾਲ ਭਰਨਾ ਜ਼ਰੂਰੀ ਹੋਵੇ ਉਸ ਨਾਲ ਭਰਿਆ ਜਾਵੇ। ਕਿਸੇ ਵੀ ਹਾਲਾਤ ਦੇ ਵਿੱਚ ਫਾਰਮ ਨੂੰ ਕੱਚੀ ਪੈਨਸਲ ਨਾਲ ਨਾ ਭਰਿਆ ਜਾਵੇ। ਕੱਚੀ ਪੈਨਸਲ ਯੂਜ਼ ਨਾ ਕੀਤੀ ਜਾਵੇ ਅਫਸਰ ਵੱਲੋਂ, ਤਾਂ ਜੋ ਭਰਨ ਵਾਲਾ ਪਹਿਲਾਂ ਲਿਖੇ ਨੂੰ ਮਿਟਾ ਕੇ ਆਪਣੀ ਮਰਜ਼ੀ ਨਾਲ ਫਾਰਮ ਨਾ ਭਰ ਸਕੇ। ਜੇਕਰ ਜਨਗਣਨਾ ਮੋਬਾਈਲਾਂ ਜਾਂ ਹੋਰ ਇਲੈਕਟ੍ਰੋਨਿਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਤਾਂ ਇਸ ਪ੍ਰਤੀ ਹੋਰ ਵੀ ਜ਼ਿਆਦਾ ਸਾਵਧਾਨੀ ਵਰਤੀ ਜਾਵੇ, ਜਿਵੇਂ ਜਾਣਕਾਰੀ ਸੇਵ ਹੋਈ ਜਾਂ ਨਹੀਂ। ਤੁਹਾਡੀ ਜਾਣਕਾਰੀ ਜੋ ਤੁਸੀਂ ਲਿਖਾਈ ਆ ਸੇਵ ਹੋ ਗਈ ਵਿੱਚ ਕਿ ਨਹੀਂ ਹੋਈ, ਇਸ ਦੇ ਬਾਰੇ ਵੀ ਤੁਹਾਨੂੰ ਧਿਆਨ ਦੇਣਾ ਪਵੇਗਾ। ਕ੍ਰਾਸ ਚੈੱਕ ਕੀਤਾ ਜਾ ਸਕਦਾ ਹੈ, ਚੈੱਕ ਕਰਨਾ ਵੀ ਚੈੱਕ ਹੋ ਗਿਆ ਕਿ ਨਹੀਂ ਹੋਇਆ, ਤਾਂ ਚੈੱਕ ਕੀਤਾ ਜਾਵੇ। ਜਿਸ ਨੂੰ ਇਸ ਦੀ ਸਮਝ ਹੋਵੇ ਜਨਗਣਨਾ ਵੇਲੇ ਉਸ ਨੂੰ ਕੋਲ ਜ਼ਰੂਰ ਬਿਠਾਇਆ ਜਾਵੇ। ਤੁਹਾਡੇ ਮੁਹੱਲੇ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਜਿਸ ਨੂੰ ਜਨਗਣਨਾ ਦੀ ਜਾਣਕਾਰੀ ਔਰ ਉਹ ਤੁਹਾਡੇ ਆਪਣੇ ਸਮਾਜ ਦਾ ਆ, ਤਾਂ ਉਸ ਨੂੰ ਆਪਣੇ ਉਸ ਸਮੇਂ ਨਾਲ ਜ਼ਰੂਰ ਲਿਆ ਜਾਵੇ, ਤਾਂ ਜੋ ਜਿਹੜਾ ਆਫਿਸਰ ਤੁਹਾਡੇ ਕੋਲ ਆਵੇ ਉਹ ਤੁਹਾਡੇ ਮਰਜ਼ੀ ਤੋਂ ਬਿਨਾਂ ਤੁਹਾਡੀ ਜੋ ਜਾਣਕਾਰੀ ਆ ਉਹ ਫਾਰਮ ਵਿੱਚ ਫੀਡ ਨਾ ਕਰ ਸਕੇ। ਜੇਕਰ ਸੰਭਵ ਹੋਵੇ ਤਾਂ ਪਿੰਡਾਂ ਮੁਹੱਲਿਆਂ ਵਿੱਚ ਇਸ ਸੰਬੰਧੀ ਅਨਾਉਂਸਮੈਂਟ ਕਰਾਈ ਜਾਵੇ, ਤਾਂ ਕਿ ਜਨਗਣਨਾ ਵਿੱਚ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਆਪਣੇ ਮੁਹੱਲੇ ਸ਼ਹਿਰਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਵੇ ਕਿ ਆਹ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ, ਸਾਨੂੰ ਕੀ ਧਰਮ ਰਖਾਉਣਾ ਚਾਹੀਦਾ, ਸ਼ਡਿਊਲ ਕਾਸਟ ਦੇ ਅਧਿਕਾਰ ਜਿਹੜੇ ਆ ਉਹ ਕਿੱਦਾਂ ਬਣੇ ਰਹਿ ਸਕਦੇ ਆ, ਔਰ ਭਾਰਤ ਦੇਸ਼ ਦੇ ਵਿੱਚ ਸ਼ਡਿਊਲ ਕਾਸਟ ਦੀ ਗਿਣਤੀ ਜੇ ਵੱਧਦੀ ਆ ਤਾਂ ਸਾਨੂੰ ਕਿੱਦਾਂ ਅਧਿਕਾਰ ਸਾਡੇ ਵੱਧਦੇ ਆ। ਇਸ ਦੀ ਜਾਣਕਾਰੀ ਸਾਡੇ ਲੋਕਾਂ ਤੱਕ ਪਹੁੰਚਾਉਣੀ ਸਾਡਾ ਸਭ ਦਾ ਫਰਜ਼ ਆ। ਐਸਡੀਐਮ ਜਾਂ ਜ਼ਿਲ੍ਹੇ ਦੇ ਡੀਸੀ ਨੂੰ ਇਹ ਮੰਗ ਪੱਤਰ ਦਿੱਤੇ ਜਾਣ ਕਿ ਫਾਰਮ ਭਰਨ ਵਾਲਾ ਕੋਈ ਵੀ ਅਫਸਰ ਧਰਮ ਅਤੇ ਹੋਰ ਜਾਣਕਾਰੀ ਆਪਣੀ ਮਰਜ਼ੀ ਨਾਲ ਨਾ ਭਰ ਸਕੇ। ਆਪਣੇ ਐਸਡੀਐਮ ਨੂੰ ਜਾਂ ਜ਼ਿਲ੍ਹੇ ਦੇ ਡੀਸੀ ਨੂੰ ਇਹ ਮੰਗ ਪੱਤਰ ਤੁਸੀਂ ਦੇ ਸਕਦੇ ਆ ਕਿ ਜਿਹਨੇ ਤੁਹਾਡਾ ਫਾਰਮ ਭਰਨ ਆਉਣਾ ਉਹ ਕੋਈ ਵੀ ਅਫਸਰ ਜਿਹੜਾ ਆ ਉਹ ਤੁਹਾਡਾ ਧਰਮ ਅਤੇ ਹੋਰ ਕੋਈ ਜਾਣਕਾਰੀ ਆਪਣੀ ਮਰਜ਼ੀ ਨਾਲ ਨਾ ਭਰੇ, ਤੁਹਾਡੀ ਮਰਜ਼ੀ ਨਾਲ ਹੀ ਭਰੇ। ਇੱਕ ਪਰਿਵਾਰ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮੈਂਬਰ ਵੀ ਹੋ ਸਕਦੇ ਆ। ਇੱਕ ਪਰਿਵਾਰ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮੈਂਬਰ ਵੀ ਹੋ ਸਕਦੇ ਆ। ਇਹ ਜ਼ਰੂਰੀ ਨਹੀਂ ਕਿ ਜੇਕਰ ਪਰਿਵਾਰ ਦੇ ਮੁਖੀ ਨੇ ਜੋ ਧਰਮ ਲਿਖਵਾ ਲਿਆ ਉਹ ਧਰਮ ਸਭ ਮੈਂਬਰਾਂ ਦਾ ਲਿਖਿਆ ਜਾਵੇਗਾ। ਜੇਕਰ ਕੋਈ ਆਪਣਾ ਧਰਮ ਆਪਣੇ ਮੁਖੀ ਜਾਂ ਪਰਿਵਾਰਕ ਮੈਂਬਰ ਤੋਂ ਵੱਖਰਾ ਲਿਖਵਾਉਣਾ ਚਾਹੁੰਦਾ ਹੈ, ਜੇਕਰ ਕੋਈ ਆਪਣਾ ਧਰਮ ਆਪਣੇ ਮੁਖੀ ਜਾਂ ਪਰਿਵਾਰਕ ਮੈਂਬਰਾਂ ਤੋਂ ਵੱਖਰਾ ਲਿਖਵਾਉਣਾ ਚਾਹੁੰਦਾ ਹੈ ਤਾਂ ਉਹ ਲਿਖਵਾ ਸਕਦਾ ਹੈ। ਉਸ ਅਫਸਰ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰ ਦੇ ਹਰ ਮੈਂਬਰ ਤੋਂ ਉਸ ਦੇ ਧਰਮ ਦੀ ਜਾਣਕਾਰੀ ਮੰਗੇ, ਬਸ਼ਰਤੇ ਸ਼ਰਤ ਇਹ ਆ ਕਿ ਅਨੁਸੂਚਿਤ ਜਾਤਾਂ ਦੇ ਲੋਕ ਸਿਰਫ ਆਪਣਾ ਧਰਮ ਉਪਰੋਕਤ 3 ਧਰਮਾਂ ਵਿੱਚੋਂ ਹੀ ਲਿਖ ਸਕਦੇ ਆ। ਇਹ ਜ਼ਰੂਰੀ ਆ। ਹਿੰਦੂ, ਸਿੱਖ ਤੇ ਬੌਧਿਸਟ ਸ਼ਡਿਊਲ ਕਾਸਟ ਦੇ ਲੋਕ ਸਿਰਫ 3 ਧਰਮਾਂ ਦੇ ਵਿੱਚ ਹੀ ਆਪਣੇ ਆਪ ਨੂੰ ਲਿਖਾ ਸਕਦੇ ਆ, ਔਰ ਹਿੰਦੂ ਦਾ ਵੀ ਅਸੀਂ ਆਪਣੇ ਲਿਖਾਉਣਾ ਨਹੀਂ, ਤਾਂ 2 ਧਰਮ ਆ, ਉਹਨਾਂ ਵਿੱਚੋਂ ਕੋਈ ਵੀ ਤੁਸੀਂ ਜਿਹੜਾ ਧਰਮ ਲੱਗਦਾ ਉਹ ਲਿਖਾ ਸਕਦੇ ਆ। ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਵਰਗ ਵੱਲੋਂ ਉਪਰੋਕਤ ਲਿਖੇ ਮੁਤਾਬਕ ਧਰਮ ਲਿਖਵਾਉਣ ਤੋਂ ਬਾਅਦ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੀ ਗਿਣਤੀ ਵਧਾਉਣ ਲਈ ਆਪਣੇ ਆਪ ਨੂੰ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੇ ਖਾਨੇ ਵਿੱਚ ਦਰਜ ਕਰਵਾਉਣਾ ਲਾਜ਼ਮੀ ਹੈ। ਇਹ ਵੀ ਧਿਆਨ ਦਿਓ, ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਵਰਗ ਵੱਲੋਂ ਉਪਰੋਕਤ ਲਿਖੇ ਮੁਤਾਬਕ ਧਰਮ ਲਿਖਵਾਉਣ ਤੋਂ ਬਾਅਦ ਜੇ ਤੁਸੀਂ ਧਰਮ ਲਿਖਵਾ ਲੈਂਦੇ ਆ ਤਾਂ ਫਿਰ ਵੀ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੀ ਗਿਣਤੀ ਵਧਾਉਣ ਲਈ ਆਪਣੇ ਆਪ ਨੂੰ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੇ ਖਾਨੇ ਵਿੱਚ ਦਰਜ ਕਰਵਾਉਣਾ ਲਾਜ਼ਮੀ ਹੈ। ਅਤੇ ਉਸ ਤੋਂ ਬਾਅਦ ਜਿਸ ਵੀ ਰਾਜ ਸੂਬੇ ਵਿੱਚ ਰਹਿੰਦੇ ਹੋ ਉਸ ਵਿੱਚ ਲਾਗੂ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਦੀ ਲਿਸਟ ਵਿੱਚੋਂ ਆਪਣੀ ਜਾਤ ਲਿਖਵਾਉਣਾ ਵੀ ਲਾਜ਼ਮੀ ਹੈ। ਇਹ ਵੀ ਧਿਆਨ ਦੇਣ ਯੋਗ ਗੱਲ ਆ ਕਿ ਜਿਹੜੀ ਜਾਤ ਤੁਹਾਨੂੰ ਹਿੰਦੂ ਨੇ ਦਿੱਤੀ ਹੋਈ ਅੱਜ ਤੱਕ, ਉਹ ਜਾਤ ਤੁਹਾਨੂੰ ਉਸ ਸਮੇਂ ਲਿਖਾਉਣੀ ਪੈਣੀ ਆ ਜੇਕਰ ਤੁਸੀਂ ਸ਼ਡਿਊਲ ਕਾਸਟ ਦੇ ਫਾਇਦੇ ਲੈਣਾ ਚਾਹੁੰਦੇ ਆ। ਕਿਉਂਕਿ ਇਹ ਕਾਨੂੰਨੀ ਪਾਬੰਦੀ ਆ। ਇਹ ਕਾਨੂੰਨੀ ਪਾਬੰਦੀ ਆ ਕਿ ਇਹੀ ਜਾਤ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਦੇ ਫਾਇਦੇ ਲੈ ਸਕਦੇ ਆ, ਭਾਵੇਂ ਤੁਸੀਂ ਬੌਧਿਸਟ ਹੋ ਗਏ ਆ। ਉਹ ਤਾਂ ਤੁਸੀਂ ਬੌਧਿਸਟ ਆ, ਪਰ ਉਹਨਾਂ ਨੂੰ ਦੱਸਣ ਦੇ ਲਈ ਕਿ ਅਸੀਂ ਇਸ ਜਾਤ ਚੋਂ ਨਿਕਲ ਕੇ ਆਏ ਆ, ਇਸ ਕਰਕੇ ਸਾਡੇ ਜਿਹੜੇ ਅਧਿਕਾਰ ਆ ਉਹ ਬਣੇ ਰਹਿਣ। ਇਸ ਤੋਂ ਬਿਨਾਂ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਵਰਗ ਦੀ ਗਿਣਤੀ ਵਿੱਚ ਵਾਧਾ ਸੰਭਵ ਨਹੀਂ ਹੈ। ਜੇਕਰ ਤੁਸੀਂ ਜਾਤ ਨਹੀਂ ਲਿਖਾਓਗੇ ਫਿਰ ਉਹਨਾਂ ਨੇ ਗਿਣਤੀ ਤੁਹਾਡੀ ਨਹੀਂ ਵਧਾਉਣੀ। ਬੌਧਿਸਟ ਧਰਮ ਵਿੱਚ ਜਾਤਾਂ ਦੀ ਕੋਈ ਅਹਿਮੀਅਤ ਨਹੀਂ। ਬੁੱਧ ਜਿਹੜਾ ਧਰਮ ਆ ਤਥਾਗਤ ਭਗਵਾਨ ਬੁੱਧ ਦਾ, ਉਸ ਦੇ ਵਿੱਚ ਜਾਤ ਦੀ ਕੋਈ ਅਹਿਮੀਅਤ ਨਹੀਂ ਹੈ। ਪਰ
ਕਾਨੂੰਨੀ ਦਾਅ ਪੇਚ ਦੇਖਣ ਦੇ ਲਈ ਕਿ ਅਸੀਂ ਕਿਸ ਜਾਤ ਤੋਂ ਨਿਕਲ ਕੇ ਆਏ ਹਾਂ, ਸਾਡੇ ਉੱਥੇ ਅਧਿਕਾਰ ਬਣਦੇ ਸੀ। ਸਾਨੂੰ ਆਪਣਾ ਧਰਮ ਬੋਧਿਸ਼ ਲਿਖਵਾ ਕੇ ਥੱਲੇ ਜਾਤ ਲਿਖਵਾ ਲੈਣੀ ਚਾਹੀਦੀ ਹੈ ਕਿ ਅਸੀਂ ਜਾਤ ਦੇ ਵਿੱਚੋਂ ਇਹਦੇ ਵਿੱਚ ਕਨਵਰਟ ਹੋਏ ਹਾਂ, ਪਰ ਸਾਡੇ ਜਿਹੜੇ ਹੱਕ ਔਰ ਅਧਿਕਾਰ ਸਾਨੂੰ ਬੋਧਿਸ਼ ਧਰਮ ਦੇ ਅਨੁਸਾਰ ਸ਼ਡਿਊਲ ਕਾਸਟ ਵਾਲੇ ਮਿਲਦੇ ਰਹਿਣ। ਜਦੋਂ ਤੱਕ ਅਨੁਸੂਚਿਤ ਜਾਤਾਂ ਤੇ ਜਨਜਾਤਾਂ ਵਰਗੇ ਲੋਕ ਆਪਣੇ ਮੁਤਾਬਕ ਢੁਕਵੇਂ ਕਾਨੂੰਨ ਨਹੀਂ ਬਣਾ ਲੈਂਦੇ, ਜਦੋਂ ਤੱਕ ਸਾਡੇ ਆਪਣੇ ਕਾਨੂੰਨ ਨਹੀਂ ਬਣ ਜਾਂਦੇ, ਜਿੰਨੇ ਚਿਰ ਅਸੀਂ ਬੋਧਿਸ਼ ਧਰਮ ਵਾਲੇ ਲੋਕ ਆਪਣੀ ਸਰਕਾਰ ਨਹੀਂ ਲੈ ਆਉਂਦੇ ਜਾਂ ਹਿੰਦੂ ਨੂੰ ਕਮਜ਼ੋਰ ਨਹੀਂ ਕਰ ਲੈਂਦੇ, ਉਹਨਾਂ ਚਿਰ ਸਾਨੂੰ ਇਹ ਸਰਕਾਰੀ ਦਫ਼ਤਰਾਂ ਦੇ ਵਿੱਚ ਜੋ ਕਾਗਜ਼ ਬਣਦੇ ਆ ਭਰਦੇ ਆ, ਉਹਨਾਂ ਦੇ ਵਿੱਚ ਆਪਣੀ ਜਾਤ ਜਿਹੜੀ ਆ ਉਹ ਸਾਨੂੰ ਲਿਖਵਾਉਣੀ ਪੈਣੀ। ਪਰ ਹਿੰਦੂ ਨੇ ਲਿਖਾਉਣਾ, ਉਹਦੇ ਥਾਂ ਤੇ ਬੋਧਿਸ਼ ਲਿਖਾ ਲੈਣਾ ਬਸ। ਜਨਜਾਤਾਂ ਵਰਗੇ ਲੋਕ ਆਪਣੇ ਮੁਤਾਬਕ ਕਾਨੂੰਨ ਨਹੀਂ ਬਣਾ ਲੈਂਦੇ, ਉਦੋਂ ਤੱਕ ਮਨੂਵਾਦੀ ਸਰਕਾਰਾਂ ਵੱਲੋਂ ਬਣਾਏ ਕਾਨੂੰਨਾਂ ਨੂੰ ਸਮਝ ਕੇ ਜਨਗਣਨਾ ਵਿੱਚ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਅਤੇ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਹੈ। ਉਹਨਾਂ ਨੇ ਸਾਨੂੰ ਆਪਣੇ ਢੰਗ ਵਿੱਚ ਵਸਾਉਣ ਦੇ ਲਈ ਕਾਨੂੰਨ ਬਣਾਇਆ ਕਿ ਹਿੰਦੂ ਧਰਮ ਦੇ ਵਿੱਚ ਹੀ ਤੁਹਾਨੂੰ ਸ਼ਡਿਊਲ ਕਾਸਟ ਦੇ ਅਧਿਕਾਰ ਮਿਲਣਗੇ, ਪਰ ਸੰਵਿਧਾਨ ਦੇ ਵਿੱਚ ਬੋਧਿਸ਼ ਧਰਮ ਦੇ ਵਿੱਚ ਰਹਿ ਕੇ ਵੀ ਤੁਸੀਂ ਸ਼ਡਿਊਲ ਕਾਸਟ ਦੇ ਸਾਰੇ ਅਧਿਕਾਰ ਲੈ ਸਕਦੇ ਹੋ। ਇਹ ਭਾਰਤ ਦੇਸ਼ ਦਾ ਸੰਵਿਧਾਨ ਤੁਹਾਨੂੰ ਅਧਿਕਾਰ ਦਿੰਦਾ ਹੈ। ਨੋਟ: ਉਪਰੋਕਤ ਲਿਖੇ ਅੰਕੜੇ ਅਤੇ ਕਾਨੂੰਨੀ ਉਪਬੰਧਾਂ ਦੀ ਜਾਣਕਾਰੀ ਲਈ ਭਾਰਤੀ ਚੋਣ ਕਮਿਸ਼ਨ ਅਤੇ ਰਜਿਸਟਰਾਰ ਤੇ ਸੈਂਸਸ ਵਿਭਾਗ ਭਾਰਤ ਦੀਆਂ ਵੈਬਸਾਈਟਾਂ ਆਪ ਜੀ ਲਈ ਸਹਾਇਕ ਹੋਣਗੀਆਂ। ਆਪ ਵੱਧ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਭਾਰਤੀ ਚੋਣ ਕਮਿਸ਼ਨ, ਰਜਿਸਟਰਾਰ ਤੇ ਸੈਂਸਸ ਵਿਭਾਗ ਭਾਰਤ ਦੀਆਂ ਵੈਬਸਾਈਟਾਂ ਤੇ ਸਰਚ ਕਰ ਸਕਦੇ ਹੋ। ਇਹ ਸਾਰੀ ਜਿਹੜੀ ਬੁੱਕ ਆ, ਕਿਤਾਬ ਆ, ਤੁਹਾਡੇ ਲਈ ਤੁਹਾਡੇ ਬਹੁਤ ਹੀ ਸਤਿਕਾਰਯੋਗ ਪਿਆਰੇ ਵੀਰ ਚਰਨਜੀਤ ਪਵਾਰੀ ਐਡਵੋਕੇਟ ਜੀ ਨੇ ਲਿਖੀ ਆ ਤੁਹਾਡੇ ਲਈ। ਤੁਹਾਡੇ ਤੱਕ ਇਹ ਸੰਵਿਧਾਨ ਦੇ ਵਿੱਚੋਂ ਬਹੁਤ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਕੇ ਤੁਹਾਨੂੰ ਦੱਸਿਆ ਆ ਕਿ ਤੁਸੀਂ ਆਪਣੇ ਅਧਿਕਾਰ ਜਿਹੜੇ ਆ ਉਹ ਨਾ ਗਵਾ ਲੈਣਾ। ਜੋ ਸਿਵਲ ਕੋਰਟਸ ਫਲੋਰ ਦੇ ਵਿੱਚ ਬੈਠਦੇ ਆ, ਜਿਨ੍ਹਾਂ ਦਾ ਮੋਬਾਈਲ ਨੰਬਰ 9875 91883 ਤੇ ਦਫ਼ਤਰ ਦਾ ਨੰਬਰ 01826501425 ਆ। ਤੁਸੀਂ ਇਹਨਾਂ ਦੇ ਨਾਲ ਕੋਈ ਵੀ ਜਾਣਕਾਰੀ ਲੈਣ ਲਈ, ਹੋਰ ਜਾਣਕਾਰੀ ਲੈਣ ਲਈ ਜਾਂ ਕੋਈ ਚੀਜ਼ ਨਹੀਂ ਸਮਝ ਆਈ ਉਸ ਨੂੰ ਸਮਝਣ ਦੇ ਲਈ ਕੰਟੈਕਟ ਕਰ ਸਕਦੇ ਹੋ। ਔਰ ਇਹ ਕਿਤਾਬ ਮੰਗਵਾਉਣ ਦੇ ਲਈ ਤੁਸੀਂ ਇਹਨਾਂ ਨੰਬਰਾਂ ਤੇ ਸੂਚਿਤ ਕਰ ਸਕਦੇ ਹੋ। ਸੋ ਇਹ ਜਾਣਕਾਰੀ ਆਪਣੇ ਨਾਲ, ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਸਾਡੇ ਸਾਥੀ ਸ਼ਡਿਊਲ ਕਾਸਟ ਦਾ ਹੱਕ ਗਵਾ ਨਾ ਲੈਣ ਕਿਸੇ ਦੇ ਮਗਰ ਲੱਗ ਕੇ। ਆਪਾਂ ਸੰਵਿਧਾਨ ਦੇ ਅਨੁਸਾਰ ਆਪਣੇ ਆਪ ਨੂੰ ਰੱਖਣਾ ਆ, ਜੋ ਸੰਵਿਧਾਨ ਸਾਨੂੰ ਦੇਵੇਗਾ ਉਹੀ ਅਸੀਂ ਲੈਣਾ ਆ। ਕਿਸੇ ਡੇਰੇ ਨੇ ਸਾਡੀ ਬਾਂਹ ਨਹੀਂ ਫੜਨੀ, ਕਿਸੇ ਗੁਰੂ ਨੇ ਸਾਡੀ ਬਾਂਹ ਨਹੀਂ ਫੜਨੀ, ਸਾਡੀ ਬਾਂਹ ਸਾਡੇ ਸੰਵਿਧਾਨ ਨੇ ਹੀ ਫੜਨੀ ਆ ਔਰ ਸੰਵਿਧਾਨ ਨੇ ਹੀ ਫੜੀ ਆ ਔਰ ਸੰਵਿਧਾਨ ਦੇ ਕਰਕੇ ਹੀ ਅਸੀਂ ਅੱਜ ਮਨੁੱਖੀ ਅਧਿਕਾਰਾਂ ਨੂੰ ਮਾਣ ਰਹੇ ਹਾਂ। ਸੋ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਆਪ ਜੀ ਦਾ ਪਿਆਰਾ ਦੋਸਤ, ਮਿੱਤਰ, ਉਪਾਸਕ ਰਾਜਕੁਮਾਰ ਨਕੋਦਰ ਤੋਂ, ਜਿਸ ਨੇ ਇਹ ਕਿਤਾਬ ਤੁਹਾਨੂੰ ਪੜ੍ਹ ਕੇ ਸੁਣਾਇਆ। ਸੋ ਮੇਰਾ ਨੰਬਰ 7009657927 ਹੈ। ਸੋ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ।